ਲਓ ਜੀ, ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਅਸੀਂ ਹਾਜ਼ਰ ਹਾਂ ਜੀ। ਸਮਾਂ ਉਹੀ ਜਿਹੜਾ ਕਿ ਹਰ ਰੋਜ਼ ਹੁੰਦਾ। ਇਹ ਵੈਸੇ 2 ਦਿਨਾਂ ਤੋਂ ਚੇਂਜ ਹੋ ਗਿਆ, 1 ਘੰਟਾ ਪਹਿਲਾਂ ਆਉਣ ਲੱਗ ਗਏ ਅਸੀਂ ਇੰਡੀਆ ਦੇ ਹਿਸਾਬ ਨਾਲ, ਮੈਂ ਤੁਹਾਨੂੰ ਦੱਸ ਰਿਹਾ। ਐਂਡ ਗੱਲਾਂ ਬਾਤਾਂ ਜਿਹੜੀਆਂ ਉਹ ਵੀ ਰੋਜ਼ ਨਵੀਆਂ ਹੋਣ ਲੱਗ ਪਈਆਂ, ਕਿਉਂਕਿ ਕਹਿੰਦੇ ਵੀ ਪੰਜਾਬ 'ਚ ਇਹ ਬਦਲਾਅ ਆ ਗਿਆ। ਇਹ ਕਹਿੰਦੇ ਨੇ ਜੀ, ਅਸੀਂ ਅਜੇ ਆਇਆ ਦੇਖਿਆ ਨਹੀਂ, ਜਦੋਂ ਆ ਜਾਊਗਾ ਫਿਰ ਆਪਾਂ ਉਹਦੀ ਗੱਲ ਵੀ ਕਰ ਲਵਾਂਗੇ। ਇਹ ਪੋਲੀਟੀਕਲ ਪਾਰਟੀਆਂ ਦੇ ਹਿਸਾਬ ਨਾਲ ਚਰਚਾ ਚੱਲਦੀ ਪਈ ਹੈ। ਦੂਜੇ ਪਾਸੇ ਜਿਨ੍ਹਾਂ ਨੇ ਚਿੰਤਨ ਮੰਥਨ ਕੀਤਾ ਉਹਨਾਂ ਨੇ ਕੀ ਕਿਹਾ ਅਤੇ ਹੋਰ ਕਿੱਥੇ ਕਿੱਥੇ ਕੀ ਕੁਛ ਹੋ ਰਿਹਾ, ਉਹਦੀ ਗੱਲ ਵੀ ਕਰਾਂਗੇ। ਅਤੇ ਅੱਜ ਇੱਕ ਵੱਡਾ ਇਕੱਠ ਹੋਣਾ ਜੀ, ਜਿੱਥੇ ਭਗਵੰਤ ਮਾਨ ਸਾਹਿਬ ਨੇ ਸਹੁੰ ਚੁੱਕਣੀ ਆ ਅਤੇ ਨਾਲ ਉਹ ਕਹਿੰਦੇ ਕਿ ਪੂਰੇ ਪੰਜਾਬ ਨੇ ਮੇਰੇ ਨਾਲ ਅੱਜ ਸਹੁੰ ਚੁੱਕਣੀ ਹੈ। ਉਸ ਸਮਾਗਮ ਦੀ ਜਿਹੜੀ ਕਵਰੇਜ ਹੈ ਉਹ ਵੀ ਤੁਸੀਂ ਅੱਜ ਪ੍ਰਾਈਮ ਏਸ਼ੀਆ TV ਦੇ ਉੱਪਰ ਲਾਈਵ ਦੇਖੋਗੇ। ਅਤੇ ਹੁਣ ਦੀਆਂ ਗੱਲਾਂ ਬਾਤਾਂ ਕਰਨ ਲਈ ਨਾਲ ਆਪਣੇ ਵੀਰ ਪਰਮੀਰ ਬਾਠ ਹੋਰੀ। ਹੋਰ ਬਾਠ ਸਾਹਿਬ, ਸਿਹਤਾਂ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਠੀਕ ਨੇ। ਦਵਾਈ ਨਾ ਇਹ ਫਾਇਦਾ ਹੋਇਆ ਨਾ, ਵੇਖੋ ਇਹ ਹੁੰਦਾ ਸਰਕਾਰ ਬਦਲਣ ਦਾ ਅਸਰ। ਪਹਿਲਾਂ ਰੋਜ਼ ਖਾਣੀ ਪੈਂਦੀ, ਹੁਣ ਤੁਸੀਂ ਛੱਡਤੀ। ਹੌਲੀ ਹੌਲੀ ਤੁਸੀਂ ਦੇਖੋ ਵੀ ਕੀ ਪਤਾ ਜੇ ਮਤਲਬ ਆਹੋ ਨਹੀਂ, ਮੈਂ ਤੁਹਾਨੂੰ ਜਦੋਂ ਤੁਸੀਂ ਕਿਹਾ ਸੀ ਨਾ ਆਉਂਦੇ, ਮੈਂ ਤੁਹਾਨੂੰ ਦੱਸ ਦਿੱਤਾ ਵੀ ਸਮਾਂ ਉਹੀ, ਇਹਦਾ ਮਤਲਬ ਹੁੰਦਾ ਮੈਂ ਤੁਹਾਨੂੰ ਦੱਸਤਾ ਹੀ। ਹੁਣ ਜਿਹੜੇ ਬੰਦੇ ਦੇ ਨਾਲ ਉਹ ਬੰਦਾ 24 ਘੰਟੇ ਰਹਿੰਦਾ ਤਾਂ ਫਿਰ ਮੈਂ ਠੀਕ ਹੀ ਹੋਣਾ ਹੀ। ਐਵੇਂ ਬਦਨਾਮ ਕਰਦੇ ਨਹੀਂ, ਸਾਰਿਆਂ ਨੇ ਦੇਖਿਆ, ਸਾਰਿਆਂ ਨੇ ਸੁਣਿਆ ਕਰਦੇ ਹੋ। ਦੇਖੋ ਜੀ, ਗੱਲ ਇਹ ਆ ਕਿ ਵੀ ਚਲੋ ਇਹ ਸਾਡੀਆਂ ਭਰਾਵਾਂ ਦੀਆਂ ਗੱਲਾਂ ਅਸੀਂ ਕਰਦੇ ਰਹਿੰਦੇ ਹਾਂ, ਕਰੀਏ ਕੀ ਜੀ, ਹੋਰ ਕੋਈ ਮਤਲਬ ਆਹੋ। ਇਹ ਬਿਲਕੁਲ ਸੰਧਾਲੀਆ ਸਾਹਿਬ ਉੱਦਾਂ ਹੀ ਆ ਵੀ ਬਰਾਬਰ ਦਾ ਹਿੱਸਾ, ਕਹਿੰਦਾ ਕਿ ਇਸ ਚੀਜ਼ 100 ਦੀ ਆਉਣੀ ਆ, ਆਹ ਚੱਕ 20 100 ਵਾਲੀ ਚੀਜ਼ ਲਿਆ, ਹਿੱਸਾ ਬਰਾਬਰ ਦਾ। ਇਹ ਗੱਲ ਤਾਂ ਹੁੰਦੀ ਵੀ ਪਹਿਲ ਕਰਨ ਦੀ, ਆਹ ਵੀ ਚਲੋ ਜੋ ਬਣਦਾ ਤਾਂ ਨਹੀਂ, ਕਹ ਲਓ ਸਰਦਾ ਪੁੱਜਦਾ ਤੇ ਬੰਦਾ ਸਰਦਾ ਪੁੱਜਦਾ ਬੰਦਾ ਵੀ ਜਦੋਂ ਬਣਦਾ ਹੀ ਹਿੱਸਾ ਦਿੰਦਾ ਨਾ, ਉਹ ਮਾੜੀ ਗੱਲ ਹੁੰਦੀ ਆ। ਨਹੀਂ ਚਲੋ ਕੋਈ ਗੱਲ ਨਹੀਂ, ਇੱਦਾਂ ਪਰਵਾਹ ਨਹੀਂ ਕਰਨੀ। ਐਵੇਂ ਮੈਂ ਇੱਥੇ ਕੋਈ ਡਿਸਕਲੋਜ਼ ਨਹੀਂ ਕਰਾਂਗਾ ਵੀ ਕਿਹਦੇ ਵੱਲ ਪਾਰਟੀਆਂ ਬਣੀਆਂ, ਨਹੀਂ ਕਰਨਾ, ਕਿੰਨੇ ਪਾਰਟੀਆਂ ਦੇਣੀਆਂ ਜੇ ਆਉਣ ਵਾਲੇ ਟਾਈਮ 'ਚ। ਨਾ ਕਰੋ, ਤੁਸੀਂ ਫਸ ਜਾਣਾ। ਅਸੀਂ ਆਸ ਤੇ ਕਰੀਏ ਨਾ ਵੀ ਪਾਰਟੀ ਮਿਲੂਗੀ। ਨਹੀਂ, ਆਸ ਕਰੋ, ਪੂਰੀ ਕਰੋ। ਹਾਂ ਬਸ ਠੀਕ ਹੈ। ਫਿਰ ਦੇਖੋ ਕਰ ਰਹੇ ਆ ਬਾਠ ਸਾਹਿਬ ਵੀ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਚੇਂਜ ਦੀ, ਤੇ ਆਪਾਂ ਮੇਰਾ ਖਿਆਲ ਵੀ ਜਿੱਦਣ ਇਹ ਕੰਮ ਹੋਇਆ ਸੀ ਉਦਣ ਹੀ ਕਹਿਣ ਲੱਗ ਪਏ ਸੀ ਵੀ ਥੋੜ੍ਹਾ ਜਿਹਾ ਬ੍ਰੇਕ ਤੇ ਪੈਰ ਰੱਖ ਲਓ ਵੀਰ ਮੇਰੇ, ਜਿਹੜਾ ਤੁਸੀਂ ਟਾਪ ਗੇਅਰ ਲਾ ਲਿਆ ਇਹਨੂੰ ਕੱਢ ਲਓ, ਇਹਨੂੰ ਨਿਊਟਰਲ ਕਰ ਲਓ, ਵੀ ਥੋੜ੍ਹੇ ਜਿਹੇ ਦਿਨ ਵੇਖ ਲਓ, ਇਹ ਗੱਲ ਇੱਦਾਂ ਨਹੀਂ ਬਣਨੀ। ਮੇਰਾ ਖਿਆਲ ਕਾਫੀ ਸਾਰੇ ਜਿਹੜੇ ਵੀ MLA ਸਾਹਿਬਾਨ ਸੀ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਇਸ ਚੀਜ਼ ਨੂੰ ਸਮਝਿਆ ਵੀ, ਪਰ ਫਿਰ ਵੀ ਕਾਰਨ ਇਹ ਹੁੰਦਾ ਨਾ ਵੀ ਕੁਝ ਥਾਵਾਂ ਦੇ ਉੱਪਰ ਫਿਰ ਬੰਦੇ ਫਿਰ ਤੁਹਾਨੂੰ ਪਤਾ ਤੇਜ਼ ਹੁੰਦੇ, ਅਤੇ ਉਹ ਕਹਿੰਦੇ ਲੈ ਇੱਦਾਂ ਕਿੱਦਾਂ ਸਾਡੀ ਸਰਕਾਰ ਬਣੀ। ਜਿੱਦਾਂ ਮੈਂ ਪਹਿਲੇ ਦਿਨ ਹੀ ਕਿਹਾ ਸੀ ਵੀ ਉਹ ਤਾਂ ਅੱਜ ਕੱਲ੍ਹ ਪੋਸਟਾਂ ਪੈਣ ਲੱਗ ਪਈਆਂ ਵੀ ਫਲਾਨੇ ਹੀ ਸਾਡੇ ਐਂ ਕੀਤਾ ਹੀ, ਅਸੀਂ ਫਿਰ ਹੁਣ ਐਂ ਕਰਨਾ। ਉਹ ਜਿਹੜਾ ਐਂ ਕਰਨਾ ਹੀ ਐਂ ਕਰਦੇ ਰਹੇ ਨੇ ਪਹਿਲੇ, ਤਾਂ ਹੀ ਤਾਂ ਲੋਕ ਅੱਕੇ ਸੀ ਜਿਨ੍ਹਾਂ ਨੇ ਆਹ ਕੁਛ ਕੀਤਾ। ਅਤੇ ਜੇ ਤੁਸੀਂ ਵੀ ਹੁਣ ਐਂ ਹੀ ਕਰਨਾ ਤੇ ਕੋਈ ਗੱਲ ਨਹੀਂ, ਫਿਰ ਕਿਹੜਾ ਟਾਈਮ ਦੂਰ ਆ, ਫਿਰ ਲੋਕ ਤੁਹਾਡੇ ਦੁਆਲੇ ਹੀ ਹੋ ਜਾਣਗੇ। ਦੇਖੋ ਸੰਧਾਲੀਆ ਸਾਹਿਬ, ਇੱਕ ਗੱਲ ਤਾਂ ਪੱਕੀ, ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ, ਜੇ ਉਹ ਤਬਦੀਲੀ ਕਰਨਾ ਚਾਹੁੰਦੇ ਆ, ਅੱਗੇ ਤਬਦੀਲੀ ਉਹਨਾਂ ਨੇ ਨਹੀਂ, ਅੱਗੇ ਲੋਕਾਂ ਨੇ ਕੀਤੀ ਹੈ ਵੋਟਾਂ ਪਾ ਕੇ। ਜੇ ਉਹ ਤਬਦੀਲੀ ਕਰਨਾ ਚਾਹੁੰਦੇ ਆ ਤਾਂ ਬਹੁਤ ਚੰਗੇ ਤਰੀਕੇ, ਢੰਗ ਤਰੀਕੇ ਨਾਲ ਅਗਲੇ ਵਧਣਾ ਪਊਗਾ। ਹੁਣ ਤੁਸੀਂ ਦੇਖੋ 42% ਵੋਟਾਂ ਦਾ ਪੈਣਾ, ਇਹਦਾ ਮਤਲਬ ਇਹ ਹੈ ਕਿ ਹੋ ਸਕਦਾ ਕਿ ਬਹੁਤ ਸਾਰੇ ਸਰਕਾਰੀ ਪ੍ਰਾਈਵੇਟ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਲੋਕਾਂ ਨੇ ਵੀ ਵੋਟਾਂ ਇਹਨਾਂ ਨੂੰ ਪਾਈਆਂ ਹੁਣ ਕਿ ਤਬਦੀਲੀ ਚਾਹੀਦੀ ਹੈ। ਆਪਾਂ ਇੱਦਾਂ ਨਹੀਂ ਕਹਿ ਸਕਦੇ ਕਿ ਸਰਕਾਰੀ ਦਫ਼ਤਰਾਂ 'ਚ ਜਿੰਨੇ ਬੰਦੇ ਕੰਮ ਕਰਦੇ ਆ ਕਿ ਉਹ ਪੁਰਾਣਾ ਨਿਜ਼ਾਮ ਚਾਹੁੰਦੇ ਆ ਜਾਂ ਪੁਰਾਣੇ ਤਰੀਕੇ ਦੇ ਨਾਲ ਜਿੱਦਾਂ ਕੰਮ ਕਰ ਚੱਲਦਾ ਉੱਦਾਂ ਚਾਹੁੰਦੇ ਆ। ਨਾ, ਬੜੇ ਸਰਕਾਰੀ ਡਾਕਟਰ ਹੁੰਦੇ ਆ ਜਿਨ੍ਹਾਂ ਸਰਕਾਰੀ ਡਾਕਟਰਾਂ ਦੇ ਬਾਰੇ ਪ੍ਰਸਿੱਧ ਹੁੰਦਾ ਕਿ ਭਾਈ ਉਸ ਹਸਪਤਾਲ ਦੇ ਵਿੱਚ ਅਕਸਰ ਅਸੀਂ ਪਿੰਡਾਂ ਦੀਆਂ ਬੀਬੀਆਂ ਸੁਣਦੇ ਹਾਂ, ਉਹ ਡਾਕਟਰ ਬਹੁਤ ਚੰਗਾ, ਉਹ ਮੈਨੂੰ ਇਹ ਪੁੱਛਦਾ ਹੁੰਦਾ, ਬੀਬੀ ਠੀਕ ਆ, ਬੀਬੀ ਕਿੱਦਾਂ, ਫਿਰ ਕੋਈ ਗੱਲ ਨਹੀਂ ਦਵਾਈ ਦਾ ਪ੍ਰਬੰਧ ਕਰਦੇ, ਤੂੰ ਬਹਿ ਜਾ ਇੱਥੇ, ਬੀਬੀ ਕੋਈ ਗੱਲ ਨਹੀਂ, ਤੇਰਾ ਟੈਂਪੂ ਮੈਨੂੰ ਪਤਾ, ਬੱਸ ਤੇਰੀ 2 ਵਜੇ ਆਉਣੀ ਆ, 12 ਵਜੇ ਆ, ਲੈ ਕੁਰਸੀ ਬਹਿ, ਤੂੰ ਇੱਥੇ ਖੂੰਜੇ, ਮੈਂ ਜਦ ਤੱਕ ਮਰੀਜ਼ ਦੇਖਦਾ। ਅਕਸਰ ਗੱਲਾਂ ਚੱਲਦੀਆਂ ਹੁੰਦੀਆਂ, ਉਹ ਪਟਵਾਰੀ ਬਹੁਤ ਚੰਗਾ। ਇਸ ਵੇਲੇ ਇੱਕ ਗੱਲ ਬਹੁਤ ਖਿਆਲ ਰੱਖ ਕੇ ਚੱਲਣ ਦੀ ਲੋੜ ਹੈ ਕਿ ਪਹਿਲੀ ਗੱਲ, ਜੇ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਜਾਣ ਤੋਂ ਬਾਅਦ ਪਹਾੜਾਂ ਤੇ ਨਹੀਂ ਗਏ ਛੁੱਟੀਆਂ ਕੱਟਣ ਤਾਂ ਚੰਗਾ। ਜੇ ਉਹਨਾਂ ਨੇ ਦਿੱਲੀ ਵੱਲ ਨੂੰ ਦੌਰੇ ਨਹੀਂ ਕੀਤੇ ਕਿ ਸਾਨੂੰ ਮੰਤਰੀ ਬਣਾਓ, ਜਾ ਕੇ ਪ੍ਰੈਸ਼ਰ ਗਰੁੱਪ ਕ੍ਰੀਏਟ ਨਹੀਂ ਕੀਤਾ ਤਾਂ ਚੰਗਾ। ਜੇ ਉਹ ਆਪਣੇ ਮੁੱਖ ਮੰਤਰੀ ਦੇ ਆਲੇ ਦੁਆਲੇ ਗੇੜੇ ਨਹੀਂ ਮਾਰ ਰਿਹਾ ਤਾਂ ਬਹੁਤ ਵਧੀਆ। ਪਰ ਇਹ ਜ਼ਰੂਰ ਚੇਤੇ ਰੱਖਣਾ ਚਾਹੀਦਾ ਕਿ ਅਜੇ ਆਪਣੇ ਅਧਿਕਾਰ ਖੇਤਰ 'ਚ ਨਹੀਂ। ਦੂਸਰੀ ਗੱਲ, ਕੋਈ ਗੱਲ ਨਹੀਂ ਜੇ ਅਧਿਕਾਰ ਖੇਤਰ 'ਚ ਨਹੀਂ, ਜੇ ਕਿਤੇ ਜਾਣਾ, ਖੁਦ ਵਿਰੋਧੀ ਧਿਰਾਂ ਪੰਜਾਬ 'ਚ ਕਹਿੰਦੀਆਂ ਰਹੀਆਂ ਕਿ ਭਾਈ ਸਰਕਾਰੀ ਦਫ਼ਤਰਾਂ 'ਚ ਨਫਰੀ ਥੋੜ੍ਹੀ ਹੈ। ਖੁਦ ਉਹ ਕਹਿੰਦੇ ਰਹੇ ਜੀ ਕੰਮਕਾਰ ਚੰਗੇ ਤਰੀਕੇ ਚੱਲਦਾ ਨਹੀਂ, ਸਰਕਾਰ ਫੰਡ ਨਹੀਂ ਦਿੰਦੀ। ਹਾਂ, ਤੁਸੀਂ ਜੀ ਸਦਕੇ ਜਾਓ, ਬਹੁਤ ਸਾਰੇ ਸਾਡੇ ਕੋਲ ਇਤਰਾਜ਼ ਆਏ ਜੀ, ਤੰਗੀ ਆ ਸਾਨੂੰ। ਤੁਸੀਂ ਜੀ ਸਦਕੇ ਜਾਓ, ਪਹਿਲਾਂ ਜਾ ਕੇ ਸਤਿ ਸ੍ਰੀ ਅਕਾਲ ਬੁਲਾਓ, ਨੁਕਸ ਨਹੀਂ ਕੱਢਣੇ। ਪਹਿਲਾਂ ਪੁੱਛਣਾ, ਭੈਣ ਜੀ ਅਧਿਆਪਕਾ ਜਿਹੜੇ ਹੁੰਦੇ, ਬੀਬੀ ਜੀ, ਭੈਣ ਜੀ ਠੀਕ ਹੋ? ਪਟਵਾਰੀ ਸਾਹਿਬ ਨੂੰ ਵੀ ਪੁੱਛਣਾ ਜਾ ਕੇ, ਪਟਵਾਰੀ ਸਾਹਿਬ ਠੀਕ ਹੋ? ਸਾਰੇ ਡਾਕਟਰ ਸਾਹਿਬ ਨੂੰ ਪੁੱਛਣਾ, ਡਾਕਟਰ ਸਾਹਿਬ ਰੱਬ ਦਾ ਦੂਜਾ ਰੂਪ ਹੋ, ਠੀਕ ਹੋ? ਫਿਰ ਇਹ ਪੁੱਛਣਾ ਜੀ ਦੱਸੋ ਤੁਹਾਨੂੰ ਸਰਕਾਰ ਵਾਲੇ ਪਾਸਿਓਂ ਅਸਾਮੀਆਂ ਪੂਰੀਆਂ, ਫੰਡ ਸਫਾਈ ਦੇ ਪੂਰੇ ਮਿਲਦੇ ਆ? ਜੇ ਸਫਾਈ ਸੇਵਕ ਜਿੰਨੇ ਕੁ ਚਾਹੀਦੇ ਆ, ਕੀ ਸਫਾਈ ਸੇਵਕ ਪੂਰੇ ਨੇ? ਉਹਦੇ ਤੋਂ ਬਾਅਦ ਜੇ ਤਾਂ ਉਹ ਕਹਿਣ ਨਹੀਂ ਜੀ ਅਸਾਮੀਆਂ ਭਰੀਆਂ,
ਨਹੀਂ ਜੀ ਫੰਡਾਂ ਦੀ ਕੋਈ ਘਾਟ ਨਹੀਂ, ਨਹੀਂ ਜੀ ਸਾਰਾ ਕੁਝ ਠੀਕ ਹੈ। ਜੇ ਮੰਨ ਲਓ ਕੋਈ ਡਾਕਟਰ 15 ਮਿੰਟ ਲੇਟ ਆਇਆ ਜਾਂ ਟੀਚਰ 15 ਮਿੰਟ ਲੇਟ ਆਇਆ, ਤੁਹਾਡੇ ਬੈਠਿਆਂ ਤੇ ਆ ਗਿਆ, ਉਹਨਾਂ ਨੂੰ ਪੁੱਛੋ ਜੀ ਠੀਕ ਆ, ਰਾਹ ਦੇ ਵਿੱਚ ਠੀਕ ਰਿਹਾ ਸਾਰਾ ਕੁਝ, ਸਿਹਤ ਠੀਕ ਆ, ਨਿਆਣੇ ਨਿੱਕੇ ਘਰੇ ਠੀਕ ਨੇ, ਉਹਦੇ ਤੋਂ ਬਾਅਦ ਦਬਕੇ ਨਹੀਂ ਮਾਰਨ ਦੀ ਲੋੜ, ਉਹਨੂੰ ਇੱਕ ਵਾਰੀ ਕਹੋ ਕਿ ਠੀਕ ਹੈ ਜੀ, ਜੇ ਸਾਰਾ ਕੁਝ ਠੀਕ ਸੀ ਤਾਂ ਤੁਸੀਂ ਠੀਕ ਸਮੇਂ ਤੇ ਆਉਣਾ ਸੀ। ਆਪਾਂ ਤਾਂ ਰਲ ਮਿਲ ਕੇ ਤੁਸੀਂ ਸਕੂਲ ਚਲਾਉਣਾ, ਕਿਉਂਕਿ ਉਹਨਾਂ ਨੇ ਜਿਹੜਾ ਕੰਮ ਕਰਨਾ ਆਪਾਂ ਮਾਹੌਲ ਦੇਣਾ। ਪਿਛਲਾ ਕੰਮ ਇਦਾਂ ਨਹੀਂ ਕਹਿਣ ਦੀ ਲੋੜ ਅੱਜ ਤੱਕ ਤੁਸੀਂ ਜਿਹੜੇ ਟੇਢੇ ਮੱਢੇ ਤੁਰੇ ਫਿਰਦੇ ਹੀ ਐਂ ਕਰ ਦਿਆਂਗੇ ਨਾ, ਕਿਉਂਕਿ ਪੰਜਾਬ ਨੂੰ ਚਲਾਉਣ ਦੇ ਲਈ ਸਾਨੂੰ ਉਹਨਾਂ ਦੀ ਵੀ ਲੋੜ ਹੈ। ਤੇ ਉਹਨਾਂ ਨੂੰ ਐਂ ਲੱਗੇ ਨਹੀਂ ਯਾਰ ਇਹ ਸਾਨੂੰ ਸੁਧਰਨ ਦਾ ਮੌਕਾ ਦਿੰਦੇ ਆ, ਆਪਾਂ ਹੁਣ ਇਦਾਂ ਨਹੀਂ ਕਰਨੀ। ਜੇ ਐਮਐਲਏ ਸਾਹਿਬ ਆ ਕੇ ਬੈਠੇ, ਜਾਣੀ ਫਰਕ ਨਾ ਪਵੇ, ਡਿਸਟੈਂਸ ਕ੍ਰੀਏਟ ਨਾ ਹੋਵੇ, ਉਹਨਾਂ ਦੇ ਨਾਲ ਇੱਕ ਤਰ੍ਹਾਂ ਦਾ ਆਪਣਾਪਣ ਜਿਹੜਾ ਉਹ ਕਰਨ ਦੀ ਲੋੜ ਹੈ। ਊਂਕਾ ਲੋਕਾਂ ਵਿੱਚ ਜ਼ਰੂਰੀ ਆ। ਦੇਖੋ ਹੋ ਕੀ ਰਿਹਾ ਜੀ, ਜਦੋਂ ਇਹ ਗੱਲ ਚੱਲੀ ਸੀ, ਚਰਚਾ ਚੱਲੀ ਵੀ 70 ਸਾਲ ਹੋ ਗਏ ਜੀ ਦੇਸ਼ 'ਚ ਕੁਛ ਨਹੀਂ ਹੋਇਆ, ਜੀ 70 ਸਾਲ ਹੋ ਗਏ ਜੀ ਪੰਜਾਬ 'ਚ ਕੁਛ ਨਹੀਂ ਹੋਇਆ ਜੀ। ਆਪਾਂ ਐਂ ਮੰਨ ਲੈਂਦੇ ਵੀ ਚਲੋ ਅੱਜ ਇੱਕੋ ਬੱਸ ਆ ਜਿਹੜੀ 70 ਸਾਲ ਪੁਰਾਣੀ ਹੈ ਜੀ। ਹੁਣ 70 ਸਾਲ ਪੁਰਾਣੀ ਬੱਸ ਹੈ ਤੇ ਸਰਕਾਰ ਦੀ ਨਾ। ਹੁਣ ਜੇ ਉੱਥੇ ਤੁਸੀਂ ਆਖੋ ਵੀ ਇਹ ਜੀ ਲੋਕ ਤੰਗ ਨੇ ਜੀ, ਇਹ ਬੱਸ ਚੱਲਦੀ ਨਹੀਂ, ਤੇ ਆਪਾਂ ਅਚਾਨਕ ਬੱਸ ਦੀ ਤਾਕੀ ਖੋਲ ਕੇ ਦਗੜ ਕਰਕੇ ਵਿੱਚ ਚੜੀਏ ਤੇ ਜਾਂਦੇ ਆਖਿਆ ਡਰਾਈਵਰ ਸਾਹਿਬ ਕੀ ਕਰਦੇ ਤੁਸੀਂ, ਬੱਸ ਕਿਉਂ ਨਹੀਂ ਤੋਰਦੇ? ਹੋ ਸਕਦਾ ਡਰਾਈਵਰ ਸਾਹਿਬ ਆਖਣ ਵੀ ਮੈਂ ਤੇ ਬੈਠਾ ਜੀ ਸਟੀਅਰਿੰਗ ਤੇ, ਹੁਣ ਮੈਂ ਤੋਰ ਤਾਂ ਨਹੀਂ ਰਿਹਾ ਵੀ ਜੋ ਤੁਸੀਂ ਟਾਇਰ ਨਹੀਂ ਦੇਖੇ ਮਹਾਰਾਜ ਉਹ ਤੇ ਪੈਂਚਰ ਆ। ਤੁਸੀਂ ਗੱਲ ਕਰਦੇ ਹੋ ਵੀ ਮਹਾਰਾਜ ਇਹਨੂੰ ਤੋਰਦਾ ਕੋਈ ਨਹੀਂ, ਹਨੇਰਾ ਵੀ ਸਾਨੂੰ ਕਿਤੇ ਰਾਹ 'ਚ ਆਉਂਦਾ, ਬੱਤੀਆਂ ਨਹੀਂ ਜਗਦੀਆਂ ਮਾਲਕੋ। ਤੁਸੀਂ ਇਹ ਵੀ ਕਹਿੰਦੇ ਹੋ ਵੀ ਹਾਂ ਇਹਨੂੰ ਤੋਰ ਲਈਏ, ਆਹ ਦੇਖੋ ਇਹਨੂੰ ਕਹਿੰਦੇ ਮੀਟਰ, ਜਿਹਨੇ ਦੱਸਣਾ ਇਹ ਤੇਲ, ਉਹ ਹੈ ਨਹੀਂ ਗਾ ਮਾਲਕੋ ਜੀ, ਮੈਂ ਕਿੱਥੋਂ ਚਲਾ ਦਿਆਂ। ਸਭ ਤੋਂ ਵੱਡੀ ਗੱਲ ਵੀ ਮੈਂ ਚਲਾऊं ਤਾਂ ਜੇ ਕੋਈ ਸੀਟੀ ਮਾਰਨ ਵਾਲਾ ਨਾਲ ਹੋਵੇ ਜੀ। ਕੰਡਕਟਰ ਸਾਹਿਬ ਤੁਹਾਨੂੰ ਕਿਤੇ ਦੇ, ਇਹ ਮੇਰੇ 'ਚ ਇੱਕ ਉਦਾਹਰਨ ਦਿੱਤੀ ਵੀ ਜੇ ਆਪਾਂ ਸਿਸਟਮ ਦੀ ਗੱਲ ਕਰਦੇ ਹਾਂ, ਉਹ ਕਿਸੇ ਵੀ ਮਹਿਕਮੇ ਦੀ ਮੰਨ ਲਓ ਇੱਕ ਬੱਸ ਹੈ, ਚੱਲੂ ਤਾਂ ਜੇ 'ਚੋਂ ਸਾਰੀਆਂ ਚੀਜ਼ਾਂ ਪੂਰੀਆਂ। ਹੁਣ ਜੇ ਪਿਛਲੇ ਸਮੇਂ 'ਚ ਪੂਰੀਆਂ ਨਹੀਂ ਸੀ ਤੇ ਐਤਕੀ ਆਪਾਂ ਪਹਿਲਾਂ ਕਰ ਲਈਏ, ਚੰਗਾ ਹੁੰਦਾ। ਆਪਾਂ ਮੇਰਾ ਖਿਆਲ 3-4 ਦਿਨ ਹੋ ਗਏ ਆਪਾਂ ਲਗਾਤਾਰ ਇਹੀ ਕਹਿੰਦੇ ਹਾਂ ਵੀ ਜਾਂਦਿਆਂ ਉਹਨਾਂ ਨੂੰ ਕਹੋ ਵੀ ਵੀਰ ਮੇਰੇ ਉਹ ਤਕੜੇ ਹੋ ਜੋ, ਆਪਾਂ ਹੁਣ ਰਲ ਕੇ ਕਰਨਾ। ਤੁਸੀਂ ਇਹ ਚਿੰਤਾ ਨਾ ਕਰੋ ਤੁਹਾਡੀ ਕਿਸੇ ਨੇ ਬਦਲੀ ਦੂਰ ਕਰ ਦੇਣੀ ਹੈ, ਤੁਸੀਂ ਇਹ ਚਿੰਤਾ ਨਾ ਕਰੋ ਤੁਹਾਡੀ ਤਨਖਾਹ ਲੇਟ ਹੋ ਜਾਣੀ, ਇਹ ਨਾ ਚਿੰਤਾ ਕਰਿਓ ਤੁਹਾਨੂੰ ਭੱਤਾ ਨਹੀਂ ਮਿਲਣਾ, ਇਹ ਨਾ ਚਿੰਤਾ ਕਰਿਓ ਵੀ ਜਿਹੜਾ ਵੀ ਉਹ 5ਵਾਂ 6ਵਾਂ 7ਵਾਂ 8ਵਾਂ ਜਿੰਨਵਾਂ ਵੀ ਪੇ ਕਮਿਸ਼ਨ ਚਾਹੀਦਾ ਉਹਦੇ ਹਿਸਾਬ ਨਾਲ ਤੁਹਾਨੂੰ ਤਨਖਾਹ ਘੱਟ ਮਿਲਦੀ। ਤੇ ਸਭ ਤੋਂ ਵੱਡੀ ਗੱਲ ਇਹ ਵੀ ਜੇ ਤੁਹਾਨੂੰ ਐਂ ਲੱਗਦਾ ਵੀ ਯਾਰ ਕਮਰੇ 10 ਬਣਿਆ, ਡੈਸਕ ਇਹਦੇ ਵਿੱਚ 20 ਨੇ ਤੇ ਮੁਲਾਜ਼ਮ ਇੱਥੇ 4 ਨੇ, ਮਹਾਰਾਜ 8 ਆਪਾਂ ਠੇਕੇ ਤੇ ਰੱਖੇ ਨਾ, ਜਿੰਨੇ ਚਾਹੀਦੇ ਆਪਾਂ ਸਾਰਾ ਕੁਝ ਦਿਆਂਗੇ ਤਾਂ ਜੋ ਲੋਕ ਜਿਹੜੇ ਨੇ ਉਹਨਾਂ ਨੂੰ ਲੱਗੇ ਵੀ ਯਾਰ ਆਹ ਸਾਡਾ ਦਫ਼ਤਰ ਹੈ, ਇੱਥੇ ਅਸੀਂ ਆਹ ਕੰਮ ਕਰ। ਇਹ ਜਿਹੜੀ ਸਭ ਤੋਂ ਵੱਡੀ ਗੱਲ ਹੋ ਸਕਦਾ ਆਪਾਂ ਨੂੰ ਬੰਦਾ ਆ ਕੇ ਵੀ ਯਾਰ ਤੁਸੀਂ ਇਸ ਐਂਗਲ ਤੋਂ ਗੱਲ ਕਰਦੇ, ਪਰ ਕਰਨੀ ਬਣਦੀ ਹੈ, ਕਿਉਂਕਿ ਇਸ ਤੋਂ ਪਹਿਲਾਂ ਗੱਲ ਵਿਗੜ ਜਾਵੇ ਫਿਰ ਕੰਮ ਰਹਿ ਜਾਣਾ। ਜੇ ਮੰਨ ਲਓ 10 ਅਸਾਮੀਆਂ ਬੰਦੇ 4 ਨੇ, ਜੇ 10 ਸਰਕਾਰ ਨੇ ਬਣਾਈਆਂ ਸੀ ਤੇ ਉਹ ਉਦੋਂ ਬਣਾਈਆਂ ਸੀ ਜਦੋਂ ਪੰਜਾਬ ਦੀ ਆਬਾਦੀ ਦੇਖ ਲਓ ਕਿੰਨੀ ਸੀ, ਉਦੋਂ ਬਾਅਦ ਜ਼ਿਲ੍ਹੇ ਤਹਿਸੀਲਾਂ ਆਬਾਦੀ ਸਭ ਕੁਝ ਵੱਧ ਗਿਆ। ਉਹ ਤਾਂ ਸਗੋਂ 10 ਦੀ ਬਜਾਏ 15 ਹੋਣੀਆਂ ਚਾਹੀਦੀਆਂ ਸੀ, ਤੇ 15 ਵਾਲਾ ਕੰਮ ਬੰਦੇ 4 ਕਰ ਰਹੇ ਨੇ, ਪ੍ਰੈਸ਼ਰ ਕਿੰਨਾ ਹੋਊਗਾ ਉਹ ਚੈੱਕ ਕਰਨਾ ਚਾਹੀਦਾ। ਸੰਧਾਲੀਆ ਸਾਹਿਬ ਤੁਹਾਡੀ ਗੱਲ ਠੀਕ ਹੈ। ਦੇਖੋ ਇੱਕ ਗੱਲ ਤਾਂ ਮੰਨ ਕੇ ਚੱਲਣਾ ਪਊਗਾ ਨਾ ਕਿ ਕਈ ਬੰਦੇ ਨੇ ਜਿਹੜੇ ਕੰਮ ਨਹੀਂ ਕਰਦੇ, ਡੱਖਾ ਨਹੀਂ ਤੋੜਦੇ, ਸਾਰਿਆਂ ਨੂੰ ਪਤਾ ਹੁੰਦਾ, ਜਾਂ ਕਿਸੇ ਦੇ ਕਹਿਣ ਕਹਾਉਣ ਤੇ ਕੰਮ ਕਰਦੇ ਜਾਂ ਰੁਪਈਏ ਲੈ ਕੇ ਕੰਮ ਕਰਦੇ ਆ, ਕਿਉਂਕਿ ਪਹਿਲਾ ਚਾਂਸ ਆ ਜਾ ਕੇ ਬਹਿ ਜਾਣਾ ਹੀ ਕੁਰਸੀ ਤੇ, ਉਹਨਾਂ ਨੇ ਪੁੱਛਣਾ ਜੀ ਤੁਸੀਂ ਤਾਂ ਚੰਗੇ ਬੜੇ ਹੋ। ਲੋਕ 20 ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਆ, ਪਰ ਮੈਂ ਨਹੀਂ ਮੰਨਦਾ। ਲੋਕ ਐਵੇਂ ਕਹੀ ਜਾਂਦੇ ਹੁੰਦੇ ਆ, ਸ਼ਿਕਾਇਤਾਂ ਕਰਦੇ ਹੁੰਦੇ ਆ, ਪਰ ਮੈਂ ਨਹੀਂ ਮੰਨਦਾ। ਲੋਕ ਕਹਿੰਦੇ ਆ ਕਿ ਰੁਪਈਏ ਚੱਲਦੇ ਆ, ਕੋਈ ਲੇਟ ਆਉਂਦਾ ਹੈ, ਕੋਈ ਪੀ ਕੇ ਆਉਂਦਾ ਹੈ, ਕੋਈ ਖਾ ਕੇ ਆਉਂਦਾ ਹੈ, ਕੋਈ ਪਹਿਲਾਂ ਚੱਲ ਜਾਂਦਾ, ਪਰ ਮੈਂ ਮੰਨਦਾ ਹੀ ਨਹੀਂ। ਜਦ ਤੁਸੀਂ ਆਉਂਦੇ ਹੀ ਨਹੀਂ ਲੇਟ, ਜਾਣੀ ਸਤਿਕਾਰ ਵੀ ਕਰਨਾ, ਅਗਲਿਆਂ ਨੂੰ ਦੱਸ ਵੀ ਆਉਣਾ ਕਿ ਲੋਕ ਸ਼ਿਕਾਇਤਾਂ ਕਰਦੇ ਆ, ਭਾਈ ਹੁਣ ਸਿੱਧੇ ਹੋ ਜਾਓ। ਤੇ ਜੇ ਇਹ ਵੀ ਗੱਲ ਹੈ ਸੰਧਾਲੀਆ ਸਾਹਿਬ ਕਿ ਜੇ ਇਸੇ ਕਰਕੇ ਵਿਰੋਧ ਹੋਈ ਆ ਭਾਈ ਆ ਨਹੀਂ ਸਕਦੇ, ਜਾ ਨਹੀਂ ਸਕਦੇ, ਇੰਟਰਫੇਰੈਂਸ ਕਿਉਂ ਕਰਦੇ ਆ, ਇੱਦਾਂ ਨਹੀਂ, ਕਿਉਂਕਿ ਪਹਿਲੇ ਨਹੀਂ ਸੀ ਕਰਦੇ ਦਖਲ ਅੰਦਾਜ਼ੀ, ਤੇ ਆਪਾਂ ਨੂੰ ਪਤਾ ਹੀ ਆ ਪ੍ਰਬੰਧ ਕਿੱਧਰਲੇ ਪਾਸੇ ਨੂੰ ਗਏ ਨੇ। ਥੋੜੀ ਬਹੁਤ ਹਿਲਜੁਲ ਤਾਂ ਹੋਣੀ ਹੈ, ਪਰ ਹਾਂ ਕੋਈ ਬੰਦਾ ਜੇ ਉਹਨੂੰ ਹੈਲਥ ਸਿਸਟਮ ਦਾ ਨਹੀਂ ਪਤਾ ਤਾਂ ਪਹਿਲਾਂ ਜਾ ਕੇ ਦਬਕਾ ਨਹੀਂ ਮਾਰਨਾ, ਪਤਾ ਕਰਨਾ। ਜੇ ਐਜੂਕੇਸ਼ਨ ਸਿਸਟਮ ਦਾ ਨਹੀਂ ਪਤਾ, ਜੇ ਮਾਲ ਮਹਿਕਮੇ ਦਾ ਨਹੀਂ ਪਤਾ, ਨਹਿਰੀ ਵਿਭਾਗ ਦਾ ਨਹੀਂ ਪਤਾ, ਫਿਰ ਪਹਿਲਾਂ ਜਾ ਕੇ ਪਤਾ ਕਰਨਾ, ਜਾਂਦੇ ਹੀ ਦਬਕਾ ਨਹੀਂ ਮਾਰਨਾ ਕਿ ਚੱਕ ਲਓ, ਕਿਉਂਕਿ ਐਮਐਲਏ ਤਾਂ ਥਾਣੇਦਾਰ 'ਚ ਫਰਕ ਹੁੰਦਾ। ਹਾਂ ਤੁਸੀਂ ਸਰਗਰਮੀ ਕੀਤੀ ਹੈ, ਸਾਰਾ ਪੰਜਾਬ ਗਰਮ ਹੋਇਆ ਫਿਰਦਾ ਹੀ ਕਿ ਭਾਈ ਆ ਦੇਖੋ ਜਿਹੜੇ ਬੰਦੇ ਅੱਗੇ ਲੇਟ ਵੀ ਆਉਂਦੇ ਸੀ ਵੇਲੇ ਸਿਰਾ, ਪਰ ਕਿਤੇ ਇਹ ਨਾ ਹੋਵੇ ਜਿਹੜੇ ਬੰਦੇ ਪਹਿਲਾਂ ਹੀ ਵਧੀਆ ਕੰਮ ਕਰਦੇ ਸੀ। ਕਈ ਟੀਚਰ ਨੇ ਪੱਲਿਓਂ ਪੈਸੇ ਦੇ ਕੇ ਸਫਾਈ ਕਰਾਉਂਦੇ ਆ, ਟੀਚਰ ਨੇ ਉਹ ਪੱਲਿਓਂ ਪੈਸੇ ਖਰਚ ਕੇ ਨਿਆਣਿਆਂ ਨੂੰ ਖਿਡਾਉਣ ਲਿਜਾਂਦੇ ਆ, ਟੀਚਰ ਨੇ ਪੱਲਿਓਂ ਪੈਸੇ ਖਰਚ ਕੇ ਨਿਆਣਿਆਂ ਨੂੰ ਕਾਪੀਆਂ ਲਿਆ ਦਿੰਦੇ ਆ। ਇਹ ਨਾ ਹੋਵੇ ਕਿ ਜਿਹੜਾ ਕੰਮ ਕਰਦਾ ਜਿਹਨੇ ਤੁਹਾਡੇ ਖੁਸ਼ੀ ਮਨਾਈ ਹੋਵੇ ਕਿ ਭਾਈ ਚਲੋ ਆਪਾਂ ਸਰਕਾਰੀ ਤੰਤਰ ਉੱਪਰ ਲੈ ਕੇ ਜਾਣਾ, ਤੁਸੀਂ ਉਹਦੀ ਧੌਣ ਤੇ ਗੋਡਾ ਰੱਖ ਦਿਓ, ਫਿਰ ਗੱਲ ਦੂਜੇ ਪਾਸੇ ਚਲੀ ਜਾਊ। ਹਾਂ ਮਤਲਬ ਕਹਿਣ ਤੋਂ ਇਹ ਆ ਵੀ ਉਹ ਵਾਲੀਆਂ ਜਿਹੜੀਆਂ ਕਹਿ ਲਓ ਕਿ ਵੀ ਚੋਰ ਮੋਰੀਆਂ ਨੇ ਜਿਨ੍ਹਾਂ ਤੋਂ ਪਾਣੀ ਲੀਕ ਹੁੰਦਾ ਸੀ, ਜਿਹਦਾ ਕਰਕੇ ਸਿਸਟਮ ਠੀਕ ਨਹੀਂ ਸੀ ਚੱਲਦਾ, ਉਹਨਾਂ ਨੂੰ ਜੋੜ ਲਾਉਣ ਦੀ ਲੋੜ ਆ। ਐਂਡ ਉਹ ਜੋੜ ਤੁਸੀਂ ਲਾਉਂਦੇ 1.5, 2, 3 ਮਹੀਨੇ ਵੀ ਲਾ ਦਿਓ ਤੇ ਉਸ ਤੋਂ ਬਾਅਦ
ਜਿਹੜੇ ਮਹਿਕਮੇ ਵਾਲੇ ਨੇ ਉਹ ਵੀ ਖੁਸ਼ ਹੋ ਜਾਣ ਤੇ ਲੋਕ ਵੀ ਖੁਸ਼ ਹੋਣ, ਉਹਦੇ 'ਚ ਫਾਇਦਾ। ਇਹ ਨਹੀਂ ਵੀ ਅੱਜ ਤੋਂ 2 2.5 3 ਮਹੀਨੇ ਬਾਅਦ ਅਗਲਾ ਆਖਣ ਜੀ ਅੱਜ ਅਸੀਂ ਮਟਕਾ ਚੌਂਕ ਜਾਂ ਤੇ ਅੱਜ ਅਸੀਂ ਫਲਾਨੇ ਚੌਂਕ ਜਾਂ ਤੇ ਜਿੰਦਾਬਾਦ ਮੁਰਦਾਬਾਦ ਹੁੰਦੀ ਫਿਰ ਉਹਦਾ ਕੋਈ ਫਾਇਦਾ ਨਹੀਂ। ਵੈਸੇ ਇੱਕ ਗੱਲ ਆ, ਇਹ ਚੀਜ਼ਾਂ ਹੌਲੀ ਹੌਲੀ ਨਜ਼ਰ ਵੀ ਆਉਣ ਲੱਗ ਪਈਆਂ। ਜੀਵਨਜੋਤ ਕੌਰ ਹੋਈ ਜਿਨ੍ਹਾਂ ਨੇ ਸਿੱਧੂ ਸਾਹਿਬ ਤੇ ਮਜੀਠੀਆ ਸਾਹਿਬ ਨੂੰ ਸ਼ਿਕਸਤ ਦਿੱਤੀ ਹੈ, ਉਹ ਪਹਿਲਾਂ ਹਸਪੀਟਲ 'ਚ ਗਏ ਤੇ ਉਹ ਕਹਿੰਦੇ ਵੀ ਮੈਂ ਉੱਥੇ ਜਾ ਕੇ ਜਦੋਂ ਉਹਨਾਂ ਵਾਲੀਆਂ ਮੁਸ਼ਕਲਾਂ ਸੁਣੀਆਂ, ਉਹ ਕਹਿੰਦੇ ਵੀ ਦੇਖੋ ਕਾਰਨ ਹੈ ਵੀ ਉਹਨਾਂ ਦੀਆਂ ਮੁਸ਼ਕਲਾਂ ਵੀ ਕਿਤੇ ਨਾ ਕਿਤੇ ਹੁਣ ਸਮਝ ਆਉਂਦੀਆਂ ਨੇ ਵੀ ਜਿਹੜੀ ਪਬਲਿਕ ਆ ਉਹ ਜਦੋਂ ਇੱਕ ਪਾਸੇ ਖੜੀ ਹੁੰਦੀ ਫਿਰ ਤੋਂ ਕਹਿੰਦੇ ਵੀ ਪਬਲਿਕ ਪ੍ਰਾਪਰਟੀ ਆ, ਤੈਨੂੰ ਪਤਾ ਤੂੰ ਪਬਲਿਕ ਸਰਵੈਂਟ ਹੈ। ਉਹ ਕਹਿੰਦੇ ਠੀਕ ਹੈ ਜੀ, ਮੰਨ ਲਈ ਗੱਲ ਤੁਹਾਡੀ, ਪਰ ਪਬਲਿਕ ਦੀ ਵੀ ਤੇ ਕੋਈ ਨਾ ਕੋਈ ਜ਼ਿੰਮੇਵਾਰੀ ਬਣਦੀ ਹੋਊਗੀ ਨਾ ਉੱਥੇ ਜਾ ਕੇ। ਇੱਕ ਬੜੀ ਨਿੱਕੀ ਜਿਹੀ ਉਦਾਹਰਨ ਉਹਨਾਂ ਦਿੱਤੀ, ਉਹ ਕਹਿੰਦੇ ਵੀ ਦੇਖੋ ਹੁਣ ਮੰਨ ਲਓ ਇੱਕ ਮਹਿਕਮੇ ਨੇ ਆਖਿਆ ਜੀ ਆ ਲਓ ਜਿੱਥੇ ਸਿੰਕ ਲੱਗਾ ਜੀ, ਹੈ ਨਾ ਜੀ, ਉਹ ਕਹਿੰਦੇ ਵੀ ਨਿੱਕਾ ਜਿਹਨੂੰ ਵੱਡਾ ਕਰ ਦਿਓ, ਕਹਿੰਦੇ ਕੀਤਾ ਸੀ ਜੀ ਵੱਡਾ, ਫਿਰ ਕੀ ਹੋਇਆ? ਉਹ ਕਹਿੰਦੇ ਮਹਾਰਾਜ ਅਸੀਂ ਤਾਂ ਕਿੰਨੀ ਨੇ ਲਿਖ ਕੇ ਵੀ ਲਾਇਆ ਵੀ ਇਹਦੇ 'ਚ ਭਾਂਡੇ ਭੂੰਡੇ ਜਾਂ ਉਹੋ ਜਿਹੀਆਂ ਚੀਜ਼ਾਂ ਨਾ ਧੋ, ਮਹਾਰਾਜ ਜੇ ਬਲੌਕ ਹੋ ਜਾਂਦਾ ਮੁੜ ਕੇ ਨਹੀਂ ਬੰਦਾ ਸਾਡੇ ਕੋਲ ਆਉਂਦਾ, ਅਸੀਂ ਕੀ ਕਰੀਏ ਦੱਸੋ। ਹੁਣ ਅਗਲਾ ਬੰਦਾ ਵੀ ਪਬਲਿਕ ਪ੍ਰਾਪਰਟੀ ਆ ਵੀਰ, ਮੈਂ ਇਹਦੇ 'ਚ ਖਿਲਾਰੂ ਗੋਭੀ, ਤੁਸੀਂ ਹੁਣ ਬਾਅਦ 'ਚ ਤਾਰਾਂ ਮਾਰ ਕੇ ਕੱਢ ਦੇ। ਫਿਰ ਪੱਤੀਆਂ ਜਦੋਂ ਮਾਰੀ ਨਾ ਪੂਣੀ ਪੁੱਠੀ ਕਰਕੇ ਉਹ ਚਪੜਕ ਫੜਕ ਵਿੱਚੇ ਲੈਚੀਆਂ ਤੁਰੀਆਂ ਫਿਰਦੀਆਂ। ਉਹ ਜਿਹੜੀ ਚੀਜ਼ ਦੇਖੋ ਹੁਣ ਆਪਾਂ ਇਹ ਵੀ ਇੱਕ ਐਂਗਲ ਆ ਵੀ ਹੁਣ ਜੇ ਮੰਨ ਲਓ ਵੀ ਪਬਲਿਕ ਪ੍ਰਾਪਰਟੀ ਹੈ ਤਾਂ ਪਬਲਿਕ ਪ੍ਰਾਪਰਟੀ ਨੂੰ ਆਪਾਂ ਨੂੰ ਉਦਾਂ ਡੀਲ ਕਰਨਾ ਪਊਗਾ ਜਿੱਦਾਂ ਆਪਾਂ ਆਪਣੇ ਘਰ ਨੂੰ ਕਰਦੇ ਹਾਂ ਜੀ। ਵੀ ਜੇ ਆਪਾਂ ਆਪਣੇ ਘਰੇ ਖਿਆਲ ਰੱਖਦੇ ਹਾਂ ਵੀ ਭਾਈ ਇਸ ਚੀਜ਼ ਦਾ ਨੁਕਸ ਹੁੰਦਾ ਕਿ ਨਹੀਂ, ਜਾਂ ਨਿਆਣਾ ਆਪਣਾ ਮੈਂ ਨਾ ਤੇਰੇ ਗਿੱਟੇ ਤੋੜ ਦੇਣੇ, ਸ਼ੀਸ਼ਾ ਟੁੱਟ ਜਾਣੇ ਹੁਣੇ ਟੀਵੀ ਤੋਂ ਇਧਰੋਂ, ਉੱਥੇ ਆਪਾਂ ਨੂੰ ਫਿਕਰ ਹੁੰਦਾ। ਤੇ ਜਿੱਥੇ ਆਪਾਂ ਕਹਿੰਦੇ ਵੀ ਇਹ ਹੁਣ ਪਬਲਿਕ ਪ੍ਰਾਪਰਟੀ, ਉੱਥੇ ਜਾ ਕੇ ਵੀ ਥੋੜਾ ਜਿਹਾ ਬਿਹੇਵ ਕਰਨਾ ਪਊਗਾ ਵੀ ਨਹੀਂ ਯਾਰ ਇੱਥੇ ਆਪਾਂ ਨੁਕਸਾਨ ਨਹੀਂ ਪਹੁੰਚਾਉਣਾ। ਨਹੀਂ, ਬਹੁਤ ਜ਼ਰੂਰੀ ਆ ਸੰਧਾਲੀਆ ਸਾਹਿਬ। ਮੈਂ ਤਾਂ ਇਹ ਵੀ ਬੇਨਤੀ ਕਰਦਾ ਕਿ ਠੀਕ ਹੈ, ਜਿੱਥੇ ਜਿੱਥੇ ਚੰਗਾ ਕੰਮ ਨਹੀਂ ਹੋ ਰਿਹਾ ਲੋਕ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾ ਰਹੇ ਨੇ, ਬਹੁਤ ਵਧੀਆ ਗੱਲ ਹੈ, ਉਗੜਨੀਆਂ ਚਾਹੀਦੀਆਂ ਕਮਜ਼ੋਰੀਆਂ ਸਿਸਟਮ ਦੀਆਂ। ਜਿੱਥੇ ਚੰਗਾ ਕੰਮ ਕਰ ਰਹੇ ਨੇ ਉਹਨਾਂ ਦੀਆਂ ਵੀ ਪੋਸਟਾਂ ਪਾਓ ਤਾਂ ਜੋ ਪਤਾ ਲੱਗ ਜਾਵੇ ਕਿ ਭਾਈ ਬੜੇ ਬੰਦੇ ਚੰਗੇ ਨੇ। ਪੰਜਾਬ 'ਚ ਕੋਈ ਡਾਕਟਰ ਸਰਕਾਰੀ ਚੰਗਾ ਹੋਣਾ ਹੀ ਹੈ, ਕੋਈ ਅਧਿਆਪਕ ਚੰਗਾ ਹੋਣਾ ਹੀ ਹੈ, ਕੋਈ ਹੋਰ ਮਹਿਕਮੇ ਦੇ ਵਿੱਚ ਕੰਮ ਕਰਦਾ ਬੰਦਾ ਚੰਗਾ ਹੋਣਾ ਹੀ ਆ। ਇਮਾਨਦਾਰ ਬੰਦਿਆਂ ਦੀ ਕੋਈ ਕਮੀ ਨਹੀਂ ਪੰਜਾਬ 'ਚ, ਕਿਉਂਕਿ ਜੇ ਇਮਾਨਦਾਰ ਨਾ ਹੋਣ ਤਾਂ ਫਿਰ ਜਿਹੜੇ ਅੱਜ ਸਹੁੰ ਚੁੱਕਣ ਜਾ ਰਹੇ ਆ ਤਾਂ ਭਾਈ ਫਿਰ ਤੁਹਾਨੂੰ ਵੋਟਾਂ ਕਿਹਨੇ ਪਾਈਆਂ ਹੀ ਆ ਨਾ। ਨਹੀਂ ਇਹ ਤੇ ਗੱਲ ਹੈਗੀ। ਦੇਖੋ ਇੱਕ ਚੀਜ਼ ਹੋਰ ਆਪਾਂ ਐਡ ਕਰੀਏ, ਮੋਸਟਲੀ ਜੇ ਆਪਾਂ ਇਹ ਗੱਲ ਕਹੀਏ ਨਾ ਵੀ ਇੰਨੇ ਮਹਿਕਮੇ ਜਾਂ ਇੰਨਾ ਸਾਰਾ ਕੁਝ ਸੇਵਾਵਾਂ ਤੁਰੀਆਂ ਜਾਂਦੀਆਂ, ਉਹਦੇ 'ਚ ਜ਼ਿਆਦਾਤਰ ਮੁਲਾਜ਼ਮ ਉਹੀ ਨੇ ਵੀ ਜਿਹੜੇ ਬੰਦੇ ਨੂੰ ਪਤਾ ਹੁੰਦਾ ਵੀ ਯਾਰ ਨੌਕਰੀ ਮਿਲੀ ਆ, ਕਰਨੀ ਆ ਤੇ ਉਸ ਤੋਂ ਬਾਅਦ ਆਪਣੇ ਘਰੇ ਚਲੇ ਜਾ। ਹਾਂ, ਉਹ ਵਿੱਚ ਜੋੜ ਤੋੜ ਲਾਉਣ ਵਾਲੇ ਥੋੜ੍ਹੇ ਹੁੰਦੇ ਆ। ਉਹ ਜਿਹੜੀਆਂ ਮੱਛੀਆਂ ਵਾਲਾ ਜਾਲ ਤੁਸੀਂ ਬੁਣ ਲਓ ਤੇ ਜ਼ਿਆਦਾ ਵਧੀਆ। ਜਿੱਦਾਂ ਉਸੇ 'ਚ ਇੱਕ ਉਹ ਥਾਣੇ ਵੀ ਵਿਜ਼ਿਟ ਕੀਤੀ ਜੀਵਨਜੋਤ ਕੌਰ ਹੋਰਾਂ, ਉਹ ਕਹਿੰਦੇ ਵੀ ਮੈਨੂੰ ਨਾ ਬੜਾ ਮਾਮੂਲੀ ਜਿਹਾ ਝਗੜਾ ਹੈ, ਮੇਰਾ ਜੀਅ ਨਹੀਂ ਕੀਤਾ ਵੀ ਮੈਂ ਆਵਾਂ ਪਰ ਮੈਨੂੰ ਆਉਣਾ ਪਿਆ। ਝਗੜਾ ਕੀ ਵੀ ਗਲੀ 'ਚ ਸਕੂਟਰੀ ਖੜੀ ਕਰਨੀ ਆ ਤੇ ਕਿਸੇ ਨੇ ਗਮਲੇ ਗੁਮਲੇ ਜੇ ਰਾਸਤੇ ਨੂੰ ਵੀ ਇੱਥੇ ਸਕੂਟਰੀ ਨਾ ਖੜੀ ਕਰੋ ਜੀ, ਇਸ ਚੱਕਰ ਦੇ ਵਿੱਚ ਰੌਲਾ ਪੈ ਗਿਆ ਵੀ ਹਾਂ। ਹੁਣ ਇਹ ਜੇ ਮਸਲਾ ਇਹ ਵੀ ਜੇ ਮੰਨ ਲਓ ਵੀ ਥਾਣੇਦਾਰ ਸਾਹਿਬ ਕੋਲ ਹੀ ਜਾਊਗਾ ਤੇ ਥਾਣੇਦਾਰ ਸਾਹਿਬ ਨੇ ਤੇ ਮੁੜ ਕੇ ਆਖਣਾ ਵੀ ਯਾਰ ਇਹੋ ਜਿਹੇ ਤਾਂ ਰੋਜ਼ ਆਉਂਦੇ ਸਾਡੇ ਕੋਲ, ਅਸੀਂ ਹੁਣ ਦੱਸੋ ਕਿੰਨੇ ਕੁ ਬੰਦੇ ਕਿੱਧਰ ਹੋ ਜਾਈਏ। ਹੁਣ ਇੱਥੇ ਵੀ ਉਹਨਾਂ ਨੇ ਸਲਾਹ ਦਿੱਤੀ, ਉਹ ਕਹਿੰਦੇ ਵੀ ਇਹੋ ਜਿਹੀਆਂ ਚੀਜ਼ਾਂ ਆਪਾਂ ਨੂੰ ਘੱਟੋ ਘੱਟ ਆਪ ਨਜਿੱਠਣੀਆਂ ਪੈਣਗੀਆਂ। ਵੀ ਥੋੜ੍ਹਾ ਜਿਹਾ ਸੋਚ ਲਈਏ ਵੀ ਯਾਰ ਟੱਬਰ ਉਹੀ ਹੈ, ਪਰਿਵਾਰ ਉਹੀ ਹੈ, ਮਹੱਲਾ ਉਹੀ ਹੈ, ਵੀ ਯਾਰ ਜੇ ਆਪਾਂ ਇਹੋ ਜਿਹੇ ਨਿੱਕੇ ਨਿੱਕੇ ਝਗੜਿਆਂ ਦਾ ਕਰਕੇ ਉੱਤੇ ਜਾ ਕੇ ਕੁੰਡੀ ਵਿਸਾਸ ਛੱਡਾਂਗੇ ਤੇ ਮੁੜ ਕੇ ਆਖਾਂਗੇ ਫਲਾਨੀ ਥਾਂ ਦੇ ਉੱਪਰ ਅਮਨ ਕਾਨੂੰਨ ਦੀ ਸਥਿਤੀ ਨਹੀਂ ਠੀਕ। ਹੁਣ ਜਨਾਬ ਤੇ ਹੋਣਗੇ ਵੀ ਉੱਥੇ ਆ ਕੇ ਗਮਲੇ ਗਿਣਦੇ ਹੁਣ, ਓਕੇ ਆਹ ਕਿਹਦਾ, ਇਹ ਮਨੀ ਪਲਾਂਟ ਬੋਤਲ ਵਾਲਾ ਕਿਹਦਾ, ਤੇ ਉਧਰ ਆ ਕੇ ਵੀ ਫਲਾਣੇ ਤਾਂ ਗੋਲੀ ਚੱਲ ਗਈ। ਤੇ ਜਨਾਬ ਨੇ ਤੇ ਇਹੋ ਹੀ ਕਹਿਣਾ ਸਰ ਮੈਂ ਤਾਂ ਜੀ ਤੁਸੀਂ ਕਿਹਾ ਹੈ ਵੀ ਉਸੇ ਵੇਲੇ ਜਾ ਕੇ ਚੈੱਕ ਕਰਨਾ, ਮੈਂ ਤਾਂ ਗਮਲਿਆਂ ਦਾ ਹਿਸਾਬ ਲਾਉਂਦਾ ਵੀ ਸਕੂਟਰੀ ਕਿੱਥੇ ਜੇ ਖੜੀ ਕਰਾਈਏ। ਜੀ ਸੰਧਾਲੀਆ ਸਾਹਿਬ, ਜਿਹੜੇ ਆਮ ਆਦਮੀ ਪਾਰਟੀ ਦੇ ਸਪੋਰਟਰ ਆ ਉਹ ਠੋਕ ਵਜਾ ਕੇ ਕਹੀ ਜਾਂਦੇ ਦੇਖਿਓ ਹੋਣਾ ਕੀ ਆ। ਜਿਹੜੇ ਵਿਰੋਧੀ ਧਿਰਾਂ ਦੇ ਆ ਉਹ ਕੱਲਾ ਨੁਕਸ ਕੱਢਣ 'ਚ ਲੱਗੇ ਆ। ਉਹ ਇਹ ਨਹੀਂ ਕਹਿੰਦੇ ਜੀ ਚਲੋ ਵਿਰੋਧੀ ਧਿਰਾਂ ਨੂੰ ਹੀ ਬੇਨਤੀ ਕਰਦੇ ਆ ਕਿ ਭਾਈ 3 ਮਹੀਨੇ ਦਿਓ ਉਹਨਾਂ ਨੂੰ ਕਹੋ ਕੋਈ ਗੱਲ ਨਹੀਂ ਗਲਤੀਆਂ ਨਾ ਕਰੋ ਪਰ ਤੁਸੀਂ ਖਿੱਚ ਕੇ ਕੰਮ ਕਰੋ, ਕਿਉਂਕਿ ਪੰਜਾਬ 5 ਸਾਲ ਦੇ ਲਈ ਹੁਣ ਵਿਰੋਧੀ ਧਿਰਾਂ ਕੋਲ ਨਹੀਂ ਹੈ। ਜੋ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਫੈਸਲੇ ਲਊਗੀ ਪੰਜਾਬ ਉਹ ਆ। ਇਸ ਕਰਕੇ ਤੁਸੀਂ ਇਸ ਉਡੀਕ ਦੇ ਵਿੱਚ ਥੋੜੀ ਰਹਿ ਸਕਦੇ ਆ ਕਿ ਭਾਈ ਇਹ ਸਰਕਾਰ ਗਲਤੀ ਕਰੇ ਤੇ ਅਸੀਂ ਉਹਨੂੰ ਖਿੱਚੀਏ। ਤੁਸੀਂ ਉਹਨੂੰ ਸੁਝਾਅ ਵੀ ਦਿਓ ਨਾ ਕੋਈ। ਹੁਣ ਮੈਂ ਕਿੰਨੇ ਲੀਡਰਾਂ ਦੀਆਂ ਗੱਲਾਂ ਸੁਣੀਆਂ, ਆਪ ਵੀ ਕੀਤੀਆਂ ਗੱਲਾਂ, ਨਹੀਂ ਜੀ ਇਹ ਨਹੀਂ ਹੋ ਸਕਦਾ, ਇਹ ਤਾਂ ਹੁਣ ਸਾਰੇ ਕਹਿੰਦੇ ਜੀ GST ਵਾਲੇ ਮਸਲੇ ਜੁਲਾਈ 'ਚ ਦੇਖਿਓ ਕੀ ਹੁੰਦਾ, ਕਰਜ਼ੇ ਦੀਆਂ ਕਿਸ਼ਤਾਂ ਦੇਣ ਵਾਲੀਆਂ, ਬਿਜਲੀ ਦੇ ਬਕਾਏ ਮਾਫ ਕੀਤੇ ਪੈਸੇ ਅਜੇ ਭਰਨ ਵਾਲੇ, ਪਾਣੀ ਦੇ ਬਕਾਏ ਮਾਫ ਕੀਤੇ ਪੈਸੇ ਅਜੇ ਭਰਨ ਵਾਲੇ। ਸਮਝ ਆਉਂਦੀ ਆ ਗੱਲ ਜਦੋਂ ਵਿਰੋਧੀ ਧਿਰ ਦਾ ਕੋਈ ਲੀਡਰ ਜਾਂ ਵਰਕਰ ਕਹਿੰਦਾ ਕਿ ਭਾਈ ਚਲਾ ਕੇ ਦਿਖਾ ਲਿਓ, ਚੱਲਣਾ ਹੀ ਨਹੀਂ। ਮੈਂ ਕਹਿੰਦਾ ਠੀਕ ਹੈ, ਤੁਸੀਂ ਬਿਲਕੁਲ ਠੀਕ ਕਿਹਾ, ਸਾਰੀਆਂ ਗੱਲਾਂ ਦਰੁਸਤ ਨੇ, ਪਰ ਮੰਨ ਲਓ ਜੇ ਤੁਹਾਡੀ ਸਰਕਾਰ ਆ ਜਾਂਦੀ ਫੇਰ ਚੱਲਣਾ ਸੀ। ਜੇ ਤੁਹਾਡੇ ਕੋਲ ਕੋਈ ਮੰਨ ਲਓ ਜੁਗਤ ਹੈਗੀ ਆ ਫਿਰ ਵੀ GST ਦੀ ਜਿਹੜੀ ਉਹ ਕੰਪਨਸੇਸ਼ਨ ਵਾਲੀ ਤੁਸੀਂ ਗੱਲ ਦੱਸਦੇ ਹੁੰਦੇ ਕਿ ਉਹ ਖਤਮ ਹੋ ਜਾਣੀ ਹੈ, ਫਿਰ ਵੀ ਕਰਜ਼ਾ ਪੰਜਾਬ ਤੇ ਇੰਨਾ ਹੀ ਹੋਣਾ ਸੀ, ਫਿਰ ਵੀ ਬਿਜਲੀ ਦੇ ਪਾਣੀ ਦੇ ਬਕਾਏ ਇਦਾਂ ਹੀ ਹੋਣੇ ਸੀ, ਫਿਰ ਵੀ ਬੇਰੁਜ਼ਗਾਰੀ ਇਦਾਂ ਹੀ ਹੋਣੀ ਸੀ, ਇੰਡਸਟਰੀ ਨਹੀਂ ਸੀ ਹੋਣੀ। ਜੇ ਤੁਹਾਡੀ ਸਰਕਾਰ ਆ ਜਾਂਦੀ ਤੁਸੀਂ ਵੀ ਤਾਂ ਚਲਾਉਣਾ ਸੀ। ਜੇ ਤੁਹਾਡੇ ਕੋਲ ਉਹਨਾਂ ਤੋਂ ਕੋਈ ਚੰਗੀ ਜੁਗਤ ਹੈਗੀ ਹੈ ਦੱਸ ਦਿਓ।
ਇਸ ਕਰਕੇ ਥੋੜੀ ਤੁਸੀਂ ਮੁੱਠੀ 'ਚ ਬੰਦ ਕਰਕੇ ਰੱਖ ਸਕਦੇ ਹੋ ਕਿ ਭਾਈ 5 ਸਾਲਾਂ ਬਾਅਦ ਸਾਡੀ ਸਰਕਾਰ ਆਊ ਤਾਂ ਚਲਾਵਾਂਗੇ। 5 ਸਾਲ ਪੰਜਾਬ ਦੇ ਲੋਕਾਂ ਨੂੰ ਭੱਟ ਝੋਖਣ ਲਈ ਥੋੜੀ ਰੱਖਿਆ। ਇਸ ਕਰਕੇ ਜ਼ਰੂਰੀ ਹੈ ਕਿ ਭਾਈ ਅਗਲਿਆਂ ਨੂੰ ਥੋੜਾ ਕੰਮ ਕਰਨ ਦਿਓ, ਜਿੱਥੇ ਟੇਢੇ ਹੁੰਦੇ ਆ ਸਿੱਧੇ ਕਰੋ, ਪਰ ਖਿੱਚ ਟੇਢੇ ਨਾ ਕਰੋ। ਮੈਨੂੰ ਇਹ ਜਾਪਦੀ ਇਹ ਗੱਲ, ਹੋ ਸਕਦਾ ਵੀ ਇਹ ਗਲਤ ਹੋਵੇ ਚੀਜ਼, ਪਰ ਮੈਨੂੰ ਇਹ ਜਾਪਦੀ ਆ ਵੀ ਪਹਿਲੇ ਦਿਨ ਤੋਂ ਜਿਹੜਾ ਉਹ ਪਹਿਲੀ ਮੀਟਿੰਗ ਦੇ ਵਿੱਚ ਸੀ ਨਾ ਇੱਕ ਸੰਦੇਸ਼ ਭਗਵੰਤ ਮਾਨ ਹੋਰਾਂ ਦਾ ਵੀ ਮਿੱਤਰੋ ਚੰਡੀਗੜ੍ਹੋਂ ਨਹੀਂ ਜੇ ਚੱਲਣੀ ਇਹ ਸਰਕਾਰ, ਇਹ ਚੱਲਣੀਆਂ ਮਹੱਲਿਆਂ ਚੋਂ, ਬਾਜ਼ਾਰਾਂ ਚੋਂ, ਪਿੰਡਾਂ ਚੋਂ। ਤੇ ਜਿੱਦਣ ਤੁਸੀਂ ਵੋਟ ਮੰਗਣ ਗਏ ਸੀ ਹੱਥ ਜੋੜ ਕੇ ਘਰੋਂ ਘਰੀ, ਉਦਣ ਉਹ ਲੋਕ ਤੁਹਾਨੂੰ ਜਾਣਦੇ ਸੀ, ਉਹਨਾਂ ਦੀ ਲੋੜ ਸੀ। ਤੇ ਹੁਣ ਵੀ ਜਦੋਂ MLA ਬਣ ਜਾਓ ਤੇ ਉਹਨਾਂ ਦੇ ਕੋਲ ਜਾਇਓ ਜੀ, ਮਜ਼ਾ ਡਾ ਕੇ ਵਿਹੋ, ਭਾਵੇਂ 3-4 ਪਿੰਡਾਂ ਦਾ ਇਕੱਠ ਕਰ ਲਿਓ, ਉਹਨਾਂ ਨੂੰ ਵੀ ਲੱਗੇ ਵੀ ਯਾਰ ਅਫਸਰ ਸਾਡੇ ਕੋਲ ਆ, ਸਾਡਾ ਕੰਮ ਇੱਥੇ ਹੋ ਗਿਆ। ਮੈਨੂੰ ਇਹ ਜਾਪਦਾ ਵੀ ਹੁਣ ਥੋੜ੍ਹੇ ਦਿਨਾਂ ਤੋਂ ਜਿੱਦਾਂ ਤੁਸੀਂ ਸਟਾਰਟਿੰਗ 'ਚ ਗੱਲ ਕੀਤੀ ਵੀ ਨਾ ਕੋਈ ਦਿੱਲੀ ਵੱਲ ਨੂੰ ਭੱਜਾ ਤੇ ਨਾ ਕੋਈ ਹਾਈ ਕਮਾਂਡ ਵੱਲ ਭੱਜਾ ਤੇ ਨਾ ਕੋਈ ਭਗਵੰਤ ਮਾਨ ਸਾਹਿਬ ਵੱਲ ਭੱਜਾ ਵੀ ਹਾਂਜੀ ਮੰਤਰੀ ਬਣਾ ਲਈਏ, ਉਹਦੇ ਤੋਂ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਤੇ ਗੱਲ ਬਣੀ ਜਾਪਦੀ ਹੈ ਵੀ ਉੱਪਰੋਂ ਇਹ ਇਸ਼ਾਰਾ ਵੀ ਵੀਰ ਮੇਰੇ ਇੱਧਰ ਨਹੀਂ ਆਉਣਾ, ਤੁਸੀਂ MLA ਬਣ ਗਏ, ਜਾ ਕੇ ਪਤਾ ਕਰੋ। ਹੋ ਸਕਦਾ ਇਹ ਗੱਲ ਦਾ ਪਤਾ ਕੀਤਾ। ਕੁਲਤਾਰ ਸਿੰਘ ਸੰਧਵਾ ਸਾਹਿਬ ਦੇ ਇੱਕ ਬਿਆਨ ਤੋਂ ਮੈਨੂੰ ਥੋੜ੍ਹੀ ਜਿਹੀ ਗੱਲ ਲੱਗਦੀ ਵੀ ਆ। ਉਹ ਕਹਿੰਦੇ ਵੀ ਇਹ ਥੋੜ੍ਹੀ ਜਿਹੀ ਗੱਲ ਹੋ ਗਈ, ਅਸੀਂ ਹੁਣ ਸਾਰਿਆਂ ਨੂੰ ਇਹ ਮੈਸੇਜ ਲਾਤਾ ਵੀ ਨਾ ਸਾਡਾ ਕੋਈ ਵਰਕਰ, ਨਾ ਸਾਡਾ ਕੋਈ ਲੀਡਰ ਤੇ ਨਾ ਕੋਈ ਚੁਣਿਆ ਹੋਇਆ ਨੁਮਾਇੰਦਾ ਹੀ ਇੱਦਾਂ ਸਿੱਧਾ ਜਾ ਕੇ ਕਿਸੇ ਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲਬਾਤ ਕਰੂਗਾ। ਅਸੀਂ ਆਉਣ ਵਾਲੇ ਦਿਨਾਂ 'ਚ ਐਨਾਲਿਸਿਸ ਕਰ ਰਹੇ ਹਾਂ ਤਾਂ ਜੋ ਕਲੀਅਰ ਕੱਟ ਪਤਾ ਲੱਗੇ ਵੀ ਮੁਸ਼ਕਲ ਕਿੱਥੇ ਆ, ਉਹਦਾ ਹੱਲ ਕੀ ਆ, ਸਰਕਾਰ ਵਾਲੇ ਪਾਸਿਓਂ ਕੀ ਚਾਹੀਦਾ ਤੇ ਉਹ ਕਿੰਨੇ ਚਿਰ 'ਚ ਆਪਾਂ ਪੂਰਾ ਕਰ ਦਾਂਗੇ। ਇਹ ਮੇਰੇ ਖਿਆਲ ਨਾਲ ਜੇ ਇਦਾਂ ਮੈਨੇਜ ਕਰ ਲੈਣ ਤੇ ਵਧੀਆ ਗੱਲ, ਆਪੇ ਵਿਰੋਧੀਆਂ ਨੂੰ ਵੀ ਲੋੜ ਨਾ ਪਊ ਗੱਲ ਕਰਨ ਦੀ। ਸੰਧਾਲੀਆ ਸਾਹਿਬ, ਬਹੁਤ ਸਾਰੇ ਲੋਕਾਂ ਨੂੰ ਐਂ ਲੱਗਦਾ ਪੰਜਾਬ 'ਚ ਸਰਕਾਰ ਬਣ ਗਈ, ਇਹਨਾਂ ਨੇ ਕੰਮ ਨਹੀਂ ਕਰਨਾ, ਨਹੀਂ ਕਰਨਗੇ, ਠੋਕ ਦਿਓ ਜਿੱਦਾਂ ਬਾਕੀ ਠੋਕੇ ਆ। ਕੋਈ ਗੱਲ ਥੋੜੀ ਆ, 2024 'ਚ ਹੀ ਕੰਮ ਕਰ ਦਿਓ। ਹੁਣ ਤੇ ਤਰੀਕਾ ਆ ਗਿਆ ਨਾਲ, ਤਰੀਕਾ ਆਹੋ ਪਹਿਲਾਂ ਤੇ ਤਰੀਕੇ ਨਹੀਂ ਲੱਭਦਾ। ਫੁੱਫੜ ਜੀ ਬਹੁਤ ਵਧੀਆ, ਫੁੱਫੜ ਜੀ ਬਹੁਤ ਵਧੀਆ, ਤੇ ਉਦੋਂ ਚਾਹ ਹੀ ਤਾਂ ਫੋਕੀ, ਫਿਰ ਫੋਕੀ ਚਾਹ ਪਿਲਾ ਦਿਓ, ਗੱਲ ਕਿਹੜੀ ਆ। ਸੰਧਾਲੀਆ ਸਾਹਿਬ, ਆਮ ਆਦਮੀ ਪਾਰਟੀ, ਮੈਨੂੰ ਨਹੀਂ ਪਤਾ ਉਹਨਾਂ ਦੇ ਢਿੱਡ 'ਚ ਕੀ ਆ, ਦਿਲ 'ਚ ਕੀ ਹੈ, ਨਾ ਤੁਹਾਨੂੰ ਪਤਾ। ਹਾਂ, ਆਮ ਆਦਮੀ ਪਾਰਟੀ ਕੋਲ ਇੱਕ ਤਰੀਕਾ ਹੈਗਾ, ਕਿਉਂਕਿ ਅਸੀਂ ਹਰ ਤਰ੍ਹਾਂ ਦਾ ਲਾਲਚ ਦੇਣਾ ਉਹਨਾਂ ਨੂੰ ਪੰਜਾਬ ਦੇ ਭਲੇ ਲਈ, ਕਿ ਤੁਸੀਂ ਦਿੱਲੀ ਜਿੱਤੀ ਸੀ, ਦਿੱਲੀ ਦਾ ਮਾਡਲ ਦਿਖਾ ਕੇ ਪੰਜਾਬ ਜਿੱਤਿਆ। ਹੁਣ ਆਮ ਆਦਮੀ ਪਾਰਟੀ ਕੋ ਚਾਂਸ ਆ ਕਿ ਤੁਸੀਂ ਪੰਜਾਬ ਦਾ ਮਾਡਲ ਦਿਖਾ ਕੇ ਦੇਸ਼ ਜਿੱਤ ਲਓ ਸਾਡੇ ਨੂੰ, ਕਿ ਤੁਸੀਂ ਪੰਜਾਬ ਦੇ ਵਿੱਚ 2024 ਤੱਕ ਕੰਮ ਕਰੋ। ਤੁਹਾਡੇ ਕੋਲੇ 7 ਸੀਟਾਂ, 13 ਸੀਟਾਂ ਪੰਜਾਬ ਦੀਆਂ, 7 ਸੀਟਾਂ ਲੋਕ ਸਭਾ ਦੀਆਂ ਦਿੱਲੀ ਦੀਆਂ, ਤੁਸੀਂ 24 'ਚ ਮੁਕਾਬਲਾ ਦਿਓ। 3.5% ਵੋਟਾਂ ਤੁਹਾਨੂੰ ਉੱਤਰਾਖੰਡ 'ਚ ਮਿਲੀਆਂ, ਭਾਵੇਂ ਸੀਟ ਕੋਈ ਨਹੀਂ ਮਿਲੀ, ਪਰ ਤੁਸੀਂ ਉੱਥੇ ਨੰਬਰਾਂ 'ਚ ਆ ਸਕਦੇ ਹੋ। ਗੁਜਰਾਤ ਦੀ ਇੱਕ ਮਿਊਨਿਸਪਲ ਕਮੇਟੀ ਦੇ ਵਿੱਚ ਤੁਹਾਡੀ ਸਿਰੇ ਵਾਲੀ ਗੱਲ ਹੈ, ਕਾਂਗਰਸ ਪਾਰਟੀ ਨੂੰ ਤੁਸੀਂ ਪਛਾੜਿਆ। 4 ਸਾਬਕਾ MLA ਹਰਿਆਣੇ ਦੇ ਤੁਹਾਡੀ ਪਾਰਟੀ 'ਚ ਅਜੇ ਪਰਸੋਂ ਸ਼ਾਮਲ ਹੋਏ ਆ। ਗੋਆ ਦੇ ਵਿੱਚ ਤੁਹਾਡੀਆਂ 2 ਵਿਧਾਨ ਸਭਾ ਦੀਆਂ ਸੀਟਾਂ ਜਿੱਤੀਆਂ ਹੋਈਆਂ। ਗੁਜਰਾਤ ਦੇ ਵਿੱਚ ਤੁਸੀਂ ਹੌਲੀ ਹੌਲੀ ਪੈਰ ਪਸਾਰ ਰਹੇ ਹੋ। ਹਿਮਾਚਲ ਦੇ ਵਿੱਚ ਕਹਿੰਦੇ ਪਾਰਟੀ ਦਾ ਗਠਨ ਹੋ ਗਿਆ, ਵੋਟਾਂ ਲੜਨੀਆਂ, ਤੇ ਸਾਊਥ ਵਾਲੇ ਪਾਸੇ ਮੈਂਬਰਸ਼ਿਪ ਸ਼ੁਰੂ ਕਰ ਲਈ। ਤੇ 14 ਤਰੀਕ ਤੋਂ ਤੇਲੰਗਾਨਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਪੁਡੂਚੇਰੀ ਦੇ ਵਿੱਚ ਡਾਕਟਰ BR ਅੰਬੇਦਕਰ ਸਾਹਿਬ ਨੂੰ ਸਮਰਪਿਤ ਪੈਦਲ ਯਾਤਰਾ ਆ। ਜਦੋਂ ਤੁਹਾਡੇ ਕੋਲੇ ਸਾਰਾ ਭਾਰਤ ਜੇ ਖਾਲੀ ਪਿਆ, ਆਮ ਆਦਮੀ ਪਾਰਟੀ ਵਾਲੇ, ਉਹ ਪੰਜਾਬ 'ਚ ਕੰਮ ਕਰੋ, ਇੱਥੇ ਬੇਰੁਜ਼ਗਾਰੀ ਦੂਰ ਕਰੋ, ਇੱਥੇ ਭ੍ਰਿਸ਼ਟਾਚਾਰ ਦੂਰ ਕਰੋ, ਇੱਥੇ ਦਾ ਪ੍ਰਸ਼ਾਸਨ ਵਧੀਆ ਕਰੋ। 2024 'ਚ ਲੋਕਾਂ ਦੇ ਸਾਹਮਣੇ ਮਾਡਲ ਰੱਖੋ। ਅਸੀਂ ਨਹੀਂ ਕਹਿੰਦੇ ਤੁਹਾਨੂੰ 100 ਸੀਟਾਂ ਆ ਜਾਣੀਆਂ, ਪਰ ਘੱਟੋ ਘੱਟ 35-40 ਸੀਟਾਂ ਜਿੱਤ ਕੇ, ਜੇ HD ਦੇਵਗੌੜਾ ਸਾਹਿਬ ਆ ਸਕਦੇ, ਇੰਦਰ ਕੁਮਾਰ ਗੁਜਰਾਲ ਹੋਰੀ ਆ ਸਕਦੇ, ਚੰਦਰ ਸ਼ੇਖਰ ਹੋਰੀ ਆ ਸਕਦੇ, VP ਸਿੰਘ ਹੋਰੀ ਆ ਸਕਦੇ, ਕੇਜਰੀਵਾਲ ਤਾਂ ਤੁਸੀਂ ਵੀ ਆ ਜਾਓ, ਪਰ ਪੰਜਾਬ ਦਾ ਭਲਾ ਕਰ ਜਾਓ, ਸਾਡਾ ਕੰਮ ਇੰਨਾ ਕੀ ਆ। ਤੇ ਇਹਦੇ 'ਚ ਆਪਾਂ ਇੱਕ ਚੀਜ਼ ਵੀ ਐਡ ਕਰ ਦਈਏ ਵੀ ਪਹਿਲਾਂ ਸੀਗਾ ਉਹਨਾਂ ਕੋਲ ਐਕਸਕਿਊਜ਼ ਵੀ ਜਦੋਂ ਕਿਸੇ ਨੇ ਪੁੱਛਣਾ ਨਾ ਜੀ ਅੱਛਾ ਵੇ ਦਿੱਲੀ 'ਚ ਆ ਕਿਉਂ ਨਹੀਂ ਕੀਤਾ, ਦੇਖिए वो पूरा प्रदेश नहीं है जी, वहां पर हैं वो उपराज्यपाल जी, वो अनिल बैजल साहब, वो फाइल रोक लेते हैं। ਆ ਕਮੇਟੀ ਚਲਾਉਣੀ ਕਹਿੰਦੇ ਹੋਰ ਗੱਲ ਆ, ਸੂਬਾ ਚਲਾਉਣਾ ਉਹ ਮਤਲਬ ਫਿਰ ਉਹ ਬੜੀ ਕਲੀਅਰ ਕੱਟ ਦੱਸਦੇ ਸੀ। ਫਿਰ ਕਿਸੇ ਵਰਕਰ ਨਾਲ ਗੱਲ ਕਰੋ, ਉਹ ਵੀ ਦੱਸ ਭਾਜੀ ਤੁਹਾਨੂੰ ਕੀ ਦੱਸੀਏ, ਉੱਪਰ ਕੇਂਦਰ ਸਰਕਾਰ ਹੈ, ਪੁਲਿਸ ਉਹਨਾਂ ਦੇ ਕੋਲ ਹੈ, ਵਿੱਚ ਉਪਰਾਜਪਾਲ ਸਾਹਿਬ ਨੇ, ਉਦੋਂ ਥੱਲੇ ਵਾਲਾ ਜਿਹੜਾ ਕਹਿ ਲਓ ਕਿ ਵੀ MCD ਵਾਲਾ ਕੰਮ ਹੈ ਉਹ ਥੱਲੇ, ਵੈਸੇ ਦੂਜੀ ਸਰਕਾਰ। ਆ ਸਾਡੇ ਕੋਲੇ ਤੇ ਪਾਵਰਾਂ ਹੈ ਨਹੀਂ। ਆਹ ਇੱਕ ਐਸੀ ਗੱਡੀ ਫੜਾਈ ਹੈ ਪੰਜਾਬ ਵਾਲਿਆਂ ਨੇ ਚਾਬੀਆਂ ਦੇ ਕੇ, ਜਿਹੜੀ ਐਨ ਬੰਪਰ ਟੂ ਬੰਪਰ ਇਹਨਾਂ ਦੇ ਕੋਲ ਹੈ ਜੀ। ਇਹ ਹੁਣ ਜਾਂਦਿਆਂ ਕੰਧ 'ਚ ਮਾਰ ਲੈਣੀ ਇਹਨਾਂ ਦੀ ਮਰਜ਼ੀ ਹੈ। ਤੇ ਜੇ ਸਵਾਰੀਆਂ ਚਲਾ ਕੇ ਤੇ ਇਸੇ ਬੱਸਾਂ ਤੋਂ ਬਾਅਦ ਹੋਰ ਕਈਆਂ ਨੇ ਬੱਸਾਂ ਪਵਾਈਆਂ ਹੀ ਆ, ਤੁਸੀਂ ਵੀ ਪਾ ਲਓ ਉੱਦਾਂ ਦੀਆਂ, ਮਤਲਬ ਇੱਦਾਂ ਦੀਆਂ ਨਹੀਂ, ਮਤਲਬ ਆਪਣੀ ਪਾਰਟੀ ਦੀਆਂ ਬੱਸਾਂ, ਵੀ ਤੁਹਾਡੇ ਕੋਲੇ ਖੁੱਲ੍ਹਾ ਮੌਕਾ। ਨਹੀਂ, ਖੁੱਲ੍ਹਾ ਮੌਕਾ ਜੀ। ਸੋ ਅੱਜ ਭਗਵੰਤ ਮਾਨ ਹੋਰੀ ਸਹੁੰ ਚੁੱਕ ਰਹੇ ਆ, ਇਕੱਲੇ ਹੀ ਚੁੱਕ ਰਹੇ ਆ ਜੋ ਹੁਣ ਤੱਕ ਦੀਆਂ ਖਬਰਾਂ ਨੇ, ਕਿਉਂਕਿ ਆਖਰੀ ਤਾਂ ਮੌਕੇ ਤੇ ਪਤਾ ਲੱਗਣਾ ਹੁੰਦਾ। ਸੋ ਭਗਵੰਤ ਮਾਨ ਹੋਰੀ 12:30 ਵਜੇ ਅੱਜ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਉਹ ਪਹਿਲੇ ਗੈਰ ਕਾਂਗਰਸੀ, ਗੈਰ ਅਕਾਲੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ। 1966 ਤੋਂ ਬਾਅਦ ਪਹਿਲੀ ਵਾਰ ਕਿਸੇ ਸਿਆਸੀ ਧਿਰ ਨੂੰ ਇੰਨੀਆਂ ਸੀਟਾਂ ਮਿਲੀਆਂ। ਤੇ ਸਭ ਤੋਂ ਵੱਡੀ ਗੱਲ ਸੰਧਾਲੀਆ ਸਾਹਿਬ, ਇਹ ਖਬਰ ਵਿਸ਼ੇਸ਼ ਨਹੀਂ ਹੋਣੀ ਕਿ ਭਗਵੰਤ ਮਾਨ ਹੋਰਾਂ ਨੇ ਅੱਜ ਸਹੁੰ ਚੁੱਕਣੀ ਆ। ਇਹ ਖਬਰ ਸਭ ਤੋਂ ਪ੍ਰਮੁੱਖ ਹੋਣੀ ਚਾਹੀਦੀ ਹੈ ਕਿ ਭਗਵੰਤ ਮਾਨ ਹੋਰਾਂ ਨੇ ਸਹੁੰ ਚੁੱਕਣ ਤੋਂ ਬਾਅਦ ਆਖਿਆ ਕੀ ਹੈ, ਕਿਉਂਕਿ ਉਹਨਾਂ ਨੇ ਲੱਖਾਂ ਦੀ ਗਿਣਤੀ 'ਚ ਲੋਕਾਂ ਨੂੰ ਸੱਦਾ ਦਿੱਤਾ।
ਬਹੁਤ ਵੱਡੀ ਪੱਧਰ ਦੇ ਉੱਤੇ ਕ੍ਰਿਟਿਸਿਜ਼ਮ ਹੋਇਆ, ਇਸ ਗੱਲ ਦਾ ਆਲੋਚਨਾ ਹੋਈ ਹੈ ਕਿ ਭਾਈ ਉੱਥੇ ਕਰੋੜਾਂ ਰੁਪਈਏ ਲੱਗਣੇ ਆ। ਸੋ ਮੈਂ ਫਿਰ ਕਹਿਣਾ ਸਵਾਲ ਇਹੀ ਹੈ ਕਿ ਭਗਵੰਤ ਮਾਨ ਹੋਰੀ ਕੀ ਕਹਿੰਦੇ ਆ, ਉਹ ਜੋ ਕਹਿੰਦੇ ਆ ਕਿ ਉਹ ਪ੍ਰੈਕਟੀਕਲੀ ਅਪਲਾਈ ਕਰਨ ਜੋਗਾ ਹੋਏਗਾ, ਜਾਨੀ ਸਾਰਾ ਕੁਝ ਕਿ ਉਹ ਗੈਰ ਪ੍ਰੈਕਟੀਕਲ ਤਾਂ ਨਹੀਂਗਾ। ਇਹਦੇ ਤੋਂ ਇਲਾਵਾ ਉਹਨਾਂ ਦੇ ਬੋਲਾਂ ਨਹੀਂ ਦੱਸ ਦੇਣਾ ਹੈ ਕਿ ਕਹਾਣੀ ਕਿੱਧਰਲੇ ਪਾਸੇ ਨੂੰ ਜਾਣੀ ਹੈ, ਕਿ ਉਹਨਾਂ ਦੀ ਤਰਜੀਹੀ ਸੂਚੀ ਕੀ ਹੈ। ਪੰਜਾਬ ਦੇ ਸਾਰੇ ਕੰਮ ਇੱਕੋ ਵੇਲੇ ਨਹੀਂ ਹੋ ਸਕਦੇ। ਉਹਨਾਂ ਦੀ ਤਰਜੀਹ ਸਿਸਟਮ ਨੂੰ ਸੁਧਾਰਨ 'ਚ ਹੈ, ਭ੍ਰਿਸ਼ਟਾਚਾਰ ਰੋਕਣ 'ਚ ਹੈ, ਰੇਤਾ ਰੋਕਣ 'ਚ ਹੈ, ਕਿੱਧਰਲੇ ਪਾਸੇ ਨੂੰ ਹੈ, ਜਾਂ ਫਿਰ ਬਦਲੀਆਂ ਕਰਾਉਣੀਆਂ। ਕਿਉਂਕਿ ਆਮ ਤੌਰ ਤੇ ਹੁੰਦਾ ਨਾ ਕਿ ਐਮਐਲਏ ਸਾਹਿਬ ਤੁਹਾਡੇ ਹਲਕੇ 'ਚ ਬੰਦੇ ਤੁਹਾਡੇ ਲੱਗਣਗੇ, ਤੁਹਾਡੇ ਹਲਕੇ 'ਚ ਤੁਹਾਡੇ ਲੱਗਣਗੇ, ਫਿਰ ਕੱਲ੍ਹ ਨੂੰ ਨਾ ਕੋਈ ਰੈਲੀ 'ਚ ਕੱਟ-ਕੁੱਟ ਤੁਹਾਨੂੰ ਕਰਨਾ ਪੈਣਾ। ਸਰਕਾਰ ਕਿੱਧਰ ਨੂੰ ਤੁਰੇਗੀ ਉਹ ਭਗਵੰਤ ਮਾਨ ਸਾਹਿਬ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਦਿੱਤੇ ਜਾਣ ਵਾਲੇ ਜਾਂ ਪਹਿਲਾਂ ਦਿੱਤੇ ਜਾਣ ਵਾਲੇ ਭਾਸ਼ਣ ਤੇ ਨਿਰਭਰ ਕਰੂਗਾ। ਨਹੀਂ ਹੈਗਾ, ਪਹਿਲੀ ਗੱਲ ਤੇ ਆ ਜਿਹੜਾ ਰੈਲੀ ਵਾਲਾ ਵਰਕਾ ਪਾੜ ਲੈਣ, ਕਿਉਂਕਿ ਦੇਖੋ ਰੈਲੀਆਂ ਵਾਲੀ ਸਿਆਸਤ ਤਾਂ ਐਤਕੀ ਹੋਈ ਨਹੀਂ ਜੀ। ਮੈਂ ਨਾ ਭਲਾ ਹੋਵੇ, ਹੋਰ ਵੈਸੇ ਤਾਂ ਕਰੋਨੇ ਨੇ ਬਹੁਤ ਨੁਕਸਾਨ ਕੀਤਾ, ਪਰ ਚਲੋ ਐਦੋਂ ਗੱਲ ਵੀ ਦੱਸ ਗਿਆ ਸਹੀ ਵੀ ਐਤਕੀ ਇਲੈਕਸ਼ਨ ਕਮਿਸ਼ਨ ਦੀ ਸਖਤੀ ਦਾ ਕਰਕੇ ਰੈਲੀਆਂ ਵਾਲਾ ਕੰਮ ਨਹੀਂ ਚੱਲਿਆ। ਤੇ ਜੇ ਰੈਲੀਆਂ ਤੋਂ ਬਿਨਾਂ ਵੀ ਲੋਕਾਂ ਤੱਕ ਮੈਸੇਜ ਪਹੁੰਚਿਆ ਤੇ ਰੈਲੀਆਂ ਤੋਂ ਬਿਨਾਂ ਵੀ ਲੋਕਾਂ ਨੇ ਇਹਨਾਂ ਦੀ ਜੋ ਕਹਿੰਦੇ ਸਾਡੀ ਮੈਨੇਜਮੈਂਟ ਹੈ ਜਾਂ ਕਹਿ ਲਓ ਵੀ ਸਾਡੀ ਹਵਾ ਸੀ ਜਾਂ ਵਿਰੋਧੀਆਂ ਦੇ ਹਿਸਾਬ ਨਾਲ ਸੁਨਾਮੀ ਸੀ, ਜੋ ਵੀ ਸੀ, ਵੋਟਾਂ ਪਈਆਂ ਨਾ, ਇਹਦਾ ਮਤਲਬ ਜੇ ਤੁਸੀਂ ਕੰਮ ਕਰਦੇ ਹੋ, ਚਾਹੇ ਤੁਸੀਂ ਦਿੱਲੀ ਕੀਤਾ ਜਾਂ ਤੁਸੀਂ ਇੱਥੇ ਆ ਕੇ ਵਾਅਦੇ ਕੀਤੇ, ਲੋਕਾਂ ਤੱਕ ਅੱਪੜ ਗਏ ਜੀ। ਤੇ ਸੇਮ ਥਿੰਗ ਇਹ ਆ ਵੀ ਜੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਚੰਗਾ ਕੰਮ ਕਰਕੇ ਦਿਖਾ ਦਿਓ ਤੇ ਫਿਰ ਲੋਕਾਂ ਨੂੰ ਲੋੜ ਹੀ ਨਹੀਂ ਪੈਣੀ ਰੈਲੀਆਂ ਦੀ। ਫਿਰ ਉਹੀ ਡਾਇਲੌਗ ਜਿਹੜਾ ਵਾਰ-ਵਾਰ ਇਸ ਵਾਰ ਵੀ ਭਗਵੰਤ ਮਾਨ ਸਾਹਿਬ ਨੇ ਬੜੀਆਂ ਸਟੇਜਾਂ ਦੇ ਉੱਪਰ, ਸਟੇਜ ਤੱਕ ਆਦੀ ਸੀ ਗੱਡੀ ਦੀ ਛਾਤੀ ਸੀ, ਉੱਥੇ ਬੋਲਿਆ ਕਿ ਕੇਜਰੀਵਾਲ ਸਾਹਿਬ ਐਸੇ ਮੁੱਖ ਮੰਤਰੀ ਜਿਨ੍ਹਾਂ ਦਿੱਲੀ 'ਚ ਕਹਿਤਾ ਸੀ ਜੇ ਮੈਂ ਕੰਮ ਕੀਤਾ ਤੇ ਮੈਨੂੰ ਵੋਟ ਪਾਇਓ। ਭਗਵੰਤ ਮਾਨ ਸਾਹਿਬ ਤੁਹਾਨੂੰ ਵੀ ਮੌਕਾ ਮਿਲੇ ਵੀ 24 'ਚ ਜਦੋਂ ਲੋਕ ਸਭਾ ਲਈ ਪੰਜਾਬ ਵਾਲਿਆਂ ਨੇ ਵੋਟਾਂ ਪਾਉਣੀਆਂ, 13 MP ਤੁਸੀਂ ਚੁਣਨੇ ਆ ਤੇ ਤੁਸੀਂ ਇਹ ਨਾ ਕਹੋ ਵੀ ਇੱਕੋ ਇੱਕ MP ਹੁੰਦਾ ਸੀ ਤੇ ਐਤਕੀ 13 ਦੇ 13 MP ਤੁਸੀਂ ਤਾਂ ਜਿਤਾਇਓ ਜੇ ਭਗਵੰਤ ਮਾਨ ਨੇ ਕੰਮ ਕੀਤਾ। ਸੰਧਾਲੀਆ ਸਾਹਿਬ ਦੇਖੋ, ਜਿਸ ਹਿਸਾਬ ਨਾਲ ਵੋਟਾਂ ਪਈਆਂ ਨਾ, ਜੇ ਆਹੀ ਕੰਮ ਕਾਇਮ ਰੱਖ ਲੈਣ, 11 MP ਆਮ ਆਦਮੀ ਪਾਰਟੀ ਦੇ ਪੰਜਾਬ 'ਚੋਂ ਬਣਦੇ ਆ, ਘੱਟੋ ਘੱਟ 11 ਜੇ ਆਹੀ ਰੱਖ ਲੈਣ। ਪਰ ਤੁਸੀਂ ਬਹੁਤ ਦੂਰ ਚੱਲੇ, ਕਿਉਂਕਿ ਤੁਸੀਂ ਦੂਰ ਅੰਦੇਸ਼ੀ ਦੇ ਮਾਲਕ ਹੋ, ਕਿਉਂਕਿ ਤੁਸੀਂ ਦੂਰ ਦੇਖਣਾ ਖੱਡ ਕਿੱਥੇ ਤਾਈਂ ਜਾਂਦੀ ਹੈ। ਤੇ ਉਹ ਤਾਂ ਯਾਰ ਬੰਦ ਹੀ ਕਰਾ ਕੰਮ। ਨਹੀਂ ਬੰਦ ਅਜੇ ਥੋੜੀ ਹੋਈਆਂ, ਮੇਰੀ ਬੇਨਤੀ ਸੁਣਿਓ। ਨਹੀਂ ਉਹ ਤਾਂ ਚਿੱਠੀ ਵੀ ਕੱਢਤੀ ਯਾਰ, ਮਾੜੀ ਕੀਤੀ ਯਾਰ। ਚਿੱਠੀਆਂ ਤਾਂ ਪਹਿਲਾਂ ਤੁਸੀਂ ਚਿੱਠੀਆਂ ਕਹਿੰਦੇ, ਅੱਗੇ ਤਾਂ ਸਿੱਧੀਆਂ ਹੈਲੀਕਾਪਟਰ ਨਾਲ ਵੀ ਦੇਖ ਲੈਂਦੇ, ਤਾਂ ਨਹੀਂ ਹੋਈਆਂ ਚਿੱਠੀ। ਚਲੋ ਨਹੀਂ ਫਰਕ ਪਊਗਾ, ਨਹੀਂ ਪਊਗਾ। ਮੈਂ ਤਾਂ ਇਹ ਜ਼ਿਕਰ ਕੀਤਾ ਹਰਜੋਤ ਬੈਂਸ ਹੋਰਾਂ ਦੀ ਚਿੱਠੀ ਹੈ ਬਕਾਇਦਾ। ਨਹੀਂ ਚਲੋ ਮੈਂ ਤਾਂ ਕਹਿੰਦਾ ਵੀ ਉਹਨਾਂ ਨੇ ਕਾਹਲੀ 'ਚ ਕੱਢਤੀ ਆ, ਥੋੜੇ ਜਿਹੇ ਰੋਕ ਲੈਂਦੇ ਵੀ। ਸੰਧਾਲੀਆ ਸਾਹਿਬ ਬੇਨਤੀ ਇਹ ਹੈ ਕਿ 2024 ਲੋਕਾਂ ਨੇ ਉਡੀਕਣੀ। ਮੈਂ ਫੇਰ ਕਹਿਣਾ ਜਿੱਦਾਂ ਭਗਵੰਤ ਮਾਨ ਹੋਰਾਂ ਨੇ ਕਿਹਾ ਸੀ ਨਾ ਕਿ ਸਾਡੇ ਕੋਲ ਡੇ ਟੂ ਡੇ ਪਲਾਨ ਹੋਣਾ ਚਾਹੀਦਾ, ਅੱਜ ਕੀ ਕਰਨਾ, ਕੱਲ੍ਹ ਕੀ ਕਰਨਾ, ਪਰਸੋਂ ਕੀ ਕਰਨਾ, ਉਹ ਜ਼ਰੂਰੀ ਹੈ। 6 ਮਹੀਨਿਆਂ ਦੇ ਅੰਦਰ ਅੰਦਰ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ, 3 ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰਾਂ ਦੀਆਂ ਨਗਰ ਨਿਗਮ ਦੀਆਂ ਇਲੈਕਸ਼ਨ ਨੇ, ਨਗਰ ਨਿਗਮ ਦੀਆਂ। ਤੇ ਮੌਜੂਦਾ ਹਾਲਾਤ ਦੇ ਮੁਤਾਬਕ ਜਲੰਧਰ ਦੇ ਵਿੱਚ ਫਸਵਾਂ ਮੁਕਾਬਲਾ ਹੋ ਸਕਦਾ, ਕਿਉਂਕਿ ਉੱਥੇ 2 ਕਾਂਗਰਸੀ MLA ਬਣੇ ਆ, ਪ੍ਰਗਟ ਸਿੰਘ ਜਲੰਧਰ ਉੱਤਰੀ ਤੋਂ, ਜੂਨੀਅਰ ਅਵਤਾਰ ਹੈਨਰੀ, 2 ਆਮ ਆਦਮੀ ਪਾਰਟੀ ਦੇ ਨੇ, 2 ਕਾਂਗਰਸ ਦੇ ਨੇ, ਬਾਕੀ ਕਿਸੇ ਨੇ ਪੁੱਛਿਆ ਨਹੀਂ। ਉੱਥੇ ਥੋੜਾ ਮੁਕਾਬਲਾ ਲੁਧਿਆਣਾ ਆਮ ਆਦਮੀ ਪਾਰਟੀ ਕੋਲ ਆ ਗਿਆ ਤੇ ਅੰਮ੍ਰਿਤਸਰ ਆਮ ਆਦਮੀ ਪਾਰਟੀ ਕੋਲ ਆ ਗਿਆ। ਜਾਨੀ 6 ਮਹੀਨਿਆਂ ਦੇ ਅੰਦਰ ਅੰਦਰ ਹੀ ਸ਼ਹਿਰ ਦੇ ਲੋਕ ਜਿਹੜੇ ਨੇ ਉਹ ਵੱਧ ਚੀਜ਼ਾਂ ਦੇਖਦੇ ਹੁੰਦੇ ਪਿੰਡ ਵਾਲਿਆਂ, ਕਿਉਂਕਿ ਪਿੰਡ ਵਾਲਿਆਂ ਦਾ ਕੰਮ ਫਿਰ ਵੀ ਹੁੰਦਾ ਕੋਈ ਗੱਲ ਯਾਰ ਦਿਓ ਸਾਲਕ, ਸ਼ਹਿਰ ਵਾਲੇ ਸਾਲ ਨਹੀਂ ਦਿੰਦੇ। ਇਸ ਕਰਕੇ ਡੇ ਟੂ ਡੇ ਪਲਾਨ ਦੇ ਨਾਲ ਲੋਕ ਤੁਹਾਡੇ ਤੋਂ ਕੀ ਉਮੀਦਾਂ ਰੱਖਦੇ ਆ, ਲੋਕਾਂ ਨੇ ਕਿਸ ਤਰੀਕੇ ਬਾਕੀ ਪਾਰਟੀਆਂ 'ਚੋਂ ਆਏ ਤੁਹਾਡੇ ਬੰਦਿਆਂ ਨੂੰ ਮਹੀਨੇ ਦੇ ਵਿੱਚ ਹੀ ਪ੍ਰਵਾਨ ਕਰਤਾ ਕਿ ਜਾਓ, ਦਿੱਤਾ ਇੱਕ ਮੌਕਾ, ਪਰ ਉਹਨਾਂ ਨੇ 5 ਸਾਲ ਦਾ ਮੌਕਾ ਨਹੀਂ ਦਿੱਤਾ। ਮੰਨ ਕੇ ਚੱਲਿਓ ਕਿ ਅੱਗੇ ਸਰਕਾਰਾਂ ਕੰਮ ਆਖਰੀ 6 ਮਹੀਨੇ ਕਰਦੀਆਂ ਸੀ, ਤੁਹਾਨੂੰ ਪਹਿਲੇ 6 ਮਹੀਨਿਆਂ 'ਚ ਕਰਨੇ ਪੈਣੇ ਆ। ਉੱਪਰੋਂ ਸੰਗਰੂਰ ਦੀ ਲੋਕ ਸਭਾ ਚੋਣ ਜਿਹੜੀ ਹੈ ਉਹ ਵੱਟ ਤੇ ਪਈ ਆ, ਅਸਤੀਫਾ ਭਗਵੰਤ ਮਾਨ ਦਾ ਪ੍ਰਵਾਨ ਹੈ। ਹਾਂ ਨਹੀਂ ਉਹ ਵੀ ਕੰਮ ਹੋ ਗਿਆ ਵੈਸੇ। ਚਲੋ ਅੰਮ੍ਰਿਤਸਰ ਵਾਲੇ ਪਾਸੇ ਤੇ ਮੇਰੇ ਖਿਆਲ ਨਾਲ ਰਿੰਟੂ ਸਾਹਿਬ ਪਹਿਲਾਂ ਆ ਗਏ ਸੀ, ਕੁਝ ਬੰਦੇ ਬਾਅਦ 'ਚ ਆ ਗਏ ਨੇ। ਹੁਣ ਕੁੱਲ ਮਿਲਾ ਕੇ ਅੰਮ੍ਰਿਤਸਰ ਵਾਲਾ ਤੇ ਉਹ ਕਹਿੰਦੇ ਵੀ ਨਹੀਂ ਇਹ ਤਾਂ ਹੁਣ ਨਗਰ ਨਿਗਮ ਆਪਣੀ ਹੈ ਜੀ। ਜੇ ਤੇ ਇਸ ਹਿਸਾਬ ਨਾਲ ਨਗਰ ਨਿਗਮ ਆਪਣੀ ਕਰਨੀ ਹੈ ਤੇ ਫਿਰ ਤੇ ਕਲੀਅਰ ਹੀ ਆ, ਫਿਰ ਤੇ ਬਾਕੀ ਸ਼ਹਿਰਾਂ ਦੇ ਵਿੱਚੋਂ ਬੰਦੇ ਆਪਣੇ ਨਾਲ ਰਲਾ ਲਓ ਤੇ ਲੋਕਾਂ ਵੱਲੋਂ ਪ੍ਰਵਾਨ ਹੀ ਆ। ਪਰ ਚੋਣਾਂ ਤਾਂ 6 ਮਹੀਨਿਆਂ 'ਚ ਹੋਣੀਆਂ ਹੀ ਹੋਣੀਆਂ। ਨਹੀਂ ਮੈਂ ਉਹੀ ਕਹਿ ਰਿਹਾ ਵੀ ਇੱਕ ਤੇ ਹੁੰਦਾ ਨਾ ਵੀ ਲੈ ਉਹਦੇ 'ਚ ਕਿਹੜੀ ਗੱਲ ਆ ਯਾਰ, ਜੇ ਪਹਿਲਾਂ ਲੋਕਾਂ ਨੇ ਕਬੂਲ ਕਰ ਲਿਆ ਤੇ ਹੁਣ ਕਿਤੇ ਬੰਦੇ ਨੂੰ ਕਬੂਲ ਨਾ ਕਰਨਗੇ ਫਿਰ ਕੀ ਫਰਕ ਪੈਂਦਾ ਵੀ ਜੇ ਪਿੱਛੋਂ ਨਾ ਐਸ ਚੀਜ਼ 'ਚ ਵੱਜਦਾ ਵੀ ਹੈ। ਉਹ ਇੱਕ ਵਾਰ ਤਜਰਬਾ ਹੋ ਸਕਦਾ ਕਾਮਯਾਬ ਹੋ ਗਿਆ ਹੋਵੇ। ਜੇ ਦੁਬਾਰਾ ਲੋਕਾਂ ਨੇ ਇਹ ਚੀਜ਼ ਦੇਖ ਲਈ ਨਾ ਵੀ ਯਾਰ ਇਹਨਾਂ ਦੇ ਫਿਰ ਪਖੰਡੀ ਫੜ ਲਿਆ, ਵੀ ਕੱਲ ਨੂੰ ਮੰਨ ਲਓ ਵੀ ਆਪਾਂ ਚਲੋ ਵੱਡੇ ਨਾਂ ਨਹੀਂ ਲੈਂਦੇ, ਦਰਮਿਆਨੇ ਜੇ ਨਾਮ ਹੀ ਜੇ ਬਾਕੀ ਪਾਰਟੀਆਂ ਵਾਲੇ ਆਣ ਕੇ ਆਖਣ ਵੀ ਅਸੀਂ ਵੀ ਤੇ ਆਮ ਆਦਮੀ ਆ ਯਾਰ, ਇਹਦੇ 'ਚ ਕੀ ਫਰਕ ਪੈਂਦਾ। ਦੇਖੋ ਸੰਧਾਲੀਆ ਸਾਹਿਬ ਕੰਮ ਕਰਨਾ ਪੈਣਾ ਇਹਨਾਂ ਨੂੰ ਠੋਕ ਕੇ, ਇਹ ਜਾਣਦੇ ਵੀ ਆ, ਉਹ ਸਾਰੇ ਬੰਦੇ ਕਹਿੰਦੇ ਆ। ਪਟਿਆਲਾ ਕੈਪਟਨ ਸਾਹਿਬ ਦਾ ਹੀ ਸੀ ਪਰ ਹੈ ਨਹੀਂ, ਲੰਬੀ ਵੱਡੇ ਬਾਦਲ ਸਾਹਿਬ ਦੀ ਸੀ ਪਰ ਹੈ ਨਹੀਂ, ਜਲਾਲਾਬਾਦ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਹੀ ਸੀ, ਹੈ ਨਹੀਂ। ਜਿਹੜਾ ਬੰਦਾ ਕਹਿੰਦਾ ਸੀ ਮੈਂ ਅੰਮ੍ਰਿਤਸਰ ਛੱਡ ਕੇ ਨਹੀਂ ਜਾਣਾ, ਮੈਂ ਇੱਕ ਪਾਰਟੀ ਛੱਡ ਦਿੱਤੀ ਅੰਮ੍ਰਿਤਸਰ, ਉਸ ਨਵਜੋਤ ਸਿੰਘ ਸਿੱਧੂ ਦਾ ਹੁਣ ਹੈ ਨਹੀਂ।
ਮਜੀਠੀਆ ਸਾਹਿਬ ਵੀ ਹਰ ਗਿਆ, ਮਾਝੇ ਦੇ ਜਰਨੈਲ ਸੀ ਤੇ ਸਾਰੇ ਮਾਝੇ 'ਚ ਸੀਟ ਇੱਕੋ ਹੀ ਹੈ ਅਕਾਲੀ ਦਲ ਦੀ। ਜਾਣੀ ਕਹਿੰਦੇ ਕਹਾਉਂਦੇ ਬੰਦੇ ਜਿਨ੍ਹਾਂ ਨੂੰ ਐਂ ਲੱਗਦਾ ਸੀ ਕਿ ਨਾ ਭਾਈ ਬੀਬੀ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਰਹਿਣ ਤਾਂ ਜ਼ਮਾਨਤ ਜ਼ਬਤ ਹੋ ਜਾਵੇ, ਜਾਣੀ ਕੋਈ ਛੋਟੀ ਗੱਲ ਨਹੀਂ ਹੈਗੀ, ਉਹ ਵੱਡੀ ਗੱਲ ਹੈ। ਇਸ ਕਰਕੇ ਪੇਟੈਂਟ ਨਹੀਂ ਕਰਕੇ ਦਿੰਦੇ ਹੁਣ ਪੰਜਾਬ ਦੇ ਲੋਕ, ਇਹ ਗੱਲ ਬੜੀ ਕਲੀਅਰ ਹੈ। ਹੁਣ ਤੇ ਉਹ ਰੁਕੇ ਜਿਹੇ ਲਿਖ ਦਿੰਦੇ, ਜਿੱਦਾਂ ਪਰਚੀ ਲਿਖ ਦਿੰਦੇ ਡਾਕਟਰ, ਉਹ ਕਹਿੰਦਾ ਬਾਹਰੋਂ ਲੈ ਆਇਓ ਬਸ। ਉਹ ਬੀਬੀਆਂ ਹੁੰਦੀਆਂ ਨਾ, ਆਲੂ ਐਸ ਰੇੜੀ ਵਾਲਾ ਆਲੂ ਅੱਜ ਫੜ ਕੇ ਦੂਜਾ ਦੇਖਣਾ, ਉਹ ਭਾ ਤੂੰ ਕਿੰਨੇ ਨੂੰ ਲਾਏ। ਹੁਣ ਪੰਜਾਬ ਦੇ ਲੋਕਾਂ ਦੇ ਵੀ ਹਾਲਾਤ ਇਦਾਂ ਹੀ ਨਹੀਂ, ਇਹ ਜਿਹੜੀ ਚੀਜ਼ ਆ ਇਹ ਫਰਕ ਤੇ ਹੈਗਾ ਜੀ। ਸਮਾਂ ਘੱਟ ਆ, ਟਾਪ ਗੇਅਰ ਲਾਉਣਾ ਪਊਗਾ ਜੀ। ਪਰ ਟਾਪ ਗੇਅਰ ਇਦਾਂ ਨਹੀਂ ਲਾਇਆ ਜਾ ਸਕਦਾ ਵੀ ਜਿੱਧਰ ਨੂੰ ਮਰਜ਼ੀ ਕੱਢ ਦਿਓ ਗੱਡੀ। ਬਕਾਇਦਾ ਇੱਕ ਰੋਡ ਮੈਪ ਬਣਾ ਕੇ ਤਰਤੀਬਵਾਰ ਵੀ ਪਹਿਲਾਂ ਆਹ ਕਰਨਾ, ਆਹ ਕਰਨਾ, ਆਹ ਕਰਨਾ, ਫਲਾਣੇ ਲੀਡਰ ਦੀ ਆਹ ਡਿਊਟੀ, ਆਹ ਡਿਊਟੀ, ਆਹ ਡਿਊਟੀ, ਫਲਾਣੇ ਮੰਤਰੀ ਦੀ ਜਿਹੜਾ ਵੀ ਬਣੂਗਾ ਉਹਦੀ ਆਹ ਡਿਊਟੀ, ਆਹ ਡਿਊਟੀ ਤੇ ਆਹ ਡਿਊਟੀ ਆ। ਤੇ ਸਭ ਤੋਂ ਵੱਡੀ ਗੱਲ ਇਹ ਵੀ ਜਿਹੜੇ ਬੰਦਿਆਂ ਦੇ ਥਰੂ ਪ੍ਰਸ਼ਾਸਨ ਚੱਲਣਾ, ਕਿਉਂਕਿ ਇੱਕ ਤੇ ਹੋ ਗਈ ਉੱਤੇ ਸਿਆਸੀ ਲੇਅਰ, ਇੱਕ ਹੋ ਗਿਆ ਪ੍ਰਸ਼ਾਸਨ ਜਿਹਦੇ ਵਿੱਚ ਅਫਸਰ ਤੇ ਮੁਲਾਜ਼ਮ ਆ ਗਏ, ਉਹਨਾਂ ਦੇ ਵਿੱਚ ਵੀ ਘੱਟੋ ਘੱਟ ਇਹ ਮੈਸੇਜ ਆਵੇ ਕਿ ਜਿਹੜੇ ਵੀ ਉਹਨਾਂ ਦੇ ਵਿੱਚ ਇਮਾਨਦਾਰ ਬੰਦੇ ਆ ਉਹਨਾਂ ਨੂੰ ਲੱਗੇ ਵੀ ਯਾਰ ਗੱਲ ਸਾਡੀ ਆ, ਜੇ ਮੇਰੀਆਂ ਅੱਖਾਂ ਸਾਹਮਣੇ ਕੋਈ ਮਾੜੀ ਮੋਟੀ ਹੇਰਫੇਰ ਹੁੰਦੀ ਆ ਮੈਂ ਉੱਤੇ ਦੱਸੂਗਾ ਤੇ ਸਗੋਂ ਉਹਦੇ 'ਚ ਫਾਇਦਾ ਹੋਊਗਾ। ਪਹਿਲਾਂ ਨਹੀਂ ਤੇ ਇਹੋ ਹੀ ਨੁਕਸਾਨ ਹੁੰਦਾ ਰਿਹਾ ਵੀ ਅਗਲਾ ਕਹਿੰਦਾ ਤੂੰ ਦੱਸ ਸਹੀ ਫਿਰ ਤੇਰੀ ਬਦਲੀ ਵੇਖੀ ਕਿੱਥੇ ਕਰਦੇ ਆ। ਨਹੀਂ ਤੂੰ ਕੰਮ, ਬੜੀਆਂ ਵੀਡੀਓ ਆਡੀਓ ਆਈਆਂ ਸੀ, ਆਡੀਓ ਕੀ ਆਉਂਦੀਆਂ ਹੁੰਦੀਆਂ ਸੀ ਨਾ, ਤੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਉਣੀ ਆਉਂਦੀ, ਤੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ। ਉਹ ਕਹਿੰਦਾ ਜੀ ਦੱਸੋ ਸਰ, ਤੈਨੂੰ ਸਤਿ ਸ੍ਰੀ ਅਕਾਲ, ਤੂੰ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਕਰਨਾ ਆ, ਤੂੰ ਕੱਲ ਦੀ ਤੇਰੀ ਬਦਲੀ ਹੋਈ ਆ, ਪਰਸੋਂ ਦਾ ਤੂੰ ਆਇਆ ਤਾਂ ਤੂੰ ਮੈਨੂੰ ਅਜੇ ਸਤਿ ਸ੍ਰੀ ਅਕਾਲ ਨਹੀਂ ਕਰਨਾ ਆ। ਇੱਥੇ ਸਤਿ ਸ੍ਰੀ ਅਕਾਲ ਕਰਨ ਆਓ ਨਾ, ਉਹ ਲੋਕਾਂ ਨੂੰ ਸਤਿ ਸ੍ਰੀ ਅਕਾਲ ਕਰੋ ਜਿਹੜੇ ਕੰਮ ਕਰਾਉਣ ਆਉਂਦੇ ਆ, ਬਸ ਇੰਨਾ ਕੁ ਮਸਲਾ। ਲੋਕ ਤੇ ਫਿਰ ਸਤਿ ਸ੍ਰੀ ਅਕਾਲ ਕਹਿੰਦੇ, ਸਾਡੇ ਲੋਕ ਸਤਿ ਸ੍ਰੀ ਅਕਾਲ ਹੀ। ਉਹ ਫਿਰ ਮੁੜ ਕਹਿੰਦੇ ਚਾਚਾ ਦੇਖ ਲਾ 600 ਵੋਟ ਤਾਂ ਖਰੀਦੀ, ਮਿਹਨਤ ਮੈਂ ਦੇਖ ਲਾ ਕਿੰਨੀ ਕਰੀ, ਉਹ ਵੋਟਾਂ 283 ਪਈਆਂ। ਲੋਕ ਮਾੜੇ ਆ, ਲੋਕ ਬਹੁਤ ਮਾੜੇ। ਸੰਧਾ ਜੀ ਸਾਹਿਬ, ਹਾਂਜੀ ਕਾਂਗਰਸ ਦੀ ਗੱਲ ਕਰ ਲਈਏ। ਮੈਂ ਵੀ ਉਧਰ ਹੀ ਆਉਣ ਲੱਗਿਆ ਸੀ ਵੀ ਦੇਖੋ ਉਹ ਹੁਣ ਜਿਸ ਹਿਸਾਬ ਨਾਲ ਕੰਮ ਉਹਨਾਂ ਦਾ ਖਿਲਰ ਗਿਆ ਉਹ ਵੀ ਸਮਝੋਂ ਬਾਹਰ ਹੋ ਗਿਆ ਹੈ ਨਾ। ਵੀ ਇੱਕ ਤਾਂ ਹੁੰਦਾ ਨਾ ਵੀ ਪੰਡ, ਉਹ ਕਹਿੰਦਾ ਇਧਰੋਂ ਥੋੜਾ ਜਿਹਾ ਗੋਡਾ ਮਾਰੋ, ਕਹਿੰਦਾ ਗੋਡਾ ਕਿੱਦਾਂ ਮਾਰਾ, ਉਧਰੋਂ ਨਿਕਲ ਜਾਣੀ ਸਾਰੀ ਪਰਾਲੀ। ਉਹ ਕਹਿੰਦਾ ਨਹੀਂ ਇਧਰੋਂ ਤੂੰ ਵੀ ਗੋਡਾ ਲਾ ਕੇ ਰਾ, ਕਹਿੰਦਾ ਗੋਡੇ ਜੇ ਦੋਵਾਂ ਲਾ ਲੇ ਫਿਰ ਗੰਢ ਨਹੀਂ ਵੱਜਣੀ। ਉਹ ਕੰਮ ਇਸ ਵਕਤ ਹੋਇਆ ਪਿਆ ਕਾਂਗਰਸ ਪਾਰਟੀ ਦਾ। ਚਲੋ ਚਿੰਤਨ ਮੰਥਨ ਉਹ ਬਹਿ ਕੇ ਕਰਨ ਲੱਗ ਪਿਆ, ਪਰ ਮੈਂ ਬੜਾ ਹੈਰਾਨ ਆ ਵੀ ਯਾਰ ਚਿੰਤਨ ਮੰਥਨ ਫਿਰ ਲੀਡਰਾਂ 'ਚ ਬਹਿ ਕੇ ਕਰੀ ਜਾਂਦੇ ਉਹਨਾਂ 'ਚ। ਨਹੀਂ ਉਹਨਾਂ ਦਾ ਕੰਮ ਬੜਾ ਸਿੱਧਾ, ਉਹਨਾਂ ਦਾ ਕੰਮ ਬੜਾ ਸਿੱਧਾ। ਉਹ ਮੈਂ ਹੈਰਾਨ ਆ, ਕਾਂਗਰਸ ਪਾਰਟੀ ਨੇ 5 ਸਾਲ ਰਾਜ ਕੀਤਾ, ਚੰਨੀ ਸਾਹਿਬ ਨੇ ਕਦੇ ਵੀ ਨਹੀਂ ਕਿਹਾ ਸੀ ਸ਼ੁਰੂ 'ਚ ਕਿ ਕੈਪਟਨ ਸਾਹਿਬ ਨੇ ਵਧੀਆ ਕੰਮ ਨਹੀਂ ਕੀਤਾ, ਸਗੋਂ ਮਿਲਣ ਜਾਣਾ ਸੀ ਉਹਨਾਂ ਨੇ ਤਾਂ ਮੁੱਖ ਮੰਤਰੀ ਇੱਦਣ ਬਣੇ ਆ। ਉਹ ਬਾਅਦ ਵਿੱਚ ਸਾਰਾ ਕੁਝ ਹੋਇਆ। ਤੇ ਹੁਣ ਚਾਹੇ ਗੁਰਪ੍ਰੀਤ ਸਿੰਘ ਜੀਪੀ ਹੋ ਰਹੀ ਹੈ, ਚਾਹੇ ਬਿੱਟੂ ਸਾਹਿਬ ਆ, ਕੋਈ ਬੰਦਾ ਕਾਂਗਰਸ ਦਾ ਉਹ ਇਹ ਸਮਝਣ ਨੂੰ ਹੀ ਤਿਆਰ ਨਹੀਂ ਕਿ ਤੁਹਾਡੇ ਤੋਂ ਕੰਮ ਨਹੀਂ ਹੋਏ, ਲੋਕਾਂ ਨੇ ਤੁਹਾਨੂੰ ਤਾਂ ਹਰਾਇਆ। ਕੋਈ ਕਹੀ ਜਾਂਦਾ ਜੀ ਸਿੱਧੂ ਹਰਾ ਗਿਆ, ਚੰਨੀ ਹਰਾ ਗਿਆ, ਇੱਕ ਨੇ ਕਹਤਾ ਜਾਖੜ ਹਰਾ ਗਿਆ, ਇੱਕ ਬੀਬੀ ਸੋਨੀ ਤੱਕ, ਅੰਬਿਕਾ ਸੋਨੀ ਤੱਕ ਵੀ ਪਹੁੰਚ ਗਿਆ ਜੀ, ਉਹਨਾਂ ਨੇ ਹਰਾਤਾ। ਜਾਣੀ ਅਜੇ ਵੀ ਲੀਡਰਾਂ ਦੇ ਨੁਕਸ ਕੱਢੀ ਜਾਂਦੇ। ਆਖਿਆ ਜੀ ਸਿੱਧੂ ਸਾਹਿਬ ਤੇ ਚੰਨੀ ਸਾਹਿਬ ਨਾ ਉਹਨਾਂ ਦਾ ਆਪਸ 'ਚ ਬਖਰੇਵਾ ਸੀ। 69 ਬੰਦੇ ਮਾਲਵੇ ਦੇ ਉਮੀਦਵਾਰ ਸੱਦੇ ਨਾ ਹਰੀਸ਼ ਚੌਧਰੀ ਹੋਰਾਂ ਨੇ ਕਿ ਆਪਾਂ ਤੁਸੀਂ ਦੱਸੋ ਕਿਉਂ ਹਾਰੇ। ਆਖਿਆ ਜੀ ਉਹ ਚੰਨੀ ਸਾਹਿਬ ਤਾਂ ਸਿੱਧੂ ਸਾਹਿਬ ਦੀ ਖਹਿਬਾਜੀ ਸੀ। ਮੰਨ ਲਓ ਸਿੱਧੂ ਸਾਹਿਬ ਤੇ ਚੰਨੀ ਸਾਹਿਬ ਦੀ ਖਹਿਬਾਜੀ ਨਹੀਂ, ਉਹਦੇ ਨਾਲ ਲੋਕਾਂ ਨੂੰ ਤਨਖਾਹ ਮਿਲਣੀ ਹੈ, ਲੋਕਾਂ ਨੂੰ ਭੁੱਖ ਲੱਗਣੋਂ ਹਟ ਜਾਣੀ ਹੈ, ਜਾਂ ਲੋਕਾਂ ਦੇ ਛੱਪੜ ਸਾਫ਼ ਹੋ ਜਾਣੇ ਆ, ਜਾਂ ਜਿਹੜੇ ਬੇਰੁਜ਼ਗਾਰ ਆ ਉਹਨਾਂ ਨੂੰ ਨੌਕਰੀਆਂ ਮਿਲ ਜਾਣੀਆਂ। ਇਹ ਨਹੀਂ ਕਹਿੰਦੇ ਕਿ ਜਿਹੜੇ ਬੱਸਾਂ 'ਚ ਤੁੰਨ ਕੇ ਵੀ ਮੁੜ ਕੇ ਡੰਡੇ ਪੈਂਦੇ ਸੀ, ਜਾਂ ਜਿਹੜੇ 111 ਦਿਨਾਂ ਦੇ 111 ਕੰਮਾਂ ਦੇ ਬੋਰਡ ਲਵਾਤੇ ਜਾਂ ਅਖਬਾਰਾਂ 'ਚ ਇਸ਼ਤਿਹਾਰ ਦੇ ਦਿੱਤੇ, ਉਹ ਕੰਮ ਨਹੀਂ ਸੀ ਹੋਏ। ਇਸ ਕਰਕੇ ਲੋਕਾਂ ਨੇ ਹਰਾਇਆ। ਇੱਕ ਵੀ ਬੰਦਾ ਉਧਰਲੇ ਪਾਸੇ ਨੂੰ ਤੁਰਦਾ ਨਹੀਂ। ਕੋਈ ਕਹਿੰਦਾ ਜੀ ਚੰਨੀ ਨੂੰ ਪਾਰਟੀ 'ਚੋਂ ਕੱਢ ਦਿਓ, ਕੋਈ ਕਹਿੰਦਾ ਜੀ ਸਿੱਧੂ ਨੂੰ ਕੱਢ ਦਿਓ, ਕੋਈ ਕਹਿੰਦਾ ਜੀ ਕਸੂਰ ਹੀ ਸਾਰਾ ਆਖੜਦਾ। ਮੈਂ ਤਦੇ ਤਾਂ ਕਿਹਾ, ਇਹੀ ਤਾਂ ਮੈਂ ਬੇਨਤੀ ਕੀਤੀ। ਮੈਂ ਕਿਹਾ ਵੀ ਚਿੰਤਨ ਅਕਾਲੀ ਦਲ ਵਾਲਿਆਂ ਵੀ ਕੀਤਾ, ਕਾਂਗਰਸ ਵਾਲਿਆਂ ਵੀ ਕੀਤਾ, ਮੰਥਨ ਵੀ ਕਰ ਰਹੇ ਨੇ, ਕਰ ਫੇਰ ਲੀਡਰਾਂ ਨਾਲ ਰਹੇ ਨੇ। ਉਹ ਜਿਹੜਾ ਬੰਦਾ ਹਾਰ ਗਿਆ ਉੱਥੇ ਜਾ ਕੇ ਮੈਨੂੰ ਥੋੜਾ ਵੀ ਮੇਰੀ ਗਲਤੀ ਜਨਾਬ ਤਾਂ ਹਾਰ ਗਏ, ਅਗਲਾ ਕਹੋ ਜੀ ਇਹਨਾਂ ਦੀ ਗਲਤੀ ਸੀ ਤਾਂ ਹਾਰ ਗਏ। ਗੱਲ ਤੇ ਇਹ ਹੈ ਵੀ ਆਪਾਂ ਸ਼ੁਰੂ ਤੋਂ ਕਹਿੰਦੇ ਆਏ ਵੀ ਇੱਕ ਨਾ ਲੇਅਰ ਵਿੱਚ ਬਣ ਗਈ ਸੀ ਉੱਪਰ ਰਾਜਨੀਤੀ, ਉਹਦੇ ਥੱਲੇ ਜਿਹੜੇ ਘੇਰੇ ਬੰਦੇ ਹੁੰਦੇ, 5-4 ਜਨਾਬ ਹੋਏ ਅੱਜ ਤੇ ਨੀਲਾ ਕੋਟ ਟਾਈ, ਓਏ ਕਮਾਲ ਕਰ ਦਿੱਤੀ ਜਨਾਬ। ਹੁਣੇ ਮੈਂ ਬਾਹਰ ਆਇਆ, ਉਹਨਾਂ ਨੇ ਕਿਹਾ ਵੀ ਮਹਾਰਾਜ ਉਹਨਾਂ ਦੇ ਦਰਸ਼ਨ ਕਰਨੇ, ਕੋਈ ਗੱਲ ਨਹੀਂ ਕਰਾਉਣੇ। ਉਹ ਥੋੜਾ ਪਹੁੰਚ ਦਿੱਤਾ ਵੀ ਵੀਰ ਮੇਰਾ ਟਾਈ ਭਾਵੇਂ ਤੂੰ ਨਾ ਲਾਉਂਦਾ, ਥੱਲੇ ਜਿਹੜੇ ਲੋਕਾਂ ਦੇ ਆਣ ਕੇ ਲੈਣ ਲੱਗੀ ਉਹਨਾਂ ਦੇ ਦੁਖੜੇ ਸੁਣ ਲਓ ਜੀ। ਉਹ ਜਿਹੜੀ ਲੇਅਰ ਤੱਕ ਨਹੀਂ ਪਹੁੰਚੇ, ਹੁਣ ਵੀ ਗੱਲ ਨਹੀਂ ਗਈ। ਖੈਰ ਇੱਕ ਗੱਲ ਆ, ਇਹ ਸਾਰੇ ਕੁਛ 'ਚ ਜਿੱਦਾਂ ਤੁਸੀਂ ਹੁਣ ਜ਼ਿਕਰ ਕੀਤਾ ਨਾ ਵੀ ਉਹ ਫਲਾਣੇ ਦੀ ਫਲਾਣੇ ਨਾਲ ਬਣਦੀ ਨਹੀਂ, ਇਹਦੇ ਐਂ ਗੱਲ ਕਰਦੇ ਵੀ ਲੋਕਾਂ ਨੂੰ ਉਹ ਰੇਤ ਰੂਤ ਵਾਲੇ ਜਿਹੜੇ ਟਿੱਪਰ ਜਿਹਦੇ ਕੈਪਟਨ ਸਾਹਿਬ ਵੀ ਗੱਲ ਕਰਦੇ ਵੀ ਹਾਂ ਮਹਾਰਾਜ ਇੰਨੇ ਬੰਦੇ ਆਹ ਕੰਮ ਕਰਦੇ। ਉਹ ਜੀ ਉਹ ਟਿੱਪਰ ਦੇ ਉਹਨੇ ਨਾਂ ਲਿਖ ਦਿੱਤਾ ਹੈ, ਉਹ ਕਹਿੰਦਾ ਵੀ ਇਹ ਫਲਾਣੇ ਦਾ, ਇਹ ਫਲਾਣੇ ਦਾ, ਫਲਾਣੇ ਦਾ, ਉੱਤੇ ਕੱਪੜਾ ਪਾ ਕੇ ਲੈ ਕੇ ਜਾਂਦੇ, ਫਿਰ ਨਹੀਂ ਲੋਕਾਂ ਨੂੰ ਪਤਾ ਲੱਗਣਾ ਵੀ ਇਹ ਕੌਣ ਲਈ ਜਾਂਦਾ। ਇਹਦਾ ਮਤਲਬ ਇਹ ਹੋ ਗਿਆ ਵੀ ਜਿਹੜੀ ਚੀਜ਼ ਉਹ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉੱਪਰ ਹਾਈ ਕਮਾਂਡ ਨੂੰ, ਉਹ ਅਜੇ ਵੀ ਨਹੀਂ ਹੈਗੀ। ਅਤੇ ਜਿਹੜੀ ਚੀਜ਼ ਅਸਲ 'ਚ ਹੈਗੀ ਆ ਅਤੇ ਲੋਕਾਂ ਨੇ ਵਿਖਾਤੀ 92 ਸੀਟਾਂ ਦੇ ਰੂਪ ਦੇ ਵਿੱਚ,
ਉਸ ਚੀਜ਼ ਨੂੰ ਕਹਿੰਦੇ ਵੀ ਯਾਰ ਹੁਣ ਝੂਠ ਹੀ ਹੋ ਜੇ ਆਪ ਕਿਉਂ ਨਹੀਂ 2-4 ਦਿਨ ਮੰਥਨ ਹੋਣਾ ਇੱਕ ਨਾ ਖਹਿੜਾ ਜਾਂ ਛੋਟੇ ਜਿਹੇ ਫੇਰ ਤੇ ਮਗਰਲੇ ਸੰਭਾਲਣੀ ਆ। ਮੈਂ ਸੋਚਦਾ ਸੀ ਜਦੋਂ ਚੌਧਰੀ ਸਾਹਿਬ ਹਰੀਸ਼ ਚੌਧਰੀ ਉਹ ਬੈਠੇ ਹੋਣਗੇ ਵੱਡੇ ਸੋਫੇ ਤੇ 69 ਬੰਦੇ ਜਦੋਂ ਹੌਲੀ ਹੌਲੀ ਕਰਕੇ ਅੰਦਰ ਵੜਦੇ ਹੋਣੇ, ਸਤਿ ਸ੍ਰੀ ਅਕਾਲ ਇੱਕ ਦੂਜੇ ਨੂੰ ਕਿਨਵੇਂ ਤੇ ਤੀਜੇ ਤੇ ਤੁਸੀਂ, ਮੈਂ ਵੀ ਤੀਜੇ ਤੇ ਪਰ ਜ਼ਮਾਨਤ ਜ਼ਬਤ ਆ, ਤੁਸੀਂ ਨਾ ਕਰੋ ਯਾਰ ਗੱਲ ਕੋ ਨਹੀਂ ਲੱਗਦੇ ਆ ਨਾ ਕਰੋ, ਕਿਉਂਕਿ ਕਈ ਬੰਦੇ ਤਾਂ ਚੌਥੇ ਤੇ ਵੀ ਆਏ ਨੇ, ਜ਼ਮਾਨਤਾਂ ਜ਼ਬਤ ਹੋਈਆਂ, ਸੱਤਾਧਾਰੀ ਧਿਰ ਦੇ ਬੰਦੇ ਹੁਣ ਜ਼ਮਾਨਤਾਂ ਜ਼ਬਤ ਹੋ ਗਈਆਂ, ਹੁਣ ਇਹ ਕੋਈ ਛੋਟੀ ਗੱਲ ਨਹੀਂ। ਤੁਸੀਂ ਦੇਖੋ ਕਿ ਪਾਇਲ ਦੇ ਵਿੱਚ ਇੱਕ ਸਮਾਗਮ ਹੁੰਦਾ ਹੈ, ਉੱਥੇ ਜਾਂਦੇ ਆ ਜਿਹੜੇ ਕੈਬਨਿਟ ਮੰਤਰੀ ਰਹਿ ਚੁੱਕੇ ਆ ਗੁਰਕੀਰਤ ਕੋਟਲੀ ਸਾਹਿਬ, ਉੱਥੇ ਲਖਵੀਰ ਸਿੰਘ ਲੱਖੇ ਹੋਰੀ ਵੀ MLA ਜਿਹੜੇ ਰਹੇ ਉਹ ਉੱਥੇ ਆਪਣੇ ਸਾਰੇ ਉਹਨਾਂ ਨੇ ਵਰਕਰ ਸੱਦੇ, ਉਹ ਜਿਉਂ ਗੁਰਕੀਰਤ ਕੋਟਲੀ ਹੋਰੀ ਉੱਥੇ ਲੱਗੇ, ਦੇਖੋ ਜੀ ਆ ਸ਼ਮਸ਼ੇਰ ਸਿੰਘ ਦੂਲੋ ਵਰਗੇ ਬੰਦੇ ਜਿਹੜੇ ਆ ਪਾਰਟੀ ਦੀ ਪਿੱਠ 'ਚ ਛੁਰਾ ਮਾਰਿਆ, ਪਹਿਲੇ ਰੌਲਾ ਪਾਉਂਦੇ ਸੀ ਐਂ ਹੋ ਗਿਆ, ਇਹ ਪਾਰਟੀ ਦੇ ਵੱਡੇ ਲੀਡਰਾਂ ਦੇ ਕਰਕੇ ਆਪਾਂ ਹਰੇ ਆ। ਠੀਕ ਹੈ, ਹੁਣ ਤੁਸੀਂ ਆਪਣੀ ਗੱਲ ਕਹਿਤੀ, ਕੋਈ ਕਹਿੰਦਾ ਜੀ ਆਪਾਂ ਸਿੱਧੂ ਕਰਕੇ ਹਰੇ ਆ, ਪਰ ਕਮਾਲ ਦੀ ਗੱਲ ਹੈ ਵਰਕਰ ਤੋਂ ਫੀਡਬੈਕ ਲੈਣ ਦੇ ਲਈ ਤੁਸੀਂ ਪਹਿਲਾਂ ਐਪ ਦੇ ਦਿੰਨੇ ਹੋ ਕਿ ਮੁੱਖ ਮੰਤਰੀ ਕਿਹਨੂੰ ਬਣਾਈਏ, ਟੈਲੀਫੋਨ ਨੰਬਰ ਦੇ ਦਿੰਨੇ ਹੋ ਕਿ ਮੁੱਖ ਮੰਤਰੀ ਕਿਹਨੂੰ ਬਣਾਇਓ, ਤੁਸੀਂ ਐਂ ਦੱਸੋ। ਰਾਹੁਲ ਗਾਂਧੀ ਹੋਰੀ ਕਹਿੰਦੇ ਪਾਰਟੀ ਵਰਕਰਾਂ ਤੋਂ ਫੀਡਬੈਕ ਲਈ ਹੈ ਕਿ ਮੁੱਖ ਮੰਤਰੀ ਦਾ ਦਾਅਵੇਦਾਰ ਕਿਹਨੂੰ ਬਣਾਈਏ, ਜਿੱਦਣ ਚੰਨੀ ਸਾਹਿਬ ਨੂੰ ਬਣਾਇਆ 4 ਦਿਨ ਰੁਕ ਕੇ ਮੀਟਿੰਗ ਕਰ ਲੈਂਦੇ, ਵਰਕਰਾਂ ਤੋਂ ਫੀਡਬੈਕ ਲਓ ਕਿ ਭਾਈ ਤੁਹਾਡੇ 'ਚ ਨੁਕਸ ਕਿਹੜਾ ਸੀ। ਹੁਣ ਤੁਸੀਂ ਦੇਖੋ ਨਹੀਂ ਇੱਕ ਉਹਦੇ 'ਚ ਬੇਨਤੀ ਮੈਂ ਕਰਾਂ, ਉਹ ਜਿਹੜੀ ਫੀਡਬੈਕ ਲੈਣੀ ਨਾ ਉਹਦੇ 'ਚ ਆਡੀਓ ਜ਼ਰੂਰ ਲਈ ਜਾਵੇ ਤੇ ਖਾਸ ਕਰਕੇ ਬਾਅਦ ਦੇ ਵਿੱਚ ਸਟ੍ਰਿਕਟਲੀ ਸਿਰਫ ਬੰਦੇ ਹੀ ਸੁਣਨ ਉਹਨਾਂ ਨੂੰ, ਫਿਰ ਵਰਕਰ ਟਰੂ ਫੀਡਬੈਕ ਦੇਣਗੇ। ਅਸਲ ਦੇ ਵਿੱਚ ਹੋ ਸਕਦਾ ਫਿਰ ਕਾਂਗਰਸ ਪਾਰਟੀ ਨੂੰ ਪਤਾ ਲੱਗੇ ਵੀ ਯਾਰ ਥੱਲੇ ਕੀ ਹੁੰਦਾ ਸੀ ਤੇ ਆਪਾਂ ਕੀ ਕਰਦੇ ਰਹੇ। ਇੱਕ ਕਾਂਗਰਸੀ ਵਿਧਾਇਕ ਸੀ ਮਾਝੇ ਤੋਂ, ਉਹਨਾਂ ਦਾ ਇੱਕ ਭਾਸ਼ਣ ਬੜਾ ਵੀਡੀਓ ਦੇ ਵਿੱਚ ਵੀ ਸੀ ਵਾਇਰਲ ਹੋਇਆ, ਮੇਰੇ ਬੰਦਿਆਂ ਦੀ ਗੱਡੀ ਸਰਕਾਰੀ ਦਫ਼ਤਰ 'ਚ ਥਾਣੇ ਸਿੱਧੀ ਜਾਊ, ਮੇਰੇ ਬੰਦਿਆਂ ਦੇ ਕੰਮ ਪਹਿਲਾਂ ਹੋਣੇ ਚਾਹੀਦੇ ਆ। ਹੁਣ ਤੁਹਾਡੀ ਸਰਕਾਰੀ ਗੱਡੀ ਵੀ ਅਗਲੇ ਲੈ ਚੱਲੇ ਆ। ਇਹ ਕੋਈ ਜੁੱਲੀ ਬਿਸਤਰੇ ਵਾਲੇ ਹੁੰਦੇ ਜਿਹੜੇ ਸਭ ਤੋਂ ਛੋਟੀ ਉਮਰ ਦੇ ਸੀ, ਤੁਸੀਂ ਕਹਿੰਦੇ ਨੇ ਜੁੱਲੀ ਬਿਸਤਰਾ ਜਗਾ ਦੇਣਾ ਹੀ। ਤੁਸੀਂ ਦੇਖੋ ਕਿ ਲੋਕਾਂ ਨੇ ਤੁਹਾਡਾ ਜੁੱਲੀ ਬਿਸਤਰਾ ਗੋਲ ਕਿੱਦਾਂ ਕੀਤਾ ਜੀ ਪੂਰਾ, ਜਾਣੀ ਕੋਈ ਹਿਸਾਬ ਕਿਤਾਬ ਹੁੰਦਾ ਨਾ ਗੱਲ ਕਰਨ ਦਾ ਵੀ ਆਪਾਂ ਕੀ ਬੋਲਣਾ ਹੈ, ਕਿ ਕੋਈ ਸੀਟ ਛੱਡ ਕੇ ਪਰੇ ਨੂੰ ਚਲੇ ਗਿਆ, ਅਗਲੇ ਤੀਜੇ ਚੌਥੇ ਥਾਂ ਦੇ ਉੱਤੇ ਫਿਰ ਲੋਕਾਂ ਨੇ ਜਿਹੜਾ ਕਾਇਮ ਕਰਤੇ। ਬੀਬੀ ਸੋਨੀਆ ਗਾਂਧੀ ਹੋਰਾਂ ਨੇ ਕਿਹਾ ਜੀ ਅਸਤੀਫੇ ਦੇ ਦਿਓ, 5 ਹੀ ਸੂਬਿਆਂ ਦੇ ਜਿਹੜੇ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਸਿੱਧੂ ਸਾਹਿਬ ਦਾ ਅਸਤੀਫਾ ਜਾਊ। ਮੇਰੇ ਮਨ 'ਚ ਵੈਸੇ ਹੀ ਗੱਲ ਆਈ, ਚਾਹੀਦੇ ਨੇ ਇਹਨਾਂ ਨੂੰ ਆਪੇ ਅਸਤੀਫੇ ਦੇਣੇ ਚਾਹੀਦੇ ਸੀ ਕਿ ਤੁਹਾਡੇ ਤੁਸੀਂ ਆਪ ਹਾਰ ਗਏ, ਤੁਹਾਡੀ ਪਾਰਟੀ ਹਾਰ ਗਈ, ਤੁਸੀਂ ਅਸਤੀਫੇ ਅਜੇ ਜੇਬ 'ਚ ਤੁੰਨੀ ਫਿਰਦੇ ਹੋ ਫੋਲਡ ਕਰਕੇ। ਸੰਧਾਲੀ ਸਾਹਿਬ ਮੇਰੇ ਮਨ 'ਚ ਗੱਲ ਆਈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਨਾ ਬੀਬੀ ਪ੍ਰਿਯੰਕਾ ਗਾਂਧੀ ਨੇ ਸੈਂਕੜੇ 2 ਸੈਂਕੜੇ ਤੋਂ ਵੀ ਉੱਪਰ ਰੈਲੀਆਂ ਕੀਤੀਆਂ। ਇਧਰਲੇ ਪਾਸੇ ਚੌਧਰੀ ਸਾਹਿਬ ਨੂੰ ਇੰਚਾਰਜ ਲਾਇਆ ਸੀ, ਮੰਤਰੀ ਦਾ ਅਹੁਦਾ ਛੱਡ ਕੇ ਆ ਗਿਆ ਕਿ ਮੈਂ ਪੰਜਾਬ ਦਾ ਚਾਰਜ ਹੋਏ, ਮੈਂ ਪੰਜਾਬ ਦਾ ਇੰਚਾਰਜ ਹੋਏ। ਹੁਣ ਤੁਸੀਂ ਇੰਚਾਰਜ ਜਿਹਦੇ ਕਹੇ ਤੇ ਟਿਕਟਾਂ ਦਿੱਤੀਆਂ, ਜਿਹਦੇ ਕਹੇ ਤੇ ਸਾਰਾ ਕੁਝ ਹੋਇਆ, ਉਹਨੂੰ ਛੱਡੀ ਜਾਂਦੇ ਹੋ। ਬੀਬੀ ਪ੍ਰਿਯੰਕਾ ਗਾਂਧੀ ਵੀ ਛੱਡ ਲਏ, ਬਾਕੀ ਸਾਰੇ ਪ੍ਰਧਾਨ ਜਿਹੜੇ ਚੱਕ ਦਿੱਤੇ। ਤੇ ਜਦੋਂ ਤੁਹਾਡੇ ਤੋਂ ਕਪਿਲ ਸਿੱਬਲ ਹੋਰੀ ਕਹਿੰਦੇ ਆ ਕਿ ਹੁਣ ਮਾੜੀ ਜਿਹਾ ਗਾਂਧੀ ਪਰਿਵਾਰ ਵੀ ਪਾਸਾ ਆ, ਕਈ ਵਾਰੀ ਕਹਿੰਦੇ ਨੇ ਭਾਜੀ ਮਾੜਾ ਸੀਟ ਤੇ ਪਾਸੇ ਨੇ ਜਵਾਕ ਬਿਠਾਉਣਾ ਹੀ, ਹੁਣ ਕਿਸੇ ਹੋਰ ਨੂੰ ਬੈਲਣ ਦਿਓ, ਅਗਲੇ ਕਹਿੰਦੇ। ਉਹਦੇ ਕਪਿਲ ਸਿੱਬਲ ਸਾਹਿਬ ਨੇ ਲਾਈਨ ਵੀ ਵਧੀਆ ਬਣਾਈ, ਉਹ ਕਹਿੰਦੇ ਘਰ ਦੀ ਕਾਂਗਰਸ ਦੀ ਜਗ੍ਹਾ ਤੇ ਸਭ ਦੀ ਕਾਂਗਰਸ ਬਣਾਓ। ਇਹਦੇ ਆਪਾਂ ਅੱਗੇ ਵੀ ਜ਼ਿਕਰ ਕਰਦੇ ਸੀ, ਜਦੋਂ ਹੁਣ ਉਹ ਪਰਿਵਾਰ ਦੇ ਵਿੱਚੋਂ ਨਹੀਂ ਨਿਕਲਦੀ ਗੱਲ, ਉਹ ਕਹਿੰਦੇ ਵੀ ਇਹ ਹੁਣ ਰੌਲਾ ਪੈਣਾ, ਕਹਿੰਦੇ ਇਹ ਫਿਰ ਅਸਤੀਫਾ ਮੰਗਣਗੇ, ਤਾਂ ਕਰੋ ਵੀ ਆਪਣੇ ਆਪਣੇ ਬੰਦੇ ਸੱਦ ਲਓ। ਇਹ ਪਹਿਲਾਂ ਆਣ ਕੇ ਸਾਰੇ ਜਾਣੇ ਕਹਿੰਦੇ ਨਹੀਂ 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 ਪ੍ਰਧਾਨ ਜੀ ਦੇ ਤੇ ਅਸੀਂ ਬਿਲਕੁਲ ਮਤਲਬ ਜਿੱਦਾਂ ਇਹਨਾਂ ਨੇ ਕਿਹਾ ਉੱਦਾਂ ਹੀ ਕਰਨੀ ਆ। ਜਦੋਂ ਉਹ ਕੰਮ ਸੈਟਲ ਹੋ ਜੇ ਫਿਰ ਥੱਲਿਓਂ 5 4 10 ਬੰਦੇ ਛਾਂਗ ਦਿਓ। ਪਰ ਇੱਕ ਗੱਲ ਹੈਗੀ, 2 ਬੰਦਿਆਂ ਦਾ ਆਪਾਂ ਜ਼ਿਕਰ ਕਰ ਲਈਏ, ਉਹਨਾਂ ਦੋਵਾਂ ਨੇ ਵਧੀਆ ਗੱਲਾਂ ਕੀਤੀਆਂ। ਇੱਕ ਰਾਜਾ ਵੜਿੰਗ ਸਾਹਿਬ, ਉਹ ਕਹਿੰਦਾ ਮੇਰੇ ਹੱਥ ਜੋੜਿਓ, ਜਾਣ ਦਿਓ ਗੁੱਸੇ ਨੂੰ, ਕਿਉਂ ਕਹਿੰਦੇ ਤੁਸੀਂ ਖਿਲਾਰਾ ਪਾਉਣ ਡਏ ਆ। ਇੱਕੋ ਚੀਜ਼ ਨੇ ਤੁਹਾਨੂੰ ਹਰਾਇਆ, ਉਹਦਾ ਨਾਂ ਅਨੁਸ਼ਾਸਨ। ਵੀ ਨਾ ਤੁਹਾਡੇ 'ਚ ਪਹਿਲਾਂ ਸੀਗਾ, ਨਾ ਤੁਸੀਂ ਹੁਣ ਹੀ ਵਿਖਾਉਣ ਡਏ। ਵੀ ਜੇ ਪਹਿਲਾਂ ਤੁਹਾਨੂੰ ਆਖੀਦਾ ਵੀ ਨਾ ਕਰੋ ਇਹ ਕੰਮ, ਤੁਸੀਂ ਉਦੋਂ ਵੀ ਨਹੀਂ ਮੰਨੇ। ਜੇ ਤੁਹਾਨੂੰ ਹੁਣ ਆਖੀਦਾ ਵੀ ਯਾਰ ਘੱਟੋ ਘੱਟ ਖਿੱਦੋ 'ਚ ਰਹਿਣ ਦਿਓ, ਜਿਹੜੀਆਂ 5 4 ਹੈਗੀਆਂ ਪਰ ਉਹ ਵੀ ਕੱਢਣ ਦੇ ਹੋਏ ਤੁਸੀਂ ਵੀ ਕੱਲੀ ਕੱਲੀ ਲੀਰ ਕੱਢਣੀ ਹੈ। ਦੂਜੇ ਪ੍ਰਗਟ ਸਿੰਘ ਹੋਰੀ, ਉਹ ਕਹਿੰਦੇ ਵੀ ਸਾਹਿਬ ਤੁਸੀਂ ਕਿੱਦਾਂ ਜਾਪਦੀ ਗੱਲਬਾਤ। ਉਹ ਕਹਿੰਦੇ ਦੇਖੋ ਗੱਲ ਆ ਵੀ ਮੈਂ ਪਲੇਅਰ ਬੰਦਾ ਅਤੇ ਮੈਂ ਇਹੋ ਜਿਹੇ ਕੰਮ ਕਈ ਵਾਰਾਂ ਵੇਖਿਆ। ਇੱਥੇ ਮੈਂ ਆਖੀ ਜਾਵਾਂ ਫਲਾਣੇ ਦੀ ਜ਼ਿੰਮੇਵਾਰੀ, ਕੋਈ ਫਲਾਣੇ ਦੀ ਜ਼ਿੰਮੇਵਾਰੀ, ਮੈਂ ਭਾਵੇਂ ਜਿੱਤਿਆ ਜ਼ਿੰਮੇਵਾਰੀ ਮੇਰੀ ਵੀ ਵਿੱਚ ਉਨੀ ਆ। ਕਲੈਕਟਿਵ ਜ਼ਿੰਮੇਵਾਰੀ ਆ ਵੀ ਇਹ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਆ ਵੀ ਲੋਕਾਂ ਨੇ ਸਰਕਾਰ ਕਾਂਗਰਸ ਦੀ ਬਣਾਈ ਸੀ, ਅੱਜ ਜੇ ਫੇਲ ਹੋਈ ਆ ਤੇ ਕਾਂਗਰਸ ਹੋਈ ਆ, ਉਹ ਸਾਰੇ ਬੰਦਿਆਂ ਨੂੰ ਜ਼ਿੰਮੇਵਾਰੀ ਲੈਣੀ ਪਊਗੀ ਤੇ ਆਪਣਾ ਚਿੰਤਨ ਮੰਥਨ ਕਰਨਾ ਪਊਗਾ। ਨਾਲੇ ਰਹੀ ਗੱਲ ਇਹ ਵੀ, ਉਹ ਕਹਿੰਦੇ ਵੀ ਪੰਜਾਬੀ ਇਹੋ ਜਿਹਾ ਪਲਟਾ ਮਾਰਦੇ ਹੁੰਦੇ ਆ ਤੇ ਚੰਗੇ ਲਈ ਮਾਰਦੇ ਹੁੰਦੇ ਆ, ਐਤਕੀ ਉਹਨਾਂ ਨੇ ਫਿਰ ਮਾਰਿਆ ਉਹਦੇ ਤੁਸੀਂ ਵੀ ਆ ਗਏ, ਗੱਲ ਤੇ ਇੰਨੀ ਕੀ। ਨਹੀਂ ਠੀਕ ਹੈ ਜੀ, ਜਾਣੀ ਦੁੱਖ ਇੰਨਾ ਕੁ ਲੱਗਣਾ ਚਾਹੀਦਾ ਹੈ ਜਿੰਨਾ ਕੁ, ਉਹ ਦੁੱਖ ਬਹੁਤ ਜ਼ਰੂਰੀ ਹੈ। ਜੇ ਦੁੱਖ ਨਹੀਂ ਲੱਗੂਗਾ ਤਾਂ ਕੰਮ ਔਖਾ ਹੋ ਜਾਂਦਾ। ਠੀਕ ਹੈ, ਰਾਜਾ ਵੜਿੰਗ ਸਾਹਿਬ ਨੇ, ਪ੍ਰਗਟ ਸਿੰਘ ਹੋਰਾਂ ਨੇ ਸਾਰਾ ਕੁਝ ਕਹਿ ਦਿੱਤਾ, ਪਰ ਮੈਂ ਉਮੀਦ ਕਰਦਾ, ਮੈਂ ਸੋਚਦਾ ਸੀ ਵੀ CWC ਹੈ ਨਾ, ਕਾਂਗਰਸ ਵਰਕਿੰਗ ਕਮੇਟੀ, ਵੀ ਉਹਦੀ ਮੀਟਿੰਗ ਹੁੰਦੀ ਹੋਣੀ ਆ ਤੇ ਪਹਿਲਾਂ ਜਗਾੜ ਜਿਹਾ ਲਾ ਕੇ ਆਉਂਦੇ ਹੋਣੇ ਆ
ਕਿਉਂਕਿ ਮੁਰਲੇ 3 ਸੋਫਿਆਂ ਦੇ ਉੱਤੇ ਤਾਂ ਬੀਬੀ ਜੀ, ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਹੋ ਬੈਠੇ, ਪਹਿਲਾਂ ਹੀ 7-8 ਬੰਦੇ ਛੱਡ ਕੇ ਤੁਸੀਂ ਪੈਂਦੇ ਛੱਡੇ ਕਹਿਣਾ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ, ਤੁਸੀਂ ਰੈਲੀਆਂ ਕਰ ਗਏ, ਤੁਸੀਂ ਨਹੀਂ ਕਸਰ ਛੱਡੀ। ਬੀਬੀ ਜੀ, ਪ੍ਰਿਯੰਕਾ ਗਾਂਧੀ, ਤੁਹਾਡਾ ਭਾਸ਼ਣ ਬਹੁਤ ਵਧੀਆ ਹੋ ਗਿਆ। ਹੁਣ ਤਾਂ ਰਾਹੁਲ ਗਾਂਧੀ ਹੋਰੇ ਬੜੇ ਤੋਲ ਕੇ ਬੋਲਦੇ ਨੇ, ਤੁਹਾਡਾ ਕੋਈ ਕਸੂਰ ਨਹੀਂ ਹੈ, ਤੁਹਾਡੇ 'ਚ ਅਸੀਂ ਪੂਰਨ ਆਸਥਾ ਪ੍ਰਗਟ ਕਰਦੇ ਹਾਂ, ਉਹ ਅਸੀਂ ਨੁਕਸ ਲੱਭਾਂਗੇ ਕਿੱਥੇ ਆ। ਦੇਖੋ ਇੱਕ ਚੀਜ਼ ਆ, ਕੱਲ ਵੀ ਆਪਾਂ ਕਿਹਾ, ਪਰਸੋਂ ਵੀ ਕਿਹਾ, ਅੱਜ ਫਿਰ ਕਹਿ ਦਿੰਦੇ ਆ, ਕਾਂਗਰਸ ਪਾਰਟੀ ਦੀ ਜਦੋਂ ਉੱਪਰ ਮੰਥਨ ਹੁੰਦਾ, ਪਹਿਲਾਂ ਤਾਂ ਸਾਰਾ ਕੁਝ ਉਹ ਕਹਿੰਦੇ ਵੀ ਸੋਨੀਆ ਗਾਂਧੀ ਜੀ ਦੀ ਸਿਹਤ ਢਿੱਲੀ ਆ ਬਸ, ਜਾਂ ਵੀਰ ਜੀ ਦੇਖਦੇ ਸਾਰਾ ਕੁਝ, ਭੈਣ ਜੀ ਦੇਖਦੇ ਆ ਜੀ। ਉਹਨਾਂ ਨੇ ਵੀ ਉਦੋਂ ਮਾਤਾ ਜੀ ਨੂੰ ਬਿਠਾ ਲਿਆ। ਇਹ ਅਕਾਲੀ ਦਲ ਦੀ ਜਦੋਂ ਕਮੇਟੀ ਦੀ ਮੀਟਿੰਗ ਹੋਈ ਹੈ, ਉਸ ਤੋਂ ਪਹਿਲਾਂ ਸੁਖਬੀਰ ਬਾਦਲ ਸਾਹਿਬ ਸਾਰਾ ਕੁਝ ਦੇਖਦੇ ਆ, ਪਰ ਉਦੋਂ ਉਹਨਾਂ ਨੇ ਵੱਡੇ ਬਾਦਲ ਸਾਹਿਬ ਨੂੰ ਲੈ ਆਂਦਾ। ਕਹਿਣ ਤੋਂ ਭਾਵ ਇਹ ਆ ਵੀ ਜੇ ਹੁਣ ਆਪਾਂ ਚਿਹਰਿਆਂ 'ਤੇ ਜਾਂ ਇਸ ਚੀਜ਼ ਦਾ ਵੀ ਯਾਰ ਵੱਡਿਆਂ ਦਾ ਥੋੜ੍ਹਾ ਬਹੁਤ ਫਿਰ ਵੀ ਪ੍ਰਭਾਵ ਆ, ਅਸਰ ਆ, ਉਹ ਬੰਦੇ ਹੁਣ ਬੋਲਣ ਨਾ, ਜੇ ਤਾਂ ਆਪਾਂ ਇਹ ਮਾਈਕਰੋ ਮੈਨੇਜਮੈਂਟ ਦੇ ਵਿੱਚ ਹੀ ਪਏ ਰਹੇ ਤੇ ਫਿਰ ਆਪਾਂ ਮੱਤ ਸੋਚੀਏ ਵੀ ਯਾਰ ਆਉਣ ਵਾਲੇ ਟਾਈਮ ਦੇ ਵਿੱਚ ਉਹ ਗੱਡੀ ਕਿਸੇ ਨਾ ਕਿਸੇ ਪਾਸੇ ਸਹੀ ਹੋ ਜੂਗੀ। ਪਰ ਹਾਂ, ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਸਹੀ ਹੈ, ਕਿਉਂਕਿ ਲੋਕਾਂ ਦੀ ਕਿੱਡੀ ਕੁ ਯਾਦਾਸ਼ਤ ਹੈ ਯਾਰ। 2 ਸਾਲ ਹੋ ਗਏ, ਕੋਈ ਨਾ ਕੋਈ ਗਰਾਰੀ ਜੀ ਫਸ ਗਈ, ਉਹਨੇ ਜਿਹਨੂੰ ਕੋਈ ਨਾ ਕੋਈ ਪੇਚਾ ਪਏਗਾ। 27 ਤਾਂ ਕਿਸੇ ਨੇ ਵੇਖਿਆ ਵੀ ਕੀ ਬਣਨਾ ਕੀ ਨਹੀਂ ਬਣਨਾ। ਦੇਖਿਆ ਤਾਂ ਹੈ ਨਹੀਂ। ਅਸੀਂ ਤਾਂ ਬੀਬੀ ਸੋਨੀਆ ਗਾਂਧੀ ਨੂੰ ਸਿਰਫ ਇੱਕ ਛੋਟੀ ਜਿਹੀ ਸਲਾਹ ਦੇਣੀ ਹੈ ਵੀ ਬੀਬੀ ਜੀ, ਤੁਹਾਡੀ ਰਾਹੁਲ ਗਾਂਧੀ ਹੋਰਾਂ ਨਾਲ ਅਕਸਰ ਮੁਲਾਕਾਤ ਹੁੰਦੀ ਹੋਣੀ ਆ, ਤੇ ਰਾਹੁਲ ਗਾਂਧੀ ਹੋਰਾਂ ਨੂੰ ਕਹੋ ਕਿ ਜਿੱਦਾਂ ਅਮੇਠੀ ਦੇ ਨਾਲ ਤੁਸੀਂ ਉਹ ਕੇਰਲਾ ਦੇ ਵਿੱਚ ਇੱਕ ਸੀਟ ਵਾਈਨਾਡ ਦੀ ਮੇਰੇ ਖਿਆਲ ਨਾ ਉਹ ਲੋਕ ਸਭਾ ਦੀ ਸੀਟ ਲੱਭ ਲਈ ਸੀ, ਉਹਦੇ ਆਂਢ ਗੁਆਂਢ ਦੇ ਵਿੱਚ ਇੱਕ ਹਲਕਾ ਬੀਬੀ ਸੋਨੀਆ ਗਾਂਧੀ ਲਈ ਵੀ ਦੇਖ ਲੈਣ, ਕਿਉਂਕਿ ਜੇ ਆਹੀ ਹਾਲਾਤ ਰਹੇ ਤਾਂ ਅਮੇਠੀ ਜੋ ਅਗਲੇ ਦੇ ਬਿਸਤਰਾ ਗੋਲੇ ਨਾ ਦਵੇ ਹੋ ਜਾਣੇ। ਉਹਨੇ ਕੀ ਪਤਾ, ਉਹ ਕਹਿਣ ਵੀ ਉਹਨਾਂ ਐਤਕੀ ਇਲੈਕਸ਼ਨ ਨਹੀਂ ਲੜਨੀ, ਸਿਹਤ ਠੀਕ ਨਹੀਂ ਰਹਿੰਦੀ ਉਹਨਾਂ ਦੀ, ਚਿੱਤ ਨਹੀਂ ਤਕੜਾ, ਚਿੱਤ ਨਹੀਂ ਤਕੜਾ। ਮਤਲਬ ਜੇ ਤੇ ਇਦਾਂ ਦੀ ਸੈਟਲਮੈਂਟ ਤਾਂ ਫਿਰ ਹੋ ਸਕਦਾ, ਇਦਾਂ ਹੋ ਵੀ ਜਾਵੇ ਜੀ। ਬਾਕੀ ਸੰਧਾਲੀਆ ਸਾਹਿਬ, ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਬਿਆਨ ਆਇਆ, ਉਹ ਕਹਿੰਦੇ ਜੀ EVM ਦੇ ਵਿੱਚ ਖਰਾਬੀ, ਗੜਬੜੀ, ਹੇਰਾ ਫੇਰੀ, ਕੋਈ ਵੀ ਸ਼ਬਦ ਲਾ ਲਓ, ਉਹਦੇ ਕਰਕੇ ਅਮਰਗੜ੍ਹ ਵਿਧਾਨ ਸਭਾ ਹਲਕੇ ਤੋਂ ਮੈਨੂੰ ਹਾਰਿਆ ਲਾਨਿਆ ਗਿਆ, ਮੈਂ ਜਿੱਤਿਆ। ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਦੂਸਰੀ ਗੱਲ ਕਹਿਤੀ, ਉਹ ਕਹਿੰਦੇ ਜੀ ਐਤਕੀ ਪੰਜਾਬ ਦੇ ਲੋਕਾਂ ਨੇ ਸਾਬਤ ਕਰ ਦਿੱਤਾ ਕਿ ਬੇਅਦਬੀ ਕਰਨ ਕਰਾਉਣ ਵਾਲੇ ਦਾ ਕੱਖ ਨਹੀਂ ਰਿਹਾ। ਇਹ ਤੇ ਨਾ ਵੈਸੇ ਵਾਇਰਲ ਹੀ ਹੋ ਗਿਆ ਤਾਂ ਇਹ। ਚਲੋ ਇੱਕ ਗੱਲ ਆ, ਮੈਨੂੰ ਲੱਗਦਾ ਸੀ ਵੀ ਸ਼ਾਇਦ ਜਿਹੜਾ ਬੇਅਦਬੀ ਵਾਲਾ ਮਤਲਬ ਮਸਲਾ ਉਹ ਹੁਣ ਪੰਜਾਬੀਆਂ ਦੇ ਮਨੋਂ ਵਿਸਰ ਗਿਆ, ਕਿਉਂਕਿ ਜਦੋਂ ਇਹ ਇਲੈਕਸ਼ਨ ਚੱਲਦੀ ਸੀ ਉਦੋਂ ਵੀ ਆਪਾਂ 1-2 ਵਾਰ ਇਹ ਚੀਜ਼ ਦੇ ਉੱਪਰ ਡਿਸਕਸ਼ਨ ਕੀਤੀ ਕਿ ਵੀ ਯਾਰ ਉਹ ਮਸਲੇ ਜਿਹੜੇ ਕਿ ਪਹਿਲਾਂ ਬਹੁਤ ਵੱਡੇ ਸੀ ਜੀ, ਡਿਊਰਿੰਗ ਸਰਕਾਰ ਵੀ, ਜਦੋਂ ਸਰਕਾਰ ਚੱਲਦੀ ਸੀ ਉਦੋਂ ਵੀ ਬੜੀ ਵਾਰਾਂ ਸਾਹਮਣੇ ਆਏ, ਤੇ ਆਪਾਂ ਇਹ ਵੀ ਦੇਖਿਆ ਵੀ ਉਹਨਾਂ 'ਚੋਂ ਬਹੁਤ ਸਾਰੇ ਮਸਲੇ ਜਿਹੜੇ ਅਦਾਲਤਾਂ ਦੇ ਜਮਾਂ ਸਿਖਰ 'ਤੇ ਪਹੁੰਚ ਕੇ ਜਿੱਥੋਂ ਕੋਈ ਨਾ ਕੋਈ ਮੋੜ ਆਉਣਾ ਸੀ, ਉੱਥੋਂ ਆ ਕੇ ਇਹ ਫੈਸਲੇ ਹੁੰਦੇ ਰਹੇ ਵੀ ਨਾ ਜੀ ਇਹ ਤਾਂ ਜਿਹਨੇ ਜਾਂਚ ਕੀਤੀ ਉਹ ਬੰਦਾ ਹੀ ਗਲਤ ਆ, ਨਾ ਜੀ ਆ ਫਲਾਣੀ ਤਾਂ ਜਾਂਚ ਰਿਪੋਰਟ ਹੀ ਗਲਤ ਆ, ਢੀਂਗੜੀ ਇਹ ਲਓ ਜੀ, ਆ ਤਾਂ ਸਾਰਾ ਕੰਮ ਹੀ ਸਿਆਸਤ ਤੋਂ। ਉਹ ਜਿਸ ਹਿਸਾਬ ਨਾਲ ਸਾਰਾ ਕੁਝ ਡਿੱਗ ਗਿਆ ਤੇ ਉਸ ਤੋਂ ਬਾਅਦ ਉੱਤੇ ਕੋਈ ਗੱਲ ਹੀ ਨਹੀਂ ਸੀ ਕਰਦਾ, ਵੀ ਸ਼ਾਇਦ ਹੁਣ ਲੋਕ ਵੀ ਕਹਿਣਗੇ ਵੀ ਕੋਈ ਗੱਲ ਨਹੀਂ ਯਾਰ, ਇਟਸ ਓਕੇ, ਕਿਉਂਕਿ ਇਹ ਗੱਲ ਹੋ ਗਈ ਸੀ, ਇਹ ਗੱਲ ਮੰਨੀ ਜਾਂਦੀ ਸੀ ਵੀ ਜਿਹੜਾ ਮਸਲਾ ਪੋਲੀਟੀਕਲ ਪਾਰਟੀਆਂ ਚੁੱਕਦੀਆਂ ਉਸ ਮਸਲੇ ਨੂੰ ਲੋਕ ਚੁੱਕਦੇ ਨੇ, ਉਸ ਤੋਂ ਬਾਅਦ ਉਹ ਭੁੱਲ ਜਾਂਦੇ। ਪਰ ਐਤਕੀ ਟੋਟਲੀ ਉਲਟਾ ਹੋਇਆ, ਮਗਰੋਂ ਜੋ ਆਣ ਕੇ ਪੋਲੀਟੀਕਲ ਪਾਰਟੀਆਂ ਨੂੰ ਚੰਡੀਗੜ੍ਹ ਯਾਦ ਆ, ਸਾਡੀ ਰਾਜਧਾਨੀ, ਪੰਜਾਬੀ ਬੋਲਦੇ ਇਲਾਕੇ ਅਸੀਂ ਲੈ ਕੇ ਨਹੀਂ ਸਵੇਰੇ ਰੱਸਾ ਪਾ ਲੈਣਾ, ਲੋਕਾਂ ਨਾਲ ਕੋਈ ਤਵੱਜੋ ਨਹੀਂ ਦਿੱਤੀ। ਪਰ ਜਿਹੜੀ ਬੇਅਦਬੀ ਦਾ ਜਾਂ ਹੋਰ ਜਿਹੜੇ ਨਸ਼ੇ ਦੇ ਮੁੱਦੇ ਜਾਂ ਹੋਰ ਉਹ ਮਸਲੇ ਜਿਹੜੇ ਪਹਿਲਾਂ ਤੋਂ ਹੀ ਸੀਗੇ, ਉਹਦਾ ਦੀ ਗੱਲ ਚੱਲੀ। ਜਿੱਦਾਂ ਰਿਜ਼ਲਟ ਆਇਆ ਉਸ ਤੋਂ ਬਾਅਦ ਜਿਸ ਹਿਸਾਬ ਨਾਲ ਚੱਲੀ, ਅਚਾਨਕ ਮੇਰੇ ਖਿਆਲ ਨਾਲ ਕਈਆਂ ਨੂੰ ਪਤਾ ਲੱਗਣਾ ਉੱਥੇ ਹੀ ਰੱਬ ਭਲਾ ਇਹ ਤੇ ਢੱਕ ਕੇ ਰੱਖਿਆ ਮੁੱਦਾ ਯਾਰ, ਇਹ ਕਿੱਦਾਂ ਪਤਾ ਲੱਗ ਗਿਆ। ਇੱਕ ਹੁੰਦਾ ਨਾ ਵੀ ਸੰਦੂਕ 'ਚੋਂ ਅਸੀਂ ਫਾਈਲ ਕੱਢਣੀ ਤੇ ਫਿਰ ਮੁੱਦਾ ਸਾਹਮਣੇ ਆਉਣਾ, ਇਹ ਤੇ ਐਤਕੀ ਹੋ ਗਿਆ ਵੀ ਲੋਕਾਂ ਸੰਦੂਕ 'ਚ ਰੱਖਣ ਨਹੀਂ ਦਿੱਤੀ, ਉਹ ਕਹਿੰਦੇ ਕੋਈ ਨਹੀਂ ਫਾਈਲ ਸਾਡੇ ਕੋਲ ਹੈਗੀ, ਟਾਈਮ ਆਉਣ ਦਿਓ ਤੁਸੀਂ। ਦੇਖੋ ਸੰਧਾਲੀਆ ਸਾਹਿਬ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣਨ ਲੱਗੇ ਆ, ਜਦੋਂ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਚਰਚਾ ਚੱਲਿਆ ਹੀ ਆ ਜੀ, ਇਹ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ ਕਿ ਪੰਜਾਬ ਦੇ ਬਹੁਤ ਸਾਰੇ ਕੇਸ ਸੀ, ਐਡਵੋਕੇਟ ਜਨਰਲ ਆਪਣੇ, ਬਹੁਤ ਸਾਰੇ ਵਕੀਲ ਪੰਜਾਬ ਸਰਕਾਰ ਦੇ ਆਪਣੇ, ਇਹਦੇ ਬਾਵਜੂਦ ਵੀ ਦਿੱਲੀੋਂ ਵਕੀਲ ਕਰਨੇ, ਹਰ ਪੇਸ਼ੀ ਦੀ ਲੱਖਾਂ ਰੁਪਈਏ ਫੀਸ ਦੇਣੀ, ਕੇਸ ਫੇਰ ਹਰ ਜਾਣਾ। ਐਤਕੀ ਇਹ ਗੱਲ ਜ਼ਰੂਰ ਯਕੀਨੀ ਬਣਾਵੇ ਸਰਕਾਰ ਕਿ ਭਾਈ ਜਿਹੜਾ ਐਡਵੋਕੇਟ ਜਨਰਲ ਦਾ ਦਫ਼ਤਰ ਹੈ, ਉਹਨਾਂ ਦੇ ਨਾਲ ਜਿੰਨੇ ਵਕੀਲ ਅਟੈਚ ਨੇ, ਜਿਹੜੇ ਸਰਕਾਰ ਦੇ ਟੈਕਸ ਦੇ ਪੈਸੇ ਦੇ ਉੱਤੇ ਜਿਹੜਾ ਆਪਣਾ ਘਰ ਚਲਾ ਰਹੇ ਨੇ, ਕਿ ਪੰਜਾਬ ਦੇ ਜਿੰਨੇ ਕੇਸ ਨੇ ਉਹਨਾਂ ਦੀ ਸੂਚੀ ਬਣਾ ਲਓ, ਉਹਨਾਂ ਦੀਆਂ ਤਰੀਕਾਂ ਜਿਹੜੀਆਂ ਖਾਸ ਤੌਰ ਦੇ ਉੱਤੇ ਜਿਹੜੇ ਸੈਂਸਿਟਿਵ ਕੇਸ ਨੇ, ਜਿਹੜਾ ਜਿੱਥੇ ਪੰਜਾਬ ਨੂੰ ਰਿਪਰੈਜ਼ੈਂਟ ਕਰਨਾ ਜ਼ਰੂਰੀ ਹੈ, ਐਡਵੋਕੇਟ ਜਨਰਲ ਸਾਹਿਬ ਤੇ ਉਹਨਾਂ ਦੀ ਟੀਮ ਖੁਦ ਸਾਰਾ ਹੋਮਵਰਕ ਕਰਕੇ ਉੱਥੇ ਪੇਸ਼ ਹੋਵੇ। ਨਹੀਂ ਤਾਂ ਪਿਛਲੇ ਸਮੇਂ ਦੇ ਵਿੱਚ ਬੜੇ ਕੇਸ ਨੇ ਜਿੱਥੇ ਜਨਤਕ ਤੌਰ ਦੇ ਉੱਤੇ ਪਤਾ ਲੱਗਦਾ ਕਿ ਜੇ ਪੰਜਾਬ ਸਰਕਾਰ ਦੇ ਵਕੀਲਾਂ ਨੇ ਪੰਜਾਬ ਸਰਕਾਰ ਦੇ ਹੁਕਮਾਂ ਤੇ ਠੀਕ ਤਰੀਕੇ ਦੇ ਨਾਲ ਪੈਰਵਾਈ ਕੀਤੀ ਹੁੰਦੀ ਤਾਂ ਪੰਜਾਬ ਇੰਨਾ ਉਖੜਨਾ ਨਹੀਂ ਸੀ। ਤੇ ਪਿਛਲਿਆਂ ਦੀ ਆਲੋਚਨਾ ਹੋਈ, ਕੀ ਕੁਝ ਹੋਇਆ ਆਪਾਂ ਸਾਰਿਆਂ ਨੂੰ ਪਤਾ ਹੈ। ਤੇ ਜੇ ਐਡਵੋਕੇਟ ਜਨਰਲ ਸਾਹਿਬ ਨਵੇਂ ਨਿਯੁਕਤ ਹੋ ਗਏ ਆ, ਜੇ ਉਹ ਚੰਗੇ ਤਰੀਕੇ ਕੰਮ ਕਰਨਗੇ ਤਾਂ ਹੋ ਸਕਦਾ 5 ਸਾਲਾਂ 'ਚ ਕਈ ਕੇਸਾਂ ਹੀ ਨਤੀਜੇ ਚੰਗੇ ਆਉਣ। ਇਹ ਆਉਣੇ ਚਾਹੀਦੇ ਆ, ਕਿਉਂਕਿ ਇਹ ਤਾਂ ਪਿਛਲੇ ਸਮੇਂ 'ਚ ਵੀ ਆ ਸਕਦੇ ਸੀ। ਹੁਣ ਦੇਖੋ ਜੇ ਕੈਪਟਨ ਸਾਹਿਬ ਦੀ ਸਰਕਾਰ ਦੀ ਗੱਲ ਕਰੀਏ ਤਾਂ ਉਸ ਟਾਈਮ 'ਤੇ ਆਪਾਂ ਇਹ ਵੀ ਦੇਖਿਆ ਵੀ ਐਡਵੋਕੇਟ ਜਨਰਲ ਸਾਹਿਬ ਉੱਥੇ ਮੀਟਿੰਗ 'ਚ ਬੈਠੇ ਆ, ਮੁੱਖ ਮੰਤਰੀ ਸਾਹਿਬ ਮੀਟਿੰਗ 'ਚ ਬੈਠੇ ਆ,
ਤੇ ਪ੍ਰਧਾਨ ਜੀ ਜਿਹੜੇ ਕਿ ਹਿੱਸਾ ਵੀ ਨਹੀਂ ਹੈਗੇ ਵੈਸੇ ਜੀ, ਉਹ ਉੱਥੇ ਕਹਿਣ ਡਿਆ ਵੀ ਕਰ ਲੋ ਕੁਛ, ਉਹ ਕਰ ਲੋ ਕੁਛ, ਇਹਨਾਂ ਨੂੰ ਪੁੱਛੋ ਇਹਨਾਂ ਨੇ ਕੀ ਕੀਤਾ। ਹੋ ਸਕਦਾ ਵੀ ਉਹਨਾਂ ਨੂੰ ਲੱਗਦਾ ਹੋਵੇ ਵੀ ਯਾਰ ਇਸ ਤੇ ਅੰਦਰ ਬਹਿ ਕੇ ਗੱਲ ਕਰ ਲਈ, ਕਿਹੜਾ ਲੋਕਾਂ ਤੱਕ ਮੈਸੇਜ ਗਿਆ ਹੋਣਾ, ਪਰ ਮੇਰੇ ਖਿਆਲ ਨਾਲ ਉਹ ਪਿੰਡ ਤੱਕ ਮੈਸੇਜ ਪਹੁੰਚਿਆ ਸੀ ਵੀ ਅੰਦਰ ਚੱਲ ਕੀ ਰਿਹਾ ਜੀ। ਇਹਦਾ ਮਤਲਬ ਇਹ ਹੋ ਗਿਆ ਵੀ ਲੋਕ ਹੁਣ ਜਿਸ ਹਿਸਾਬ ਨਾਲ ਉਹ CCTV ਕੈਮਰਾ ਲਾ ਕੇ ਰੱਖਦੇ ਨਾ ਵੀ ਹਰੇਕ ਥਾਂ 'ਤੇ ਕਿੱਥੇ ਕੀ ਚੱਲ ਰਿਹਾ, ਉਹ ਕਹਿੰਦੇ ਇੱਥੇ ਇੱਦਾਂ ਹੋਇਆ, ਓਕੇ ਕੋਈ ਨਹੀਂ ਨੋਟ ਕਰ ਲਓ। ਇਹਦਾ ਮਤਲਬ ਲੋਕਾਂ ਵੀ ਕਿਤੇ ਨਾ ਕਿਤੇ ਹੁਣ ਫਾਈਲਾਂ ਲਾਈਆਂ, ਭਾਵੇਂ ਦਿਲਾਂ 'ਚ ਲਾਈਆਂ ਭਾਵੇਂ ਦਿਮਾਗ 'ਚ ਲਾਈਆਂ, ਉਹ ਕਹਿੰਦੇ ਕੋਈ ਗੱਲ ਨਹੀਂ, ਟਾਈਮ ਆਉਣ ਦਿਓ, ਆਪਾਂ ਉਦੋਂ ਹਿਸਾਬ ਕਰਾਂਗੇ, ਕੋਈ ਗੱਲ ਨਹੀਂ, ਉਹਨਾਂ 'ਚ ਤੁਸੀਂ ਖੇਡੋ। ਖੇਡੋ ਨਹੀਂ, ਇਦਾਂ ਹੀ ਆ ਜੀ, ਬਿਲਕੁਲ ਲੋਕ ਇਦਾਂ ਹੀ ਆ ਕਿ ਬਾਕੀ ਬਰਗਾੜੀ ਵਾਲੇ ਮਸਲੇ ਤੇ ਇਨਸਾਫ ਲੈਣ ਦੇ ਲਈ ਧਰਨਾ ਚੱਲਦਾ ਹੈ। ਜੇ ਉਧਰਲੇ ਪਾਸੇ ਵੀ ਹੌਲੀ ਹੌਲੀ ਕਰਕੇ ਧਿਆਨ ਦੇਣ ਦੀ ਲੋੜ ਹੀ ਹੈ, ਉਧਰ ਧਿਆਨ ਦੇ ਹੋ ਜਵੇ। ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੀ ਚਿੰਤਨ ਤੇ ਮੰਥਨ ਕੀਤਾ ਹੈ ਜੀ। ਚੰਡੀਗੜ੍ਹ ਦੇ ਵਿੱਚ ਇਕੱਠੇ ਹੋਇਆ ਅਸ਼ਵਨੀ ਸ਼ਰਮਾ ਸਾਹਿਬ, ਕੇਂਦਰ ਸਰਕਾਰ ਤੋਂ ਅਬਜ਼ਰਵਰ ਵੀ, ਕੇਂਦਰ ਦੀ ਹਾਈ ਕਮਾਂਡ ਜਿਹੜੀ ਭਾਜਪਾ ਦੀ, ਉੱਥੋਂ ਅਬਜ਼ਰਵਰ ਵੀ ਆਏ ਤੇ ਉੱਥੇ ਵੀ ਉਹਨਾਂ ਨੇ ਕਿਹਾ ਜੀ ਪਹਿਲੀ ਵਾਰ ਅਸੀਂ ਪਿੰਡਾਂ ਦੇ ਵਿੱਚ ਪੈਰ ਧਰਾਵਾ ਕੀਤਾ ਹੈ, ਪਹਿਲੀ ਵਾਰ ਅਸੀਂ ਵੱਧ ਸੀਟਾਂ ਤੇ ਚੋਣ ਲੜੀ ਹੈ, ਕਿਉਂਕਿ ਵੋਟ ਫੀਸਦ 'ਚ ਨਹੀਂ ਉਹ ਵੱਧ ਸਕੇ ਅੱਗੇ। ਨਹੀਂ ਤਾਂ ਸਭ ਤੋਂ ਵੱਡਾ ਮੁੱਦਾ ਹੋਣਾ ਸੀ ਕਿ ਪੰਜਾਬੀਆਂ ਨੇ ਸਾਨੂੰ ਪਿਛਲੀ ਵਾਰ ਦੇ ਨਾਲੋਂ ਇੰਨੇ ਫੀਸਦ ਵੱਧ ਵੋਟਾਂ ਪਾਈਆਂ। ਐਤਕੀ ਵੱਧ ਸੀਟਾਂ ਤੇ ਚੋਣ ਲੜ ਕੇ ਵੀ ਜਦੋਂ ਵੋਟ ਪਰਸੈਂਟੇਜ ਨਹੀਂ ਵਧਾ ਸਕੇ ਤਾਂ ਇਹ ਸਵਾਲ ਆ। ਤੇ ਨਾਲ ਦੀ ਨਾਲ ਉਹਨਾਂ ਨੇ ਹੋਕਾ ਦੇਤਾ, ਕਹਿੰਦੇ 24 ਦੀਆਂ ਤਿਆਰੀਆਂ ਕਰੋ। ਬਸ 24 ਦੀਆਂ ਤਿਆਰੀਆਂ ਕਰਨ ਦੀ ਨਹੀਂ ਮਸਲਾ, ਜਦੋਂ 3 ਸ਼ਹਿਰਾਂ ਦੀਆਂ ਚੋਣਾਂ ਆਉਣੀਆਂ, ਸ਼ਹਿਰਾਂ 'ਚ ਹੀ ਹੋ ਤੁਸੀਂ। ਤੁਹਾਡੇ ਲਈ ਇਹ ਵੀ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਕਿ ਆ ਜਿੰਨੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਜਿੰਨੇ ਉਮੀਦਵਾਰ 5ਵੇਂ ਨੰਬਰ ਤੇ ਵੀ ਰਹਿ ਗਏ, ਉਸ ਹਿਸਾਬ ਦੇ ਨਾਲ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣੇ ਦੀ ਨਗਰ ਨਿਗਮ ਦੇ ਵਿੱਚੋਂ ਹਿੱਸੇ ਪੱਤੀ ਆਉਂਦਾ ਕੀ ਹੈ, ਇਹ ਵੀ ਸਵਾਲ ਖੜਨਾ ਹੈ। ਇਹਦੇ ਤੇ ਆਪਾਂ ਇੱਕ ਬੇਨਤੀ ਹੋਰ ਕਰ ਦਈਏ, ਬਾਕੀ ਸਾਰਿਆਂ ਲਈ ਤੇ ਮੇਲਾ ਕਹਿ ਲੁੱਟਿਆ ਜੀ, ਬੀਜੇਪੀ ਲਈ ਸਟਿਲ ਹੈਗਾ, ਕਿਉਂਕਿ ਬੀਜੇਪੀ ਦੀ ਕੇਂਦਰ 'ਚ ਸਰਕਾਰ ਆ ਜੀ। ਤੇ ਜਦੋਂ ਆਪਾਂ ਇਲੈਕਸ਼ਨਾਂ ਤੋਂ ਪਹਿਲਾਂ ਦੇਖਦੇ ਸੀ, ਬਹੁਤ ਸਾਰੀਆਂ ਥਾਵਾਂ ਦੇ ਉੱਪਰ ਚਰਚਾ ਚੱਲੀ ਵੀ ਯਾਰ ਸਰਕਾਰ ਕੇਂਦਰ ਦੀ ਨੇ ਆਹ ਕੀਤਾ ਤੇ ਆਉਣ ਵਾਲੇ ਟਾਈਮ 'ਚ ਅਸੀਂ ਆਹ ਕਰਨਾ, ਆਹ ਅਸੀਂ ਕਰ ਚੁੱਕੇ ਹਾਂ ਤੇ ਆਉਣ ਵਾਲੇ ਟਾਈਮ 'ਚ ਦੇਖੋ ਆਹ ਕਰਾਂਗੇ। ਉਹ ਵੀ ਇੱਕ ਰੈਲੀ ਮੇਰੇ ਖਿਆਲੋਂ ਪੈਂਡਿੰਗ ਹੀ ਰਹਿ ਗਈ, ਜਿਹਦੇ ਵਿੱਚ ਕਰੋੜਾਂ ਦੇ ਪ੍ਰੋਜੈਕਟ ਜਿਹੜੇ ਸੀ ਪੰਜਾਬ ਨੂੰ ਦੇ ਕੇ ਜਾਣੇ ਸੀ ਪ੍ਰਧਾਨ ਮੰਤਰੀ ਸਾਹਿਬ ਨੇ ਜੀ। ਉਹ ਸਟਿਲ ਅਜੇ ਹੈਗਾ ਸਾਰਾ ਕੁਝ। ਤੇ 24 ਦੇ ਵਿੱਚ ਜਿਹੜੀਆਂ ਵੋਟਾਂ ਪੈਣੀਆਂ ਨੇ ਉਹ ਵੀ ਕੇਂਦਰ 'ਚ ਸਰਕਾਰ ਬਣਾਉਣ ਲਈ ਪੈਣੀਆਂ। ਤੇ ਕਿਉਂ ਨਾ ਉਹ ਜਿਹੜੇ ਕੰਮ ਨੇ ਉਹ ਪੰਜਾਬ ਲਈ ਹੁਣ ਵੀ ਕੀਤੇ ਜਾ ਸਕਦੇ, ਆਉਣ ਵਾਲੇ ਟਾਈਮ 'ਚ ਕੀਤੇ ਜਾਣ, ਤੇ ਠੋਕੇ ਕਿਹਾ ਕਲੀਅਰ ਕੱਟ ਕਿਹਾ ਜਾਵੇ ਵੀ ਪੰਜਾਬ ਸਰਕਾਰ ਦਾ ਇਹ 'ਚ ਲੈਣਾ ਦੇਣਾ ਕੋਈ ਨਹੀਂ ਜੀ। ਇਹ ਸਿਰਫ ਮੋਦੀ ਸਾਹਿਬ ਦਾ ਕੰਮ ਹੈ ਜਾਂ ਕੇਂਦਰ ਸਰਕਾਰ ਦਾ ਕੰਮ ਹੈ। ਤੇ ਕੇਂਦਰ ਸਰਕਾਰ ਦਾ ਕਿਉਂਕਿ ਪੰਜਾਬ ਦਾ ਫਿਕਰ ਹੈ। ਪਿਛਲੇ ਸਮੇਂ ਦੇ ਵਿੱਚ ਜੇ ਉਹਨਾਂ ਨੂੰ ਨਹੀਂ ਸਮਝ ਆਊਗੀ ਤਾਂ ਆਪਣੇ ਕੋਲ ਕਈ ਵੀਡੀਓਜ਼ ਹੋਣੀਆਂ, ਆਪਾਂ ਦੁਬਾਰਾ ਉਹਨਾਂ ਨੂੰ ਭੇਜ ਦਿਆਂਗੇ, ਸੁਣ ਕੇ ਦੇਖ ਸਕਦੇ ਕਿ ਉਹਨਾਂ ਨੂੰ ਕੋਲੇ ਲਿਸਟ ਬਣੀ ਹੈ ਕਿ ਪੰਜਾਬ ਕਿਸ ਤਰ੍ਹਾਂ ਇੱਕ ਸਰਹੱਦੀ ਸੂਬਾ ਹੈ, ਇੱਥੇ BSF 50 ਕਿਲੋਮੀਟਰ ਤੱਕ ਲਿਆਂਦੀ ਗਈ, ਇੱਥੇ ਹਰੇਕ ਭਾਈਚਾਰੇ ਦਾ ਖਿਆਲ ਰੱਖਣਾ, ਮਤਲਬ ਜਿੰਨੀਆਂ ਵੀ ਗੱਲਾਂ ਸੀ ਉਹਨਾਂ ਸਾਰੀਆਂ ਦੇ ਉੱਪਰ ਹਰੇ ਪੈਨ ਨਾਲ ਸਹੀ ਲਾ ਕੇ ਨਾ ਵੀ ਇੰਨਾ ਕੁਛ ਹੈਗਾ ਪੰਜਾਬ ਦੇ ਵਿੱਚ, ਇਸ ਕਰਕੇ ਆਪਾਂ ਆਉਣ ਵਾਲੇ ਟਾਈਮ 'ਚ ਇਹ ਕੰਮ ਕਰੀਏ। ਤੇ ਮੇਰੇ ਖਿਆਲ ਨਾਲ ਜੇ 2 ਸਾਲ ਠੋਕ ਕੇ ਬੀਜੇਪੀ ਦੀ ਪੰਜਾਬ ਵਾਲੀ ਲੀਡਰਸ਼ਿਪ ਇਹ ਕੰਮ ਕਰ ਲਵੇ ਜਾਂ ਕਰਵਾ ਦੇਵੇ ਕੇਂਦਰ ਤੋਂ, ਤੇ 13 ਇਹਨਾਂ ਦੀਆਂ ਵੀ ਹੋ ਸਕਦੀਆਂ। ਜ਼ਰੂਰੀ ਆਮ ਆਦਮੀ ਪਾਰਟੀ ਨੂੰ ਦੇਣੀ? ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਜੇ ਆਪਾਂ ਉੱਤਰ ਭਾਰਤ ਦੀ ਗੱਲ ਕਰੀਏ ਨਾ, ਪਹਿਲਾਂ ਦਿੱਲੀ ਆਉਂਦੀ ਹੈ, ਉੱਥੇ ਆਪ ਹੈ, ਫਿਰ ਹਰਿਆਣਾ ਆਉਂਦਾ ਹੈ, ਉੱਥੇ ਭਾਜਪਾ, ਫਿਰ ਪੰਜਾਬ ਆਉਂਦੀ ਹੈ, ਉੱਥੇ ਆਪ ਹੈ, ਫਿਰ ਹਿਮਾਚਲ ਪ੍ਰਦੇਸ਼ ਥੋੜ੍ਹੇ ਜਿਹਾ ਟੇਢੇ ਹੋ ਜਾਂਦੇ ਆ, ਉੱਥੇ BJP ਹੈ। ਯਾਨੀ ਇੱਦਾਂ ਜਿਹੜੀ ਲੱਤ ਜੀ ਬਣਦੀ ਹੈ ਨਾ, ਇੱਥੇ 4 ਸੂਬੇ ਆ ਤੇ 4 ਦੇ ਵਿੱਚੋਂ 2 ਤੇ ਆਪ ਹੈ, 2 ਤੇ BJP ਹੈ। ਤੇ 7 ਮਹੀਨੇ ਬਾਅਦ ਹਿਮਾਚਲ ਪ੍ਰਦੇਸ਼ ਦੇ ਵਿੱਚ ਵੋਟਾਂ ਨੇ, ਤੁਸੀਂ ਆਪ ਆਪਣੇ ਮੁਖਾਰਬਿੰਦ ਤੋਂ ਚੜਿਆ ਕਿ ਭਾਈ ਉੱਥੇ ਆਮ ਆਦਮੀ ਪਾਰਟੀ ਨੇ ਪੈਰ ਲਾਉਣੇ ਸ਼ੁਰੂ ਕਰ ਦਿੱਤੇ ਆ। ਸੋ ਇਸ ਕਰਕੇ ਪੰਜਾਬ 'ਚ ਦੱਬ ਕੇ ਗ੍ਰਾਂਟਾਂ ਦਿਓ ਕੇਂਦਰ ਸਰਕਾਰਾਂ ਨੂੰ, ਦੱਬ ਕੇ, ਤਾਂ ਜੋ ਹਿਮਾਚਲ ਪ੍ਰਦੇਸ਼ ਵਾਲਿਆਂ ਨੂੰ ਲੱਗੇ ਕਿ ਭਾਈ ਇਹ ਬੰਦੇ ਵਧੀਆ ਆ। ਭਾਵੇਂ ਇਹਨਾਂ ਨੂੰ ਵੋਟਾਂ ਪਈਆਂ ਨਹੀਂ ਪਈਆਂ, ਭਾਵੇਂ MLA ਇਹਨਾਂ ਦੇ 2 ਹੀ ਨੇ, ਕਿਉਂਕਿ ਜਿਹੜੇ ਤੁਹਾਡੇ MLA ਵੀ ਦੋਨੇ ਆ ਉਹ ਹਿਮਾਚਲ ਦੇ ਨੇੜਿਓਂ ਹੀ ਨੇ, ਇੱਕ ਮੁਕੇਰੀਆਂ ਤੋਂ ਤੇ ਦੂਸਰੇ ਪਠਾਨਕੋਟ ਤੋਂ, ਬਹੁਤੇ ਦੂਰ ਨਹੀਂ ਹੈ। ਪ੍ਰਭਾਵ ਪਊਗਾ ਉੱਥੇ। ਗ੍ਰਾਂਟਾਂ ਦਿਓ ਪੰਜਾਬ ਨੂੰ ਸਾਡੇ ਨੂੰ ਦੱਬ ਕੇ। ਨਹੀਂ, ਬੜਾ ਜ਼ਰੂਰੀ ਆ। ਇੱਕ ਆਪਾਂ ਬੇਨਤੀ ਵੀ ਕਰ ਦਿੰਦੇ ਵੀ ਉਦੋਂ ਕਿਉਂ ਚੇਤਾ ਆਇਆ ਸੀ, 2-4 ਬਿਆਨਾਂ 'ਚ ਆਪਾਂ ਸੁਣਿਆ ਵੀ ਸੀਗਾ, ਪੰਜਾਬ ਦੇ ਵਿੱਚੋਂ ਉਦਯੋਗ ਬਦਲ ਕੇ ਹਿਮਾਚਲ ਚਲੇ ਗਏ ਜੀ। ਉਹ ਉਦਯੋਗ ਬਦਲ ਕੇ ਹਿਮਾਚਲ ਆਪਣੇ ਆਪ ਟਰੱਕ ਤੇ ਰੱਖ ਕੇ ਥੋੜਾ ਕੋ ਲੈ ਗਿਆ ਵੀ ਉਹ ਕਹਿੰਦੇ ਬਾਊ ਜੀ ਨੂੰ ਰਾਤੀ ਸੁਪਨਾ ਆਇਆ, ਕਹਿੰਦੇ ਵੀ ਯਾਰ ਬਾਊ ਜੀ ਨੇ ਕਹਿਤਾ ਸਵੇਰੇ ਮਸ਼ੀਨਾਂ ਪੁੱਟੋ ਆਪਾਂ ਹਿਮਾਚਲ ਜਾਣਾ। ਹੋਇਆ ਕੀ ਪਤਾ ਨਹੀਂ, ਵੈਸੇ ਹੀ ਬਾਊ ਜੀ ਕਹਿੰਦੇ ਚਲੇ ਜਾਣਾ, ਇੱਦਾਂ ਤੇ ਹੋਇਆ ਨਹੀਂ। ਇਹਦਾ ਮਤਲਬ ਉਹ ਜਿਹੜੀਆਂ ਨੀਤੀਆਂ ਪਿਛਲੇ ਸਮੇਂ ਦੇ ਵਿੱਚ ਉਧਰੋਂ ਟੈਕਸ ਦੀਆਂ ਛੋਟਾਂ ਜਿਹੜੀਆਂ ਸਾਰਾ ਕੁਝ ਮਿਲਿਆ, ਉਹ ਥੋੜ੍ਹੇ ਸਮੇਂ ਦੇ ਲਈ ਸੀਗਾ। ਉਸ ਤੋਂ ਬਾਅਦ ਚੱਲਦਾ ਕਿੱਦਾਂ ਉਹ ਸਾਰਾ ਕੁਛ ਆਂਢੀ ਗੁਆਂਢੀ ਸਟੇਟਾਂ 'ਚ ਚੱਲਦਾ ਰਿਹਾ। ਪੰਜਾਬ ਵਾਲੇ ਪਾਸੋਂ ਜਿੱਦਾਂ ਇੱਦਾਂ ਦਾ ਨਾ, ਮੁੜ ਕੇ ਯਾਰ ਫਾਈਲ ਹੀ ਗਵਾਚ ਗਈ, ਉਹ ਤੇਰਾ ਭਲਾ ਜੀ ਬੰਦ ਤੇ ਕਰਨਾ ਹੈ, ਮੁੜ ਕੇ ਕੰਮ ਹੋਇਆ ਨਹੀਂ। ਇਹ ਜਿਹੜੀ ਟੂਟੀ ਪੰਜਾਬ ਵਾਲੇ ਪਾਸਿਓਂ ਬੰਦ ਤੇ ਬਾਕੀ ਪਾਸੇ ਖੁੱਲੀ ਰਹਿ ਗਈ, ਇਹਦੀ ਚਰਚਾ ਵੀ ਜ਼ਰੂਰ ਕਰ ਲੈਣ ਕਿਤੇ ਨਾ ਕਿਤੇ ਵੀ ਯਾਰ ਜੇ ਬਾਕੀ ਥਾਵਾਂ ਦੇ ਉੱਪਰ ਆਪਾਂ ਛੋਟਾਂ ਦਿੱਤੀਆਂ ਜਾਂ ਤਾਂ ਪੰਜਾਬ ਨੂੰ ਵੀ ਦੇ ਦਈਏ। ਅਸੀਂ ਨਹੀਂ ਕਹਿੰਦੇ ਉਹਨਾਂ ਦੀ ਬੰਦ ਕਰ ਦਿਓ, ਇਹਨਾਂ ਨੂੰ ਵੀ ਦੇ ਦਿਓ ਜੇ ਸਰਹੱਦੀ ਸੂਬੇ ਦੇ ਨਾਂ ਤੇ ਦਿੱਤੀਆਂ ਜਾ ਸਕਦੀਆਂ। ਬਹੁਤ ਜ਼ਰੂਰੀ ਹੈ। ਬਾਕੀ ਸੰਧਾਲੀਆ ਸਾਹਿਬ, ਜਿੱਦਾਂ ਆਪਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਇੱਕ ਲਾਲਚ ਦਿੰਦੇ ਸੀ ਕਿ ਤੁਸੀਂ ਦੇਸ਼ ਜਿੱਤ ਲਓ ਯਾਰ ਪੰਜਾਬ 'ਚ ਕੰਮ ਕਰਕੇ, ਆਪਾਂ ਭਾਰਤੀ ਜਨਤਾ ਪਾਰਟੀ ਨੂੰ ਇੱਕ ਲਾਲਚ ਦੇ ਦਿੰਦੇ ਹਾਂ ਕਿ ਐਤਕੀ ਜਿੱਦਾਂ UP ਦੀ ਇਲੈਕਸ਼ਨ ਹੋਈ ਹੈ ਨਾ, ਪਿਛਲੀ ਵਾਰੀ ਤੁਸੀਂ 80 ਦੇ ਵਿੱਚੋਂ ਉੱਥੋਂ 72-73 ਸੀਟਾਂ ਜਿੱਤੀਆਂ ਸੀ, ਪਰ ਐਤਕੀ ਤੁਹਾਡੀਆਂ ਸੀਟਾਂ ਥੋੜ੍ਹੀਆਂ 60-70 ਸੀਟਾਂ ਘਟੀਆਂ ਨੇ।
ਇਹਦਾ ਮਤਲਬ ਹੈ 7-8 ਸੀਟਾਂ ਦਾ ਫਰਕ ਪੈ ਗਿਆ। ਤੇ ਤੁਸੀਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਤੁਹਾਡੀਆਂ 7-8 10 ਘਟ ਸਕਦੀਆਂ ਉੱਥੋਂ ਸਮਾਜਵਾਦੀ ਪਾਰਟੀ ਦੇ ਥੋੜੇ ਉਭਾਰ ਕਰਕੇ ਯਾਰ ਤੁਸੀਂ ਪੰਜਾਬ 'ਚੋਂ ਪੂਰਾ ਕਰ ਲਓ। ਆਮ ਆਦਮੀ ਪਾਰਟੀ ਨੂੰ 2019 'ਚ 7% ਵੋਟਾਂ ਸੀ ਪੰਜਾਬ 'ਚੋਂ, ਤੁਹਾਨੂੰ 6% ਨੇ ਹੁਣ। ਭਾਰਤੀ ਜਨਤਾ ਪਾਰਟੀ ਨੂੰ ਫਰਕ ਤਾਂ 1% ਦਾ। ਜੇ ਉਹ 19 ਤੋਂ 22 ਤੱਕ 2.5 ਸਾਲਾਂ ਦੇ ਵਿੱਚ 7 ਤੋਂ 42 ਤੱਕ ਜਾ ਸਕਦੇ ਆ, ਤੁਸੀਂ 6 ਤੋਂ 25 ਤੱਕ ਤਾਂ ਆ ਹੀ ਸਕਦੇ ਆ। ਪਰ ਆ ਤਾਂ ਹੁਣ ਪੰਜਾਬ 'ਚ ਕੰਮ ਕਰੋ, ਤੁਹਾਡੇ ਕੋਲ ਕੇਂਦਰ 'ਚ ਸਰਕਾਰ ਹੈ, ਗਰੰਟੀ ਦਿੰਦੇ ਆ ਤੁਸੀਂ ਅੱਧੇ ਬਾਅਦ ਲੋਕ ਸਭਾ ਦੀ ਸੀਟਾਂ ਜਿੱਤੋਗੇ। ਹਾਂਜੀ, ਬੜੇ ਆਰਾਮ ਨਾਲ। ਆ ਦੇਖੋ ਹੁਣ ਇਸ ਮਹੀਨੇ ਦੇ ਐਂਡ ਤੱਕ ਜਾਂਦੇ ਰਾਜ ਸਭਾ ਵਾਲਾ ਕੰਮ ਨਿਬੜਨਾ। ਹੁਣ ਜਿੱਦਣ ਰਾਜ ਸਭਾ ਦੇ ਵਿੱਚ ਜਾ ਕੇ ਤੇ ਇੱਥੋਂ ਪੰਜਾਬ ਵਾਲੇ ਬੰਦੇ ਬਹਿਣੇ ਆ ਜੀ, ਉਦੋਂ ਹੋ ਸਕਦਾ ਉਦੋਂ ਦੁਬਾਰਾ ਕੈਲਕੂਲੇਟ ਕਰਨ ਵੀ ਯਾਰ ਅਸੀਂ ਤੇ ਵਾਵਾ ਸੁੱਖ ਮੰਗਦੇ ਹਾਂ ਵੀ ਰਾਜ ਸਭਾ 'ਚ ਵੀ ਸੈਟਿੰਗ ਹੋ ਚੱਲੀਏ, ਫੇਰ ਆ ਗਈ ਹੈ ਨਾ। ਹੁਣ ਇਹ ਜਿਹੜੀਆਂ ਕੈਲਕੂਲੇਸ਼ਨ ਹੈ ਜ਼ਰੂਰ ਕੀਤੀਆਂ ਜਾਣ, ਪਰ ਇਹ ਸਾਰੇ ਕੁਝ ਦੇ ਵਿੱਚ ਇੱਕ ਚੀਜ਼ ਪਹਿਲਾਂ ਚਾਹੀਦੀ ਹੈ, ਉਹ ਆ ਲੋਕ ਜੀ। ਕਿਉਂਕਿ ਜੇ ਲੋਕ ਸੌਖੇ ਨੇ, ਲੋਕਾਂ ਨੂੰ ਕੋਈ ਫਿਕਰ ਨਹੀਂ ਯਾਰ ਵੀ ਆਪਾਂ ਨਿਆਣਾ ਕਿੱਥੇ ਪੜ੍ਹਾਉਣਾ, ਆਪਾਂ ਹਸਪਤਾਲ ਕਿੱਥੇ ਜਾਣਾ, ਦਵਾਈ ਕਿੱਥੋਂ ਮਿਲਣੀ ਆ, ਜੇ ਕੋਈ ਸਰਕਾਰੀ ਦਰਬਾਰੇ ਕੰਮ ਹੈ ਤੇ ਬਿਨਾਂ ਕੁਝ ਲੈ ਦਿੱਤੇ ਮੇਰਾ ਹੋ ਜਾਣਾ। ਉਹਨਾਂ ਨੂੰ ਕਿਤੇ ਯਾਰ ਰਾਸ਼ਟਰਪਤੀ ਬਣਨ ਦੀ ਚਾਹ ਨਾ ਥੋੜਾ ਵੀ ਕੋਈ ਇਹ ਵੀ ਪੰਜਾਬ ਵਾਲੇ ਤਾਂ ਯਾਰ ਜਿੱਦ ਕਰਕੇ ਬੈਠੇ ਵੀ ਮੈਂ ਵੀ ਪ੍ਰਧਾਨ ਮੰਤਰੀ ਬਣੂਗਾ, ਕੋਈ ਵੀ ਨਹੀਂ ਕਹਿੰਦਾ, ਕੋਈ ਨਹੀਂ ਕਹਿੰਦਾ। ਉਹ ਤਾਂ ਕਹਿੰਦੇ ਯਾਰ ਸਾਡੇ ਆਪਣੇ ਕੰਮ ਚੱਲਣੇ ਚਾਹੀਦੇ, ਤੁਸੀਂ ਸਰਕਾਰੀ ਦਰਬਾਰੇ ਜੋ ਚਲਾਉਣਾ ਚਲਾਈ ਜਾਓ। ਬਾਕੀ ਸੰਧਾਲੀਆ ਸਾਹਿਬ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਜਲੰਧਰ ਦੇ ਨੇੜੇ, ਨਕੋਦਰ ਦੇ ਨੇੜੇ ਇੱਕ ਮੱਲੀਆਂ ਪਿੰਡ ਦੇ ਵਿੱਚ ਜਦੋਂ ਟੂਰਨਾਮੈਂਟ ਚੱਲਦਾ ਸੀ। ਪਹਿਲੀ ਗੱਲ ਹੈ ਕਿ ਸ਼ਰੇਆਮ ਉਹ ਕਤਲ ਬਹੁਤ ਜ਼ਿਆਦਾ ਹੈਰਾਨੀਜਨਕ, ਮੰਦਭਾਗਾ। ਛੋਟੇ ਨਿਆਣੇ ਆ, ਪਿਛਲੇ 10-12 ਸਾਲਾਂ ਤੋਂ ਕਬੱਡੀ ਦਾ ਉਹ ਸਟਾਰ ਬੰਦਾ। ਹੁਣ ਅਜੇ ਤੱਕ ਇੱਕ ਵੀ ਬੰਦੇ ਨੇ ਉਹ ਸੰਦੀਪ ਨੰਗਲ ਅੰਬੀਆਂ ਦੇ ਬਾਰੇ ਮਾੜੀ ਗੱਲ ਨਹੀਂ ਕਹੀ, ਨਹੀਂ ਤਾਂ ਆ ਜਾਂਦੀਆਂ ਹੁੰਦੀਆਂ ਸਾਹਮਣੇ। ਉਹਦੇ ਤੋਂ ਬਾਅਦ ਹੁਣ ਪਰਿਵਾਰ ਵਿਦੇਸ਼ ਦੇ ਵਿੱਚ ਆ, ਉਹਨਾਂ ਨੇ ਆਉਣਾ, ਅੰਤਿਮ ਸੰਸਕਾਰ ਫੇਰ ਹੋਣਾ, ਤੇ ਮਾਤਾ ਉਹਦੀ ਕਹੀ ਜਾਂਦੀ ਮੇਰਾ ਮੁੰਡਾ ਮੋੜ ਕੇ ਲਿਆਓ। ਹੁਣ ਕਬੱਡੀ ਵਾਲਿਆਂ ਨੂੰ ਤਾਂ ਲੋਕ ਹੱਥਾਂ ਤੇ ਚੁੱਕਦੇ, ਲੱਖ ਰੁਪਈਆ ਰੇਟ ਦੇ ਉੱਤੇ ਲੱਗਦਾ, ਉੱਥੇ ਗੋਲੀਆਂ ਕਿੱਥੋਂ ਵਰਨ ਲੱਗ ਪਈਆਂ। ਜਾਣੀ ਇਹ ਕਹਾਣੀ ਕਿੱਧਰਲੇ ਪਾਸੇ ਨੂੰ ਜਾਂਦੀ ਹੈ। ਹੁਣ ਕਬੱਡੀ ਖਿਡਾਰੀ ਐਤਕੀ ਸੁਖਨਾ MLA ਵੀ ਹੈ, ਹਾਲਾਂਕਿ ਉਹਨਾਂ ਨੇ ਸਹੁੰ ਚੁੱਕਣੀ ਹੈ। ਚਲੋ ਗੁਰਲਾਲ ਹੋਣ ਦੀ ਗੱਲ ਕਰਦੇ ਹਾਂ। ਉਹ ਗੁਰਲਾਲ ਘਨੌਰ ਹੋਰੀ ਕਹਿੰਦੇ ਜੀ ਦੇਖੋ ਮੈਂ ਖੇਡਿਆ ਉਹਨਾਂ ਸੰਦੀਪ ਨੰਗਲ ਅੰਬੀਆਂ ਨਾਲ, ਮੈਂ ਤਾਂ ਟਿੱਲ ਲਾ ਦੂੰਗਾ ਪੂਰਾ, ਬੰਦੇ ਫੜ ਹੋਣੇ ਚਾਹੀਦੇ। ਪਤਾ ਲੱਗਾ ਕਿ ਤਿਹਾੜ ਜੇਲ੍ਹ ਦੇ ਵਿੱਚ ਕਈ ਬੰਦੇ ਬੰਦ ਨੇ, ਉਹਨਾਂ ਨੂੰ ਦਿੱਲੀ ਪੁਲਿਸ ਦੀ ਸਹਾਇਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇੱਕ ਕੁਲਦੀਪ ਬਿਸ਼ਨੋਈ ਹੋਰਾਂ ਦੇ ਨਾਂ ਦੇ ਉੱਤੇ ਆ ਗਿਆ ਕਿ ਭਾਈ ਲਾਰੈਂਸ ਬਿਸ਼ਨੋਈ ਹੋਰਾਂ ਦੇ ਨਾਂ ਤੇ ਆ ਗਿਆ ਕਿ ਭਾਈ ਅਸੀਂ ਇਹਨਾਂ ਦੀ ਜ਼ਿੰਮੇਵਾਰੀ ਲੈਂਦੇ ਹਾਂ। ਫਿਰ ਮੁੜ ਕੇ ਆ ਗਿਆ ਜੀ ਉਹ ਫੇਕ ਪੋਸਟ ਹੈ। ਜਾਣੀ ਗੈਂਗਵਾਰ ਲੱਗਦੀ ਹੈ, ਕਿਹੜੇ ਬੰਦੇ ਕਬੱਡੀ 'ਚ ਇਨਵੋਲਵ ਹੋਣ ਲੱਗ ਪਏ ਕਿ ਨਹੀਂ ਹੋਣ ਲੱਗ ਪਏ, ਇਹ ਕੰਮ ਚੀੜਾ। ਇਹ ਜਿੱਦਾਂ ਆਪਾਂ ਕਹਿੰਦੇ ਰੇਤਾ ਦੀ ਟਰਾਲੀ ਫੜਨ ਦੀ ਲੋੜ ਨਹੀਂ, ਉਹ ਟਰਾਲੀ ਭੇਜੀ ਕਿੰਨੇ ਉਹਨੂੰ ਫੜਨ ਦੀ ਲੋੜ ਹੈ। ਇਦਾਂ ਹੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਜਿਹੜਾ, ਉਹਦੇ ਸਮਰਥਕ ਇਕੱਠੇ ਹੋਏ ਪਏ, ਕਬੱਡੀ ਵਾਲੇ ਖਿਡਾਰੀ ਤਪੇ ਬੈਠੇ ਆ ਕਿ ਭਾਈ ਹੁਣ ਅਸੀਂ ਇੱਥੇ ਕੰਮ ਨਹੀਂ ਬੰਦ ਹੋਣ ਦੇਣਾ। ਬੰਦੇ ਕਾਤਲ ਵੀ ਫੜੇ ਜਾਣ, ਕਤਲ ਕਰਾਉਣ ਵਾਲੇ ਵੀ ਫੜੇ ਜਾਣ, ਤੇ ਕਰੋੜਾਂ ਕਬੱਡੀ ਪ੍ਰੇਮੀਆਂ ਦੇ ਸਾਹਮਣੇ ਇਹ ਗੱਲ ਠੋਕ ਵਜਾ ਕੇ ਆਉਣੀ ਚਾਹੀਦੀ ਹੈ ਕਿ ਆਖਿਰਕਾਰ ਪਿੱਛੇ ਕਿਹੜੀਆਂ ਤਾਕਤਾਂ ਜਿਹੜੀਆਂ ਮੋਹਰੇ ਨਹੀਂ ਨਜ਼ਰ ਆਉਂਦੀਆਂ ਪਰ ਸਾਰਾ ਕੁਝ ਆਪਣੀਆਂ ਉਂਗਲਾਂ ਤੇ ਨਚਾਉਣਾ ਚਾਹੁੰਦੀਆਂ। ਇਹ ਦੇਖੋ ਜਿਹੜੀ ਇਹ ਘਟਨਾ ਵਾਪਰੀ ਆ, ਇਸ ਘਟਨਾ ਨੇ ਇੱਕ ਤਰ੍ਹਾਂ ਨਾਲ ਹਿਲਾ ਕੇ ਰੱਖਤਾ ਸਾਰਾ ਕੁਝ। ਹੁਣ ਦੇਖੋ ਜਿੰਨੀਆਂ ਕਬੱਡੀ ਫੈਡਰੇਸ਼ਨਾਂ ਉਹਨਾਂ ਸਾਰਿਆਂ ਨੇ ਕਹਿਤਾ ਵੀ 1 ਹਫ਼ਤੇ ਤੱਕ ਸਾਡਾ ਕੋਈ ਜਿਹੜਾ ਵੀ ਟੂਰਨਾਮੈਂਟ ਸੀਗਾ ਉਹ ਕੈਂਸਲ। ਈਵਨ ਹੋਲੇ ਮਹੱਲੇ ਦੇ ਉੱਪਰ ਵੱਡਾ ਕੱਪ ਹੋਣਾ ਸੀ ਉਹ ਵੀ ਕੈਂਸਲ ਕਰਤਾ। ਉਹ ਕਹਿੰਦੇ ਵੀ ਨਹੀਂ ਸਾਡਾ ਕੋਈ ਮਨ ਨਹੀਂ ਬਣਦਾ ਵੀ ਨਹੀਂ। ਦੂਜੀ ਗੱਲ ਇਹ ਆ ਵੀ ਜਿਹੜੀ ਉੱਥੇ ਸਾਰਾ ਕੁਝ ਹੋਇਆ ਵਾਪਰਿਆ, ਤੁਸੀਂ ਇਹ ਦੇਖੋ ਵੀ ਚੰਦ ਘੜੀਆਂ ਪਹਿਲਾਂ ਤੱਕ ਬੰਦਾ ਸਟੇਜ ਤੇ ਆ, ਉੱਥੇ ਉਹਦਾ ਨਾਂ ਅਨਾਊਂਸ ਕੀਤਾ ਜਾ ਰਿਹਾ, ਕਿੱਥੇ ਤਾਂ ਬੱਲੇ ਬੱਲੇ ਹੋ ਰਹੀ ਐ। ਐਂਡ ਹੋ ਸਕਦਾ ਵੀ ਉੱਥੇ ਵੀ ਕਿਤੇ ਨਿੱਕੇ ਜਿਹੜੇ ਨੌਜਵਾਨ ਮੁੰਡੇ ਦੇਖਦੇ ਹੋਣ ਜਾਂ ਕਿਤੇ ਮਾਪੇ ਦੇਖਦੇ ਹੋਣ ਵੀ ਯਾਰ ਕਿਤੇ ਸਾਡਾ ਪੁੱਤ ਵੀ ਇਹਦੇ ਵਰਗਾ ਹੋਊਗਾ। ਤੁਸੀਂ ਇਹ ਸੋਚੋ ਵੀ ਥੋੜ੍ਹੀ ਦੇਰ ਬਾਅਦ ਜੋ ਉੱਥੇ ਘਟਿਆ ਵਾਪਰਿਆ, ਉਹਨਾਂ ਦੇ ਮਨ ਦੇ ਉੱਪਰ ਕੀ ਛਾਪ ਹੋਊਗੀ ਵੀ ਯਾਰ ਅਸੀਂ ਤਾਂ ਸੋਚਦੇ ਸੀ ਇਹ 'ਚ ਫਿਊਚਰ ਭਵਿੱਖ, ਤੇ ਆਹ ਸਾਡੇ ਸਾਹਮਣੇ ਕੀ ਵਾਪਰ ਗਿਆ। ਹੁਣ ਤਾਂ ਜੇ ਕੋਈ ਨਿਆਣਾ ਘਰੋਂ ਕਿਹਾ ਕਰੂਗਾ ਨਾ ਮੈਂ ਟੂਰਨਾਮੈਂਟ ਦੇਖਣ ਚੱਲਿਆ, ਮਾਂ ਨੇ 7 ਵਾਰੀ ਰੋਕਿਆ ਕਰਨਾ। ਜੇ ਕੋਈ ਕਹੂਗਾ ਮੈਂ ਕਬੱਡੀ ਖੇਡਣੀ ਆ, ਅੱਗੇ ਹੁੰਦਾ ਸੀ ਪੁੱਤ ਕਬੱਡੀ ਖੇਡ ਵਧੀਆ, ਕੋਈ ਗੱਲ ਨਹੀਂ, ਖੇਡ 'ਚ 4 ਪੈਸੇ ਵੀ ਬਣਦੇ ਆ, ਨਾਂ ਵੀ ਹੁੰਦਾ, ਅਖਬਾਰਾਂ 'ਚ ਫੋਟੋ ਆਉਂਦੀਆਂ, ਵਿਦੇਸ਼ਾਂ ਤੱਕ ਧੁੰਮਾਂ ਪੈਂਦੀਆਂ। ਹੁਣ ਕਹਿਣਾ ਕੋਈ ਗੱਲ ਨਹੀਂ ਥੋੜ੍ਹੀ ਖਾ ਲਾਂਗੇ, ਕੁਛ ਹੋਰ ਕਰ ਲਾ, ਹੁਣ ਕਬੱਡੀ ਦੇ ਵਿੱਚ ਪਹਿਲਾਂ ਵਾਲੀ ਗੱਲ ਨਹੀਂ। ਲੋਕਾਂ ਨੇ ਇਹ ਕਹਿਣਾ ਹੀ ਆ ਨਾ। ਸੋ ਇਸ ਕਰਕੇ ਇਹ ਮਸਲਾ ਸੰਦੀਪ ਨੰਗਲ ਅੰਬੀਆਂ ਦੇ ਕਤਲ ਦਾ ਨਹੀਂ ਹੈਗਾ, ਇਹ ਤਾਂ ਸਗੋਂ ਜਿਹੜਾ ਸਾਡਾ ਵਿਰਸਾ ਹੀ ਆ ਕਬੱਡੀ, ਇਹ ਤਾਂ ਉਹਦੇ ਕਤਲ ਤੱਕ ਦਾ ਗੱਲ ਪਹੁੰਚ ਗਈ ਹੈ। ਕਲੀਅਰ ਹੋਣਾ ਚਾਹੀਦਾ ਕਿ ਮਸਲਾ ਹੈ ਕਿੱਥੇ। ਬਾਕੀ ਸੰਧਾਲੀਆ ਸਾਹਿਬ ਇੱਕ ਥੋੜ੍ਹੀ ਜਿਹੀ ਰੂਸ ਤੇ ਯੂਕਰੇਨ ਵਾਲੇ ਪਾਸੇ ਨੂੰ ਆਪਾਂ ਨਜ਼ਰ ਮਾਰ ਲਈਏ ਕਿ ਦਿਨ 20 ਮੁਕੰਮਲ ਹੋ ਗਏ, ਲੜਾਈ ਨਹੀਂ ਬੰਦ ਹੋਈ। ਹੁਣ 30 ਲੱਖ ਤੋਂ ਟੱਪ ਗਏ ਨੇ ਜਿਹੜੇ ਲੋਕ ਸ਼ਰਨਾਰਥੀ ਹੋ ਗਏ, ਰਿਫਿਊਜੀ ਹੋ ਗਏ ਨੇ, ਵੱਖ-ਵੱਖ ਦੇਸ਼ਾਂ 'ਚ ਧੱਕੇ ਖਾਂਦੇ ਫਿਰਦੇ ਆ, ਰੋਜ਼ ਗੋਲੇ ਜਾਣੀ ਬਰੂਦ ਫਟ ਰਿਹਾ ਉੱਥੇ। ਪੱਛਮੀ ਦੇਸ਼ਾਂ ਨੇ ਪਾਬੰਦੀਆਂ ਰੂਸ ਤੇ ਲਾਤੀਆਂ। ਰੂਸ ਵਾਲਿਆਂ ਨੇ ਕਹਿ ਦਿੱਤਾ ਕਿ ਅਮਰੀਕਾ ਦੇ ਕੁਝ ਬੰਦੇ, ਜੋ ਬਾਈਡਨ ਵੀ ਉਹਦੇ ਵਿੱਚ ਹੀ ਨੇ, ਪ੍ਰੈਜ਼ੀਡੈਂਟ ਸਾਹਿਬ, ਕਿ ਅਸੀਂ ਉਹਨਾਂ ਦੇ ਉੱਤੇ ਪਾਬੰਦੀ ਲਾਉਂਦੇ ਆ ਕਿ ਸਾਡੇ ਇੱਥੇ ਆ ਨਹੀਂ ਸਕਦੇ। ਆਉਣਾ ਜਾਣਾ ਤਾਂ ਕਹਿੰਦੇ ਆ, ਪਰ ਇੱਕ ਤਰ੍ਹਾਂ ਦੇ ਨਾਲ ਪ੍ਰੈਸ਼ਰ ਵਾਰ ਜਿਹੜੀ ਸ਼ੁਰੂ ਹੋ ਗਈ ਹੈ
ਦਬਾਅ ਪਾਉਣ ਦੀ ਜਿਹੜੀ ਜੰਗ ਸ਼ੁਰੂ ਹੋ ਗਈ ਇੱਕ ਦੂਸਰੇ ਦੇ ਉੱਤੇ, ਬੰਦ ਹੋ ਜਾਣੀ ਚਾਹੀਦੀ ਆ। ਚਰਚਾ ਚੱਲੀ ਸੀ ਕਿ ਸ਼ਾਇਦ ਇਜ਼ਰਾਈਲ ਦੇ ਵਿੱਚ ਦੋਨਾਂ ਦੇਸ਼ਾਂ ਦੇ ਮੁਖੀਆਂ ਦੀ ਗੱਲਬਾਤ ਹੋਏਗੀ, ਪਰ ਜਿੰਨੀ ਦੇਰ ਠਾਠੂ ਬੰਦ ਨਹੀਂ ਹੁੰਦੀ ਉਨੀ ਦੇਰ ਸੇਕ ਲੱਗਦਾ ਰਹਿਣਾ। ਨਹੀਂ, ਹੋਣੀ ਚਾਹੀਦੀ ਆ, ਪਰ ਦੇਖੋ ਮਾੜੀ ਗੱਲ ਇਹ ਆ ਵੀ ਇਹ ਜਿੰਨੇ ਦਿਨ ਪੈਂਦੇ ਜਾਂਦੇ ਆ ਇਹਦਾ ਹੋਰ ਕਿਸੇ ਨੂੰ ਨੁਕਸਾਨ ਨਹੀਂ ਹੋਣਾ, ਸਿਰਫ ਤੇ ਸਿਰਫ ਯੂਕਰੇਨ ਨੂੰ ਹੋਣਾ ਜੀ। ਤੇ ਯੂਕਰੇਨ ਦੇ ਵੀ ਉਹਨਾਂ ਲੋਕਾਂ ਨੂੰ ਹੋਣਾ ਜਿਨ੍ਹਾਂ ਦਾ ਕਸੂਰ ਕੋਈ ਨਹੀਂ। ਹੁਣ ਜਦੋਂ ਆਪਾਂ 30 ਲੱਖ ਦੀ ਗਿਣਤੀ ਦੀ ਗੱਲ ਕਰਦੇ, 30 ਲੱਖ ਥੋੜਾ ਨਹੀਂ ਹੁੰਦਾ। 30 ਲੱਖ ਲੋਕ ਜੇ ਉੱਜੜ ਕੇ ਬਾਹਰ ਚਲੇ ਗਏ ਨੇ ਤੇ ਉਹਨਾਂ ਨੇ ਪਤਾ ਨਹੀਂ ਦੁਬਾਰਾ ਉੱਥੇ ਜਾਣਾ ਕਿ ਨਹੀਂ ਜਾਣਾ। ਜੇ ਚਲੇ ਵੀ ਜਾਣ ਤੇ ਉੱਥੇ ਪਤਾ ਨਹੀਂ ਉਹ ਸਾਰਾ ਕੁਝ ਉਹਨਾਂ ਨੂੰ ਮਿਲਣਾ ਕਿ ਨਹੀਂ ਮਿਲਣਾ। ਪਰ ਗੱਲ ਇਹ ਆ ਵੀ ਆਪਾਂ ਇਸ ਤੋਂ ਜਿੰਨੇ ਮੇਰੇ ਖਿਆਲ ਨਾਲ ਗੱਲ ਸ਼ੁਰੂ ਹੋਈ ਸੀ, ਆਪਾਂ ਉਦੋਂ ਵੀ ਗੱਲ ਕੀਤੀ ਸੀ ਵੀ ਜਿਹੜੇ ਲੜਨ ਵਾਲੇ ਨੇ ਉਹ ਕਿਤੇ ਹੋਰ ਬੈਠੇ ਆ, ਉਹਨਾਂ ਤੱਕ ਸੇਕ ਛੱਡ ਕੇ ਧੂਆਂ ਵੀ ਨਹੀਂ ਪਹੁੰਚਣਾ ਕਿਤੇ, ਵੀ ਕਿਤੇ ਧੂਏ ਦਾ ਮੁਸ਼ਕ ਆ ਜਾਂਦਾ ਵੀ ਯਾਰ ਫਲਾਣੇ ਥਾਂ ਦੇ ਉੱਪਰ ਅੱਗ ਲੱਗੀ ਆ। ਪਰ ਹੋ ਸਕਦਾ ਵੀ ਉਹਨਾਂ ਦੀਆਂ ਆਪਣੀਆਂ ਕੁਝ ਜਿੱਦਾਂ ਆਪਣੀਆਂ ਕੁਝ ਘੁੰਡੀਆਂ ਜਾਂ ਆਪਣੀਆਂ ਕੁਝ ਰਾਜਨੀਤਿਕ ਲੋੜਾਂ ਹੋਣ, ਜਿਹਦਾ ਕਰਕੇ ਆ ਜਿਹੜਾ ਪੇਚ ਫਸਿਆ। ਪਤਾ ਨਹੀਂ ਕਿਉਂ, ਮਤਲਬ ਜਦੋਂ ਆ ਸਾਰਾ ਕੁਝ ਸਾਹਮਣੇ ਆ ਜਾਂਦਾ ਨਾ, ਉਦੋਂ ਈਗੋ ਵੱਡੀ ਹੋ ਜਾਂਦੀ ਹੈ, ਇਨਸਾਨ ਛੋਟਾ ਹੋ ਜਾਂਦਾ। ਅਜੇ ਵੀ ਕਈ ਮੈਂ ਦੇਖਿਆ ਦੇਸ਼ਾਂ ਦੇ ਮੁਖੀਆਂ ਦੇ ਇਦਾਂ ਦੇ ਬਿਆਨ ਆਉਂਦੇ, ਉਹ ਪੱਟਾਂ ਤੇ ਥਾਪੀਆਂ ਮਾਰੀ ਜਾਂਦੇ ਆ, ਐਂ ਕਰ ਦਿਆਂਗੇ, ਇਉਂ ਕਰ ਦਿਆਂਗੇ, ਹਥਿਆਰ ਦੇ ਦਿਆਂਗੇ। ਰੂਸ ਵਾਲੇ ਵੀ ਕਹਿੰਦੇ ਚੱਕ ਦਿਆਂਗੇ ਫੱਟੇ। ਉਹ ਕਤਾਰਾਂ ਬਾਰਡਰਾਂ ਦੇ ਉੱਤੇ ਲੱਗੀਆਂ ਪਈਆਂ, ਕੋਈ ਪੋਲੈਂਡ ਵੜਦਾ, ਕੋਈ ਰੋਮਾਨੀਆ ਵੜਦਾ, ਕੋਈ ਹੰਗਰੀ ਵੜਦਾ, ਕੋਈ ਸਲੋਵਾਕੀਆ ਵੜੀ ਜਾਂਦਾ, ਕੋਈ ਬੇਲਾਰੂਸ ਵਾਲੇ ਪਾਸੇ ਨੂੰ ਭੱਜਿਆ ਕਿ ਭਾਈ ਉੱਥੇ ਅਸੀਂ ਸੁਰੱਖਿਅਤ ਨਹੀਂ। ਨਿੱਕੇ ਨਿੱਕੇ ਘਰ-ਬਾਰ ਛੱਡ ਕੇ, ਸਮਾਨ ਛੱਡ ਕੇ, ਕਾਰੋਬਾਰ ਛੱਡ ਕੇ ਜਾਣਾ ਸੁਖਾਲਾ ਨਹੀਂ ਹੁੰਦਾ। ਪਰ ਪਤਾ ਨਹੀਂ ਜਦੋਂ ਬੰਦੇ ਵੱਡੀਆਂ ਕੁਰਸੀਆਂ ਤੇ ਪਹੁੰਚ ਜਾਂਦੇ ਆ ਨਾ, ਉਦੋਂ ਭਾਵਨਾਵਾਂ, ਸੰਵੇਦਨਾਵਾਂ, ਫੀਲਿੰਗਸ ਦੀ ਜਿਹੜੀਆਂ ਅਹਿਸਾਸ ਜਿਹੜੇ ਹੁੰਦੇ ਆ, ਆਪਣੱਤ ਜਿਹੜੀ ਹੁੰਦੀ ਹੈ, ਕੁਰਸੀਆਂ ਵੱਡੀਆਂ ਹੋਈ ਜਾਂਦੀਆਂ, ਉਹ ਸਾਰੀਆਂ ਚੀਜ਼ਾਂ ਨੀਵੀਆਂ ਹੋਈ ਜਾਂਦੀਆਂ। ਬਸ ਇਹੀ ਰੋਸ ਆ। ਚਲੋ ਆਸ ਕਰਦੇ ਹਾਂ ਵੀ ਜੇ ਗੱਲਬਾਤ ਉਹਨਾਂ ਦੀ ਹੋਵੇ, ਨਿਬੜ ਜੇ। ਮੈਂ ਨਾ ਜੇ ਗੱਲ ਕਰਨੀ ਵੀ ਉਹਨਾਂ ਦੀ ਗੱਲ ਟੁੱਟਦੀ ਵੀ ਹੈ, ਪਹਿਲੀ ਗੱਲ ਤੇ ਨਿਬੇੜ ਲੈਣ ਵੀ ਯਾਰ ਚਲੋ ਅੱਜ ਤੋਂ ਬਾਅਦ ਕੋਈ ਠੂੰ ਠਾਂ ਨਹੀਂ ਕਰਨੀ ਕਿਸੇ ਨੇ, ਬਾਕੀ ਬਾਅਦ ਚ ਨਿਬੇੜ ਲੈਣੀ। ਹੋ ਸਕਦਾ ਤੁਹਾਡੀ 10 ਵਾਰ ਗੱਲ ਨਿਬੜੇ, ਉਹ ਮਤਲਬ 11ਵੀਂ ਵਾਰ ਜਾ ਕੇ ਤੁਹਾਡਾ ਫੈਸਲਾ ਹੋਵੇ। ਪਰ ਜੇ ਹੁਣ ਆਪਾਂ ਇਹ ਸੋਚੀਏ ਵੀ ਜੇ 11ਵੀਂ ਵਾਰ ਤੱਕ ਗੱਲ ਜਾਣੀ ਆ ਤੇ ਉਦੋਂ ਤੱਕ ਆਪਾਂ ਗੋਲੀ ਸੁੱਟੀ ਜਾਣੇ, ਉਹ ਗੱਲ ਠੀਕ ਨਹੀਂ। ਨਹੀਂ, ਮਾੜੀ ਗੱਲ ਹੈ। ਬਾਕੀ ਉਮੀਦ ਕਰਦੇ ਹਾਂ ਕਿ ਆਸ ਅਰਦਾਸ ਹੀ ਹੈ ਕਿ ਸਾਰਾ ਕੁਝ ਨੇਪਰੇ ਚੜੇ। ਤੇ ਅੱਜ ਸਹੁੰ ਚੁੱਕ ਸਮਾਗਮ ਹੈ, ਤਿਆਰੀਆਂ ਹੈ। 10 ਵਜੇ ਦਾ ਸੱਦਾ ਭਗਵੰਤ ਮਾਨ ਹੋਰਾਂ ਨੇ ਲੋਕਾਂ ਨੂੰ ਦਿੱਤਾ ਕਿ ਭਾਈ ਪਹੁੰਚ ਜਾਓ। 12:30 ਵਜੇ ਸਹੁੰ ਚੁੱਕ ਹੋਣੀ ਹੈ। ਹਾਂ, ਤੇ ਚਲੀਏ ਹੁਣ ਆਪਾਂ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਪ੍ਰਾਈਮ ਏਸ਼ੀਆ ਟੀਵੀ ਵੀ ਕੋਸ਼ਿਸ਼ ਕਰੇਗਾ ਕਿ ਨਾਲ ਦੀ ਨਾਲ ਤੁਹਾਨੂੰ ਉਹ ਜੋ ਵੀ ਉੱਥੇ ਸਮਾਗਮ ਹੈ ਉਹਦੀ ਲਾਈਵ ਕਵਰੇਜ ਦਿਖਾਈ ਜਾਵੇ। ਤੇ ਤੁਸੀਂ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ ਦੇਖਣਾ ਨਾ ਭੁੱਲਣਾ। ਤੇ ਬਾਕੀ ਇਸ ਪ੍ਰੋਗਰਾਮ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਨਾ ਭੁੱਲਿਆ ਕਰੋ। ਤੁਸੀਂ ਕਰਦੇ ਵੀ ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।